ਫੋਟੋ ਤੱਕ ਆਇਆ ਜੱਜ ਸਾਹਿਬ ਨੇ ਨਾ, ਜੱਜ ਸਾਹਿਬ ਆਏ ਨੇ। ਹਾਂ ਵੇ ਟੀਸੀ ਦਾ टीसी साहब आए ने जेड़े आमर खजीर दे टट्टे मुंह च ला के बैठे रहंदे ने। नहीं तमीज नाल अपने से बात यार ए तरीका नहीं है गल करने का। एक मिनट सारे आराम दे नाल क्योंकि राजा साहब आए ने आराम दे नाल प्लीज। ओ टीसी गल सुन, कवर च तेरियां लत्तां ने नहीं खान भाई कोई नहीं तारक खान भाई नहीं अपने जज साहब ने गल कर लवे यार। जज साहब ने ते नाल अपने एडवोकेट साहब आए ने ते एडवोकेट साहब राजा साहब रोड शील्ड वाला मतलब दस दो की मतलब है। 199 में भी चुका दूं क्योंकि मैं फिर वापस आना पड़ेगा, मैं उधर से ही निकल जाऊंगा। कोई एक बंदा गल करे ना सारे बोल गल सुनो, ਅਸੀਂ ਆਪਣੀਆਂ ਗੱਲਾਂ ਕਰ ਰਹੇ ਸਾਂ ਬਹਿ ਕੇ, ਅਸੀਂ ਆਪਣੀ ਕੋਈ ਸੋਚੋ ਵਿਚਾਰ ਕਰ ਰਹੇ ਸਾਂ, ਫੈਸਲੇ ਉੱਤੇ ਡਿਸਕਸ਼ਨ ਕਰ ਰਹੇ ਸਾਂ। ਇੱਕ ਨਜ਼ਫ ਅਬਾਸ ਜਿਹੜਾ ਅਹਿਲੇ ਤਸ਼ੀਰ ਰਾਫਜ਼ੀ ਹੈ, ਜਿਹੜਾ ਖੁਲਫਾ ਨੂੰ ਗਾਲਾਂ ਕੱਢਦਾ ਹੈ, ਉਹ ਆਇਆ ਹੈ, ਉਹਨੇ ਆ ਕੇ ਥੱਲੇ ਗਾਲਾਂ ਲਿਖਣੀਆਂ ਸ਼ੁਰੂ ਕਰਤੀਆਂ। ਫਿਰ ਹੈਦਰ ਵਰੈਚ ਆਇਆ ਹੈ, ਉਹਨੇ ਆ ਕੇ ਥੱਲੇ ਗਾਲਾਂ ਲਿਖਣੀਆਂ ਸ਼ੁਰੂ ਕਰਤੀਆਂ ਨੇ। ਫਿਰ ਸਾਨੂੰ ਆਪਣੇ ਉਹ ਕਰਨਾ ਪਿਆ ਸੀ। ਫਿਰ ਰਾਓ ਨਈਮ ਆਇਆ, ਉਹਨੇ ਆ ਕੇ ਗਾਲਾਂ ਕੱਢਣਾ ਸ਼ੁਰੂ ਕਰਤੀਆਂ। ਅਸੀਂ ਆਪਣਾ ਸੋਚੋ ਵਿਚਾਰ ਕਰ ਰਹੇ ਸਾਂ ਕਿ ਅਸੀਂ ਫੈਸਲੇ ਉੱਤੇ ਗੱਲ ਕਰ ਰਹੇ ਸਾਂ, ਅਸੀਂ ਜੱਜ ਸਾਹਿਬ ਦੇ ਉੱਤੇ ਵੀ ਗੱਲ ਨਹੀਂ ਕਰ ਰਹੇ ਸਾਂ। ਆਲਦੋ ਸਾਨੂੰ ਪਤਾ ਹੈ ਕਿ ਜੱਜ ਸਾਹਿਬ ਜਿਹੜੇ ਨੇ ਇੱਕ ਜ਼ਿਹਨੀ ਮਰੀਜ਼ ਨੇ, ਇਹਨਾਂ ਦਾ ਦਿਮਾਗ ਹਿਲਿਆ ਹੋਇਆ ਹੈ। ਇੱਕ ਮਿੰਟ ਗੱਲ ਕਰ ਲੈਂਦੇ ਯਾਰ, ਇੱਕ ਮਿੰਟ ਗੱਲ ਕਰ ਲੈਂਦੇ ਤਾਰ ਭਾਈ, ਗੱਲ ਕਰ ਲੈਂਦੇ ਆ ਕਰੋ ਯਾਰ। ਜ਼ਿਹਨੀ ਮਰੀਜ਼ ਨੂੰ ਜੱਜ ਬਣਾ ਲਿਆ ਤੁਸੀਂ ਆਪਣਾ। ਅੱਛਾ, ਅਸੀਂ ਨਹੀਂ ਬਣਾਇਆ ਜਨਾਬ, ਅਸੀਂ ਤੁਹਾਨੂੰ ਜਾਣਦੇ ਵੀ ਨਹੀਂ ਹੈਗੇ। ਜਿਨ੍ਹਾਂ ਨੂੰ ਬਣਾਇਆ ਉਹਨਾਂ ਨਾਲ ਗੱਲ ਕਰੋ, ਅਸੀਂ ਆਪਣੀ ਗੱਲ ਕਰ ਰਹੇ ਹਾਂ, ਅਸੀਂ ਨਹੀਂ ਤੁਹਾਨੂੰ ਜਾਣਦੇ। ਤੁਸੀਂ ਗੱਲ ਕਰੋ ਮਾਨੀ ਕਾਲੂ ਦੇ ਨਾਲ, ਉਹਨੇ ਤੁਹਾਨੂੰ ਬਣਾਇਆ ਜਾਂ 1122 ਨੇ ਬਣਾਇਆ ਹੈ। ਅਸੀਂ ਤਾਂ ਤੁਹਾਨੂੰ ਯਾਰ ਇਸ ਕਾਬਲ ਨਹੀਂ ਸਮਝਦੇ ਕਿ ਤੁਸੀਂ ਜੱਜ ਕੀ। ਅਸੀਂ ਤੁਹਾਨੂੰ ਕੁੱਤਾ ਵੀ ਨਾ ਰੱਖੀਏ ਘਰ ਦੇ ਵਿੱਚ, ਠੀਕ ਹੈ, ਤੇ ਤੁਹਾਡੇ ਨਾਮ ਦਾ ਕੁੱਤਾ ਵੀ ਨਾ ਰੱਖੀਏ, ਤਾਂ ਅਸੀਂ ਤੇ ਤੁਹਾਨੂੰ ਬਹੁਤ ਜ਼ਲੀਲ ਤੇ ਮੈਂ ਕੁੱਤਾ ਇਨਸਾਨ ਸਮਝਦਾ, ਇਸ ਲਈ ਕਿ ਤੁਸੀਂ ਕਨਫਰਮ ਜਹਨਮੀ ਹੋ। ਤੁਹਾਡਾ ਕੋਈ ਦੀਨ ਨਹੀਂ, ਤੁਹਾਡਾ ਕੋਈ ਮਜ਼ਹਬ ਨਹੀਂ ਹੈਗਾ। ਕਦੀ ਤੁਸੀਂ ਨਬੀ ਬਣ ਜਾਂਦੇ ਹੋ, ਕਦੀ ਤੁਸੀਂ ਰਸੂਲ ਬਣ ਜਾਂਦੇ ਹੋ। ਕਾਲੀ ਕਬਰ ਹੈ ਤੁਹਾਡੀ, ਤੁਸੀਂ ਕਨਫਰਮ ਜਹਨਮੀ ਹੈ। 72 ਸਾਲ ਦਾ ਤੂੰ ਬਾਬਾ ਹੈ, ਸਟਿਆਇਆ ਹੋਇਆ ਤੂੰ ਬਾਬਾ ਹੈ, ਠੀਕ ਹੈ। ਤੇ ਦੂਜਾ ਤੂੰ ਕੁਰਾਨ ਦੀਆਂ ਆਇਤਾਂ ਪੜ੍ਹ ਕੇ ਤੂੰ ਉਹ ਜੰਬੇ ਨੂੰ ਕਹਿਣਾ ਹੈ ਕਿ ਜੰਬਾ ਠੀਕ ਹੈ, ਜੰਬਾ ਠੀਕ ਹੈ, ਤੇ ਤੂੰ ਸਾਨੂੰ ਗਾਲਾਂ ਕੱਢਦਾ ਹੈ। ਉਹ ਜਿਹਨਾਂ ਨੇ ਤੈਨੂੰ ਭਰਾ ਬਣਾਇਆ ਹੈ ਨਾ, ਜਿਹਨਾਂ ਨੇ ਤੈਨੂੰ ਉਹ ਜੱਜ ਬਣਾਇਆ ਹੈ, ਉਹ ਉਹਨਾਂ ਨੂੰ ਕਹਿ, ਤੂੰ ਸਾਨੂੰ ਨਾ ਕਹਿ। ਅਸੀਂ ਤਾਂ ਤੈਨੂੰ, ਮੈਂ ਤਾਂ ਤੈਨੂੰ ਬਹੁਤ ਕਾਲੂ ਨੂੰ ਉੱਤੇ ਲੈ ਲਈ ਸੈਫੀ ਕਾਲੂ ਨੇ ਭਾਈ ਥੱਲੇ ਕਾਲ। ਮੈਂ ਤੇਰੀ ਬਿਲਕੁਲ ਮੇਰੇ ਨਾਲ ਗੱਲ ਨਾ ਕਰੀ, ਮੇਰੀ ਗੱਲ ਦੇ ਵਿੱਚ ਗੱਲ ਵੀ ਨਾ ਕਰੀ। ਇਸ ਤਰ੍ਹਾਂ ਦੀ ਗੱਲ ਬੜੀ ਇੱਜ਼ਤ ਅਫਜ਼ਾਈ ਕੀਤੀ ਤੁਸੀਂ ਮੇਰੀ। ਹਾਂ, ਮੈਂ ਤੂੰ ਤੇਰੀ ਇੱਜ਼ਤ ਦੇ ਕਾਬਿਲ ਨਹੀਂ, ਤੂੰ ਕੁੱਤਾ ਬੰਦਾ ਹੈ, ਤੂੰ ਹੈ। अस्सलाम वालेकुम सैफी भाई की है ਤੁਹਾਨੂੰ ਤੁਹਾਨੂੰ ਕੀ ਮਸਲਾ ਹੈ? ਤੁਹਾਨੂੰ ਕੀ ਮਸਲਾ ਹੈ? एक मिनट सैफी भाई खामोश ਹੁੰਦੇ ਟੀਸੀ ਗੱਲ ਸੁਣ ਟੀਸੀ। ਓਏ ਯਾਰ ਖਾਨ ਭਾਈ, ਖਾਨ ਸਾਹਿਬ ਮੈਂ ਬੈਠਾ ਜਾਂ ਮੇਰੀ ਇੱਜ਼ਤ ਕਰ ਲਓ। ਨਹੀਂ, ਮੈਂ ਗੱਲ ਹੀ ਨਹੀਂ, ਮੈਂ ਇਸ ਬੰਦੇ ਨੂੰ, ਚਲੋ ਸੈਫੀ ਭਾਈ ਇੱਕ ਮਿੰਟ ਖਾਮੋਸ਼ ਹੋਵੋ ਨਾ, ਮੈਂ ਆਪਣੀ ਗੱਲ ਕਰ ਰਿਹਾ ਤਾਂ ਕੀ ਆਪ ਚਲੋ ਖਾਮੋਸ਼ ਹੁੰਦੇ ਹੋ ਜਾਂ ਨਹੀਂ? ਹੁਣ ਮੈਂ ਜਾਵਾਂ ਫਿਰ। ਇਹ ਕਾਲੂ ਸਾਹਿਬ ਨੂੰ ਮੈਂ ਜੱਜ ਬਣਾਇਆ ਸੀ, ਇਹਨਾਂ ਦੀ ਸੁਣ ਲਓ। ਹਾਂਜੀ ਜੀ, ਆਪਣਾ ਤਾਰਕ ਭਾਈ ਗੱਲ ਇਹ ਵੇ ਮੇਰੇ ਪਿਆਰੇ ਮੋਹਤਰਮ ਭਾਈ, ਸਾਨੂੰ ਤੁਹਾਡੀ ਨੀਅਤ ਤੇ ਕੋਈ ਸ਼ੱਕ ਨਹੀਂ ਹੈ, ਔਰ ਜਿਹੜਾ ਕਰਦਾ ਉਹ ਗਲਤ ਕਰਦਾ, ਨੀਤਾਂ ਤੇ ਸ਼ੱਕ ਨਹੀਂ ਹੁੰਦਾ। ਹੋਣੇ ਤੇ ਮੈਨੂੰ ਮਾਂ ਪੈਂਦੀਆਂ ਗਾਲਾਂ ਕੱਢ ਰਹੇ ਹੋ। ਗਲਤੀ ਹੋਈ ਨਾ ਉਹਨਾਂ ਕੋਲ, ਹੋਈ, ਮੈਂ ਮਨਾ ਕਰ ਦਿੱਤਾ। ਮੈਂ ਕੱਢੀ ਗੱਲ ਨਹੀਂ ਪਸੰਦ ਕਰਦਾ ਇਸ ਬੰਦੇ ਨੂੰ ਯਾਰ। ਤੁਸੀਂ ਜੱਜ ਬਣਾਇਆ ਨਾ, ਮੈਂ ਜੱਜ ਬਣਾਇਆ। ਇੱਕ ਮਿੰਟ ਥੱਲੇ ਜਾਂਦੇ ਹੋ ਤੁਸੀਂ? ਮੈਂ ਨਫ਼ਰਤ ਕਰਦਾ ਇਸ ਬੰਦੇ ਦੇ ਨਾਲ ਯਾਰ। ਠੀਕ ਹੈ, ਥੱਲੇ ਜਾਂਦੇ ਹੋ? ਸਦਕੇ ਓਏ ਸਦਕੇ ਥੱਲੇ ਜਾਓ। ਭੇਜਦਾ ਇਹਦੀ ਨਸਲ ਦੇ ਉੱਤੇ, ਓ ਯਾਰ ਸੈਫੀ, ਮੈਂ 10 ਵਾਰੀ ਕਹਿ ਬੈਠਾ ਵਾਂ, ਮਿਊਟ ਕਰ ਸਕਣਾ ਕਿ ਨਹੀਂ? ਵਾਹ ਸਦਕੇ ਦੇ ਮੇਰੇ ਨਾਲ ਇਹਨੂੰ, ਮੈਂ ਇਹਨੂੰ ਨਹੀਂ ਚੰਗਾ ਜਾਣਦਾ। ਓ ਮਿਊਟ ਕਰ ਲੈ ਯਾਰਾ, ਖੁਦਾ ਦਾ ਨਾਂ ਹੀ। ਹਾਏ ਓਏ ਵਾਹ ਮਿਰਜ਼ਾਈ। ਹਾਂਜੀ ਤਾਰਕ ਭਾਈ ਜੀ ਮਿਰਜ਼ਾਈ, ਤਸਵੀਰ ਵੀ ਉਤਾਰ ਦੇਣ, ਇਸ ਤਰ੍ਹਾਂ ਦੀ ਤਸਵੀਰ ਵੀ ਉਤਾਰ ਦੇਣਾ, ਉਤਰਵਾ ਦੇਣਾ। ਤਾਰਕ ਭਾਈ ਜਿਹੜਾ ਤੁਸੀਂ ਫੈਸਲਾ ਦਿੱਤਾ ਸੀ, ਅਸਾਂ ਤੁਹਾਨੂੰ ਇਹ ਕਿਹਾ ਸੀ ਕਿ ਉਹਦੇ ਰਿਵਿਊ 'ਚ ਜਾਓ, ਕਿਉਂਕਿ ਇੱਕ ਤੇ ਆਡੀਓ ਦਾ ਕੋਈ ਸਬੂਤ ਨਹੀਂ, ਔਰ ਦੂਸਰਾ ਜਿਹੜਾ ਜ਼ਰਦ ਰੰਗ ਹੈ, ਤੁਸੀਂ ਕਿਹਾ ਕਿ ਉਹ ਜ਼ਰਦ ਰੰਗ ਨਹੀਂ ਜਿਹੜਾ ਮੁਸਲਿਮ 'ਚ ਵੇ ਤੇ ਆ ਹੋਰ ਜ਼ਰਦ ਰੰਗ ਹੈ। ਇਹਦਾ ਸਬੂਤ ਕੀ ਹੈ ਤਾਰਕ ਭਾਈ? 1 ਲੱਖ ਰੁਪਇਆ ਦੇ ਦਿਓ ਤੇ ਬਾਕੀ ਬੱਕਲ ਲੱਖ ਰੁਪਏ ਨਾ, ਤੁਸੀਂ ਜੱਜ ਹੋ, ਇਮਾਨ ਨਾਲ ਫੈਸਲਾ ਕਰਨਾ ਜੇ ਕਿ ਲੱਖ ਰੁਪਏ ਦਾ ਤੇਰੀ 3 ਲੱਖ ਖਾਨ ਭਾਈ ਜਦੋਂ ਮੈਂ ਜੱਜ ਸੀ ਮੈਂ ਫੈਸਲਾ ਕਰ ਦਿੱਤਾ ਖਾਨ। ਹਾਂਜੀ ਤਾਰਕ ਭਾਈ, ਨਵਾਂ ਫੈਸਲਾ ਕਰਾਣਾ ਹੈ ਤੇ ਲੱਖ ਰੁਪਇਆ ਦੇ ਦਿਓ ਤੇ ਫਿਰ ਦੁਬਾਰਾ ਸੁਣ ਲਓ। ਤਾਰਕ ਭਾਈ ਤੁਸੀਂ ਜੱਜ ਹੋ? ਹਾਂਜੀ ਠੀਕ ਹੈ, ਅਗਰ ਫੈਸਲਾ ਗਲਤ ਹੈ ਤੇ ਉਹਦੇ ਜ਼ਿੰਮੇਦਾਰ ਤੁਸੀਂ ਹੋ ਜਾਂ ਅਸੀਂ ਆ? तो फिर दोबारा कंसीडर करांगे नहीं दोबारा क्यों कंसीडर होएगा अगर तुसी फैसला गलत दिता है ਉਹਦਾ ਤੁਹਾਡੇ ਕੋਲ ਸਬੂਤ ਨਹੀਂ ਦਿੱਤਾ ਮੈਂ ਤਾਂ ਸਹੀ ਦਿੱਤਾ ਗਲਤ ਦਿੱਤਾ ਚਲੋ ਦੋ ਸਬੂਤ ਕਿਉਂ ਜ਼ਰਦ ਰੰਗ ਜਿਹੜੇ ਨੇ ਦੋ ਮੈਂ ਇੱਕੋ ਨਹੀਂ ਸਬੂਤ ਮੈਂ ਤੁਹਾਨੂੰ ਦੇਣਾ ਜੱਜ ਮੈਂ ਤੁਸੀਂ ਹੋ ਕਿਹਨੂੰ ਦੇਣਾ ਜੀ ਸਬੂਤ ਦੇਣਾ ਮੈਂ ਤੇ ਕਿਹਨੂੰ ਦੇਣਾ ਜੇ ਸਬੂਤ ਭਾਈ ਤੁਸੀਂ ਮੈਨੂੰ ਜੱਜ ਬਣਾਇਆ
ਸਬੂਤ ਕਿਹਨੂੰ ਦੇਣਾ ਜੇ? ਮੈਂ ਫੈਸਲਾ ਕਰਨਾ ਹੈ। ਹਾਂ ਫੈਸਲਾ ਤੁਸੀਂ ਕਰਨਾ ਹੈ ਤਾਂ ਉਹਦਾ ਸਬੂਤ ਦਿਓ। ਅਗਰ ਗਲਤ ਹੈ ਤਾਂ ਉਹਦੇ ਜ਼ਿੰਮੇਦਾਰ ਤੁਸੀਂ ਹੋ। ਤੁਸੀਂ ਜਿਹੜੇ ਸਬੂਤ ਦਿੱਤੇ ਉਹਨਾਂ ਦੇ ਉੱਤੇ ਮੈਂ ਫੈਸਲਾ ਮੈਂ ਜਿਹੜੇ ਸਬੂਤ ਦਿੱਤੇ ਤੁਸਾਂ ਇਹ ਕਿਹਾ ਸੀ ਯਾਰ ਸਾਰੇ ਖਮੋਸ਼ ਹੋ ਜਾਣ ਨਾ ਪੁੱਛਣਾ ਸਾਰੇ ਖਮੋਸ਼ ਹੋ ਚੁੱਪ ਜਾਣ। ਇੱਕ ਮਿੰਟ ਸਰ ਯਾਰ ਤੁਹਾਨੂੰ ਇਹ ਵੱਡੀ ਨੱਕ ਵਾਲਾ ਮਿਰਜ਼ਾਈ ਹੈ ਵੀ ਪੁੱਛ ਲੈ ਕੁਛ। ਠੀਕ ਹੈ ਜਨਾਬ, ਮੈਂ ਤੁਹਾਨੂੰ ਕੁਝ ਨਹੀਂ ਕਹਿਣਾ, ਮੇਰਾ ਨੱਕ ਪੋਣੋ ਜੋ ਮਰਜ਼ੀ। ਨਾਸਰ ਭਾਈ ਕਸਮ ਇੱਕ ਮਿੰਟ ਚੁੱਕ ਖਮੋਸ਼ ਕਰੋ। ਹੋਵੋ। ਤਾਰਕ ਭਾਈ मैंने इस्कानी साहब का हवाला देने जो कहने ना फैसला ਕਾਲੋਂ ਸਾਹਿਬ इस्कानी ਇੱਕ ਮਿੰਟ ਮੈਂ ਸਿਰਫ ਗੱਲ ਕਰਾਂ। ਕਾਲੋਂ ਸਾਹਿਬ ਇੱਕ ਮਿੰਟ ਯਾਰ ਤਾਰਕ ਭਾਈ ਇੱਕ ਮਿੰਟ ਆ ਰਹੇ ਹਨ ਥੱਲੇ ਲਾ ਸਿਰਫ ਇੱਕ ਮਿੰਟ ਆਪਣੀ ਲਾਈਵ ਲਾ ਕੇ ਬੈਠੇ ਆ ਯਾਰ। ਆਪਣੇ ਜੱਜ ਦੀ ਇੱਜ਼ਤ ਨਹੀਂ ਮੁਕਾਨ ਵਿੱਚ ਨਹੀਂ ਹੈਗਾ ਇਹ। ਜੀ ਜੱਜ ਸਾਹਿਬ ਇੱਕ ਮਿੰਟ ਬੜੇ ਕਰੋ। ਬਦਤਮੀਜ਼ ਓ ਯਾਰ ਕਿਉਂ ਜੱਜ ਤੁਸੀਂ ਦੀ ਇੱਜ਼ਤ ਨਹੀਂ ਕਰਦੇ। ਹਾਂਜੀ ਜੱਜ ਸਾਹਿਬ ਗੱਲ ਇਹ ਵੇ ਕਿ ਜਿਹੜਾ ਤੁਸੀਂ ਫੈਸਲਾ ਦਿੱਤਾ ਹੈ ਕਿ ਆ ਜ਼ਰਦ ਰੰਗ ਜਿਹੜੇ ਨੇ ਇੱਕੋ ਨਹੀਂ, ਆਪਣੇ ਇਹਦਾ ਜੱਜਾਂ ਦੀ ਸਬੂਤ ਇੱਜ਼ਤ ਦਵੋ ਨਾ। ਕਰੋ। ਤਾਰਕ ਭਾਈ ਉਹਦਾ ਸਬੂਤ ਨਹੀਂ ਦੇਣਾ। ਅਸੀਂ ਕੀ ਇੱਜ਼ਤ ਕਰੀਏ ਟੱਟੇ ਚੁੱਕਾ। ਇੱਜ਼ਤ ਤੇ ਯਾਰ ਸਿਖਾਓ। ਅੱਲਾ ਦੇ ਉਹ ਨੇਕ ਬੰਦੇ ਹੋ। ਮੈਂ कोई ना बोले करन दो कालू नु ਹਾਂ ਕਾਣੋ ਕਰ ਗੱਲ ਦੇ ਨਾਲ। ਮੈਨੂੰ ਮਿਊਟ कोई बंदा ना बिच बोले कालू करेगा। ਮਿਰਜ਼ਾਈਓ ਮਿਊਟ ਕਿਉਂ ਕਰ ਰਹੇ ਹੋ ਮੈਨੂੰ? ਹਾਂ ਠੀਕ ਹੈ ਤਾਰਕ ਭਾਈ ਇਹ ਵੇਖੋ ਜਿਹੜਾ ਤੁਸੀਂ ਫੈਸਲਾ ਕੀਤਾ ਹੈ ਉਹਦੇ ਵਿੱਚ ਤੁਸੀਂ ਇਹ ਕਿਹਾ ਵੇ ਕਿ ਉਹ ਮੁਸਲਿਮ ਵਾਲਾ ਜ਼ਰਦ ਰੰਗ ਤੇ ਆ ਮਸ਼ਕਾਤ ਵਾਲੇ ਜ਼ਰਦ ਰੰਗ ਦੋ ਅਲੱਗ-ਅਲੱਗ ਰੰਗ ਨੇ। ਇਹਦਾ ਸਬੂਤ ਕੀ ਹੈ ਤਾਰਕ ਭਾਈ? ਤੁਸੀਂ ਮੈਨੂੰ ਜੱਜ ਮੰਨਦੇ ਹੋ ਅੱਜ ਵੀ? ਤੁਸੀਂ ਆਪ ਕਹਿ ਰਹੇ ਹੋ ਕਿ ਮੈਂ ਜੱਜ ਨਹੀਂ ਅੱਜ ਵੀ। ਹਾਂ ਮੈਂ ਤੇ ਨਹੀਂ ਹੈਗਾ, ਮੈਂ ਤੇ ਨਹੀਂ ਹੈਗਾ। ਜ਼ਾਹਿਰ ਹੈ ਉਸ ਵੇਲੇ ਸੀ ਮੈਂ ਜੱਜ ਜਿਹੜਾ ਤੁਸੀਂ ਜਦੋਂ ਫੈਸਲਾ ਕਰ ਕੀਤਾ ਦਿੱਤਾ ਉਹਦੇ ਬਾਅਦ ਮੈਂ ਉਹ ਜੱਜੀ ਫੈਸਲਾ ਖਤਮ ਹੋ ਮੈਂ ਕਹਿ ਰਿਹਾ ਨਾ। ਅਗਰ ਤੇ ਉਹ ਤੁਸੀਂ ਫੈਸਲਾ ਮੈਨੂੰ ਅੱਜ ਗਲਤ ਵੀ ਹੈ ਜੱਜ ਮੰਨਦੇ ਹੋ ਤੇ 1 ਲੱਖ ਰੁਪਏ ਦੇ ਦਿਓ ਤੇ ਫਿਰ ਗੱਲ ਕਰਾਂਗੇ। ਵੇਖੋ ਅਖੀਰ ਕਰ ਛੜਿਆ ਦੋਹਾਂ ਦੇ ਯਾਰ ਜੱਟ ਇੱਕ ਮਿੰਟ ਖਮੋਸ਼ ਹੁੰਦੇ ਹੋ ਕਿ ਨਹੀਂ? ਸਾਰੇ ਐਵੇਂ ਬੋਲਣ ਲੱਗ ਪੈਂਦੇ, ਮੇਰੇ ਤਾਂ ਯਕੀਨ ਨਹੀਂ ਜਿਆ। ਇਹ ਮੇਰੇ- ਤਾਰਕ ਭਾਈ ਵੇਖੋ ਹੁਜਤਬਾਜ਼ੀ ਨਹੀਂ ਕਰਨੀ, ਹੁਜਤਬਾਜ਼ੀ ਨਹੀਂ ਕਰਨੀ। ਗੱਲ ਇਹ ਵੇ ਕਿ ਤੁਸੀਂ ਉਹਦਾ ਸਬੂਤ ਦਿਵੋ ਸਾਨੂੰ ਕਿ ਉਹ ਜਿਹੜਾ ਤੁਸੀਂ ਕਿਹਾ ਹੈ ਕਿ ਮੁਤਾਲਬਾ ਨਹੀਂ ਪੂਰਾ ਹੋਇਆ, ਉਹਦਾ ਸਬੂਤ ਵੀ ਤਾਂ ਤੁਸੀਂ ਦੇਣਾ ਨਾ ਕਿ ਉਹਦਾ ਸਬੂਤ ਨਹੀਂ ਜੇ ਦੇਣਾ। ਮੈਨੂੰ ਮਿਊਟ ਕਰ ਰਿਹਾ। ਕੋਈ ਨਾ ਮਿਊਟ ਕਰੇ ਯਾਰ। ਮਿਰਜ਼ਾਈ ਦੀਆਂ ਲੱਤਾਂ ਤੋੜੋ। ਟੀਸੀ ਨੂੰ ਕੋਈ ਮਿਊਟ ਗੱਲ ਮੈਂ ਕਰ ਰਿਹਾ ਤੇ ਐਵੇਂ ਖਾਮ ਕੋਈ ਪੰਗਾ ਲੈ ਰਿਹਾ ਵਿੱਚ। ਦੱਸੋ ਤਾਰਕ ਸਾਹਿਬ ਉਹਦਾ ਸਬੂਤ ਕੀ ਹੈ ਹਾਂਜੀ। ਕਿ ਉਹ ਜ਼ਰਦ ਰੰਗ ਦੋ ਅਲਾਦਾ ਰੰਗ ਉਹ ਸਬੂਤ ਮੈਂ ਉਹਨੂੰ ਦੇਣਾ ਹੈ ਜਿਹੜਾ ਮੁੱਦਾ ਹੀ ਹੈ, ਉਹਨੂੰ ਸਬੂਤ ਦੇਣਾ ਮੈਂ। ਕਿਹਨੂੰ ਸਬੂਤ ਦੇਣਾ ਜੇ? ਬਈ ਸਬੂਤ ਤੁਸੀਂ ਦੇਣਾ ਹਾਂ, ਮੈਨੂੰ, ਸਬੂਤ- ਫੈਸਲਾ ਮੈਂ ਕਰਨਾ। ਠੀਕ ਹੈ ਮੈਂ ਸਬੂਤ ਦੇਣਾ ਵਾ ਕਿ ਉਹ ਜੱਜ ਜ਼ਰਦ ਨਹੀਂ ਰੰਗ ਸਬੂਤ ਜਿਹੜਾ ਸੀ ਦਿੰਦਾ ਉਹ ਹੁੰਦਾ, ਇੱਕੋ ਹੀ ਹੈ। ਵਕੀਲ ਸਬੂਤ ਦੇ ਦਿੰਦਾ ਹੈ, ਜੱਜ ਨੇ ਮੁੱਦਾ ਹੀ ਸਬੂਤ ਦਿੰਦਾ ਹੈ। ਜੱਜ ਨੇ ਸਬੂਤ ਦਿੰਦਾ ਹੁੰਦਾ, ਕਿੰਨੇ ਸਬੂਤ ਨਹੀਂ। ਦੇਣਾ? ਜੱਜ ਨੇ ਇੱਕ ਜੱਜ ਨੇ ਫੈਸਲਾ ਸਬੂਤ ਨਹੀਂ ਕੀਤਾ ਨਾ। ਦਿੰਦਾ। ਜੱਜ ਨੇ ਇੱਕ ਫੈਸਲਾ ਕੀਤਾ ਕਿ ਉਹ ਜ਼ਰਦ ਰੰਗ ਜਿਹੜੇ ਨੇ ਦੋਵੇਂ ਇੱਕ ਨਹੀਂ। ਹਾਂ, ਕਿਹੜੀ ਬੁਨਿਆਦ ਤੇ ਜੱਜ ਨੇ ਕੀਤਾ ਫੈਸਲਾ ਹਜੇ? ਕਰ ਦਿੱਤਾ ਹੈ। ਕਿਹੜੇ ਉਹ ਸਬੂਤ ਦੀ ਫੈਸਲਾ ਬੁਨਿਆਦ ਤੇ ਤੁਸੀਂ ਕੀਤਾ ਹਜੇ ਉਹ ਕਰੋ। ਦੋਵੇਂ ਇੱਕ ਨਹੀਂ? 1 ਲੱਖ ਰੁਪਇਆ ਦਿਓ ਫਿਰ ਨਵਾਂ ਉਹ ਕੈਸ ਦੇਣੇ 1 ਲੱਖ ਨਵਾਂ ਫੈਸਲਾ ਵੀ ਦੇਣੇ ਆ। ਤੁਸੀਂ ਲੱਖ ਰੁਪਏ ਤੇ ਚੱਲਦੇ ਹੋ, ਉਹ 2 ਲੱਖ ਤੁਸਾਂ ਦੇਣਾ ਹੈ, ਉਹਨਾਂ ਦਾ ਵੀ ਤੇ ਸਾਡਾ ਵੀ। ਚਲੋ ਕੀ ਠੀਕ ਹੈ, ਮਤਲਬ ਹੈ? ਤੇ ਅੱਛਾ ਤੇਰੇ ਕੋਲ ਲੈ ਕੇ ਬਹਾਵਾਂਗੇ, ਕੀ ਮਤਲਬ ਹੱਸਣਾ ਹੈ? ਅਗਰ ਤੂੰ ਗਲਤ ਫੈਸਲਾ ਕੀਤਾ ਲੈ ਲੈ ਤੇ ਲਾਂਗੇ ਨਾ ਇੱਥੇ ਹੀ। ਇੱਕ ਮਿੰਟ ਖਲੋ ਜਾ। ਇੱਕ ਮਿੰਟ ਸਾਰੇ ਜਣੇ ਖਮੋਸ਼ ਰਹਿਣ, ਸਾਰੇ ਜਣੇ ਖਮੋਸ਼ ਰਹਿਣ, ਸਾਰੇ ਜਣੇ ਖਮੋਸ਼ ਰਹਿਣ। ਫਿਟੇ ਮੂੰਹ ਮਿਰਜ਼ਾਈਓ ਤੁਹਾਡੇ ਤੇ। ਹਾਂ ਫਿੱਟੇ ਮੂੰਹ ਉਹਦੇ ਤੇ ਜਿੰਨੇ ਕੁਰਾਨ ਹਦੀਸ ਚੁੱਕ ਕੇ ਝੂਠਾ ਫੈਸਲਾ ਕੀਤਾ ਹੈ। ਫਿੱਟੇ ਮੂੰਹ ਉਹਦੇ ਤੇ ਜਿੰਨੇ ਕੁਰਾਨ ਹਦੀਸ ਚੁੱਕ ਕੇ ਤੇ ਝੂਠਾ ਫੈਸਲਾ ਕੀਤਾ ਹੈ। ਫਿੱਟੇ ਮੂੰਹ ਉਹਦੇ ਤੇ ਜਿਹਦੇ ਕੋਲ ਸਬੂਤ ਨਹੀਂ ਹੈ। ਤੂੰ ਆਪਣੇ ਪਿਓ ਦਾ ਬਣ, ਤੂੰ ਜੱਜਾਂ ਵਾਲੀ ਕੁਰਸੀ ਤੇ ਤੈਨੂੰ ਬਿਠਾਇਆ, ਤੈਨੂੰ ਇੱਜ਼ਤ ਦਿੱਤੀ ਏ, ਤੂੰ ਪਿਓ ਦਾ ਬਣ ਦਾ ਸਬੂਤ ਦੇ ਕੇ ਦੋਵੇਂ ਜ਼ਰਦ ਰੰਗ ਲਾਦਾ ਨੇ। ਸਬੂਤ ਤੇਰੀ ਮਾਂ ਨੇ ਦੇਣਾ। ਟੀਸੀ ਤੇਰਾ ਤਾਰਕ ਸਾਹਿਬ ਯਾਰ ਤਾਰ ਭਾਈ ਇੱਕ ਮਿੰਟ ਖਮੋਸ਼। ਤਾਰਕ ਸਾਹਿਬ ਗੱਲ ਇਹ ਵੇ ਕਿ ਤੁਸੀਂ ਇਹ ਸਾਬਤ ਕਰਨਾ ਹੈ ਕਿਉਂਕਿ ਤੁਸੀਂ ਉਸ ਬੁਨਿਆਦ ਉੱਤੇ ਫੈਸਲਾ ਕੀਤਾ ਹੈ ਕਿ ਇਹ ਦੋ ਜ਼ਰਦ ਰੰਗ ਜਿਹੜੇ ਨੇ ਲੈ ਜਾ ਰੱਖ ਇੱਕ ਜਿਹੜਾ ਦੂਜੇ ਨਾਲ ਮੁਖਤਲਿਫ ਨੇ। ਉਹ ਤੁਸੀਂ ਸਾਬਤ ਕਰਨਾ ਹੈ ਸਾਨੂੰ। ਅਗਰ ਤੁਸੀਂ ਉਹ ਸਾਬਤ ਨਹੀਂ ਕਰ ਸਕਦੇ, ਮਿਊਟ ਨਾ ਕਰੋ। ਅਗਰ ਤੁਸੀਂ ਸਾਬਤ ਨਹੀਂ ਕਰ ਸਕਦੇ ਤੇ ਉਹ ਪੈਸੇ ਬੁਆਦੇ ਤੁਸੀਂ ਦੇਣੇ ਨੇ ਕਿਉਂਕਿ ਤੁਸੀਂ ਗਲਤ ਫੈਸਲਾ ਕੀਤਾ ਹੈ। ਤੇ ਗਲਤ ਫੈਸਲਾ ਤੁਸੀਂ ਕੁਰਾਨ ਹਦੀਸ ਚੁੱਕ ਕੇ ਕੀਤਾ। ਫੈਸਲਾ ਕੁਰਾਨ ਹਦੀਸ ਦੀ ਬੁਨਿਆਦ ਤੇ ਕੀਤਾ ਜੇ? ਕੁਰਾਨ ਚੁੱਕ ਕੇ ਕੀਤਾ ਜੇ ਜਾਂ ਨਹੀਂ? ਬਿਲਕੁਲ ਕੁਰਾਨ ਚੁੱਕ ਕੇ ਤੁਸੀਂ ਉਹ ਜਿਹੜਾ ਫੈਸਲਾ ਉਹ ਗਲਤ ਕੀਤਾ ਤੇ ਉਹਦੇ ਪੈਸੇ ਕਿੰਨੇ ਦੇਣੇ ਨੇ? ਸਹੀ ਕੀਤਾ ਹੈ ਆਪਣੇ ਜ਼ਮੀਰ। ਚਲੋ ਸਬੂਤ ਦਵੋ ਤੁਸੀਂ ਜ਼ਰਦ ਰੰਗਾਂ ਦਾ ਸਬੂਤ ਦਵੋ ਕਿ ਜ਼ਰਦ ਰੰਗ ਜਿਹੜੇ ਨੇ ਲੈਦਾ ਦੇਣਾ ਹੁੰਦਾ ਸਬੂਤ। ਉਹ ਸਬੂਤ ਤੇ ਦੇਣਾ ਜੇ ਨਾ ਕਿ ਤੁਸੀਂ ਦਰੁਸਤ ਫੈਸਲਾ ਕੀਤਾ। ਤੁਸੀਂ ਇਹ ਕਿਹਾ ਨਾ ਕਿ ਦੋ ਜ਼ਰਦ ਰੰਗ ਇੱਕ ਨਹੀਂ। ਕੋਈ ਸਬੂਤ ਜੱਜ ਦੇ ਦਿੰਦਾ ਹੈ, ਸਬੂਤ ਜੱਜ ਕਿੰਨੇ ਦੇਣਾ? ਸਬੂਤ ਨੂੰ ਵੇਖ ਕੇ ਫੈਸਲਾ। ਜਿੰਨੇ ਜੱਜ ਨੇ ਫੈਸਲਾ ਦਿੱਤਾ ਹੈ ਉਹ ਕਿਹੜੀ ਬੁਨਿਆਦ ਤੇ ਦਿੱਤਾ ਦੱਸਣਾ ਨਹੀਂ ਸੀ ਤੁਹਾਨੂੰ? ਮੈਂ ਦੱਸ ਦਿੱਤਾ ਸੀ। ਹਾਂ ਦੱਸੋ ਕਿਹੜੀ ਬੁਨਿਆਦ ਤੇ? ਕਿਹੜੀ ਬੁਨਿਆਦ ਤੇ? ਹਾਂ ਦੱਸੋ ਜੀ ਉਹ ਕਿਹੜੀ ਬੁਨਿਆਦ ਸੀ? ਦੋਵੇਂ ਜ਼ਰਦ ਰੰਗ ਲੈਦਾ ਨੇ।
फैसला सुन लो जाके। ਸੁਣ ਲਿਆ ਹੈ। ਦੋ ਜ਼ਰਦ ਰੰਗ ਤੁਸੀਂ ਕਿਹਾ ਜੀ ਮੁਸਲਮ ਵਾਲਾ ਜ਼ਰਦ ਰੰਗ ਮੁਤਾਲਬਾ ਮੁਸਲਮ ਵਾਲੇ ਜ਼ਰਦ ਰੰਗ ਦਾ ਸੀ फैसला मैं दे दिता सी। ਮੁਖਾਇਆ ਮਿਸ਼ਕਾਤ ਚ ਗਿਆ बुनियादी ਭਾਈ ਹੁਣ ਸੁਣ ਤੇ ਲਓ ਨਾ ਸੁਣੋ ਤੁਸੀਂ ਕਿਹਾ ਹੈ ਕਿ ਸੁਣਾਈਆਂ ਨੇ। ਇੱਕ ਮਿੰਟ ਤਾਰਕ ਭਾਈ ਤੁਸੀਂ ਕਿਹਾ ਹੈ ਕਿ ਮੁਸਲਮ ਵਾਲਾ ਜ਼ਰਦ ਰੰਗ ਤੇ ਮਿਸ਼ਕਾਤ ਚ ਜਿਹੜਾ ਜ਼ਰਦ ਰੰਗ ਨੇ ਦੋ ਅਲੱਗ ਰੰਗ ਨੇ ਇਹ ਵੀ ਗੱਲ ਹੈ ਔਰ ਮੁਤਾਲਬਾ ਪੂਰਾ ਨਹੀਂ ਹੋਇਆ ਠੀਕ ਹੈ ਨਾ ਅਸੀਂ ਇਲਮੀ ਗੁਫ਼ਤਗੂ ਨਹੀਂ ਕੀਤੀ ਇਹ ਫਿਰ ਫੈਸਲਾ ਕਿਉਂ ਕੀਤਾ ਉਹ ਜ਼ਰਦ ਰੰਗ ਲੈਦਾ ਨੇ ਇਲਮੀ ਗੁਫ਼ਤਗੂ ਨਹੀਂ ਕੀਤੀ ਤਾਂ ਤੁਹਾਨੂੰ ਕਿਵੇਂ ਪਤਾ ਉਹ ਲੈਦਾ ਨੇ ਕਾਲੋ ਤੇਰੀ ਪੂੰਛ ਤੇ ਪੈਰ ਕਿਉਂ ਰੱਖ ਦਿੱਤਾ ਇੱਕਦਮ ਤੁਸੀਂ ਕਿਵੇਂ ਫਿਰ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਕੋਈ ਲੈਦਾ ਨੇ ਹੈ ਕੀ ਕਰਨਾ ਕੁਰਾਨ ਚੁੱਕਿਆ ਹੀ ਕੋਈ ਕੁਰਾਨ ਦਾ ਖੁਦਾ ਕੋਈ ਖੌਫ ਕਰਨਾ ਮਿਰਜ਼ਾਈ ਕੁਰਾਨ ਦਾ ਕੋਈ ਖੌਫ ਕਰ ਜੁੰਬੀ ਕੁਰਾਨ ਚੁੱਕਿਆ ਹੀ ਮੈਂ ਤੈਨੂੰ ਚੁਣਿਆ ਸੀ ਬਗੈਰ ਮਿਰਜ਼ਾਈ ਫੈਸਲਾ ਕੁਰਾਨ ਦਾ ਕੋਈ ਫੈਸਲਾ ਕਰ ਕੁਰਾਨ ਦਾ ਕੋਈ ਖੌਫ ਨਹੀਂ ਤੈਨੂੰ ਜ਼ਿਲਤ ਔਰ ਰਸਵਾਈ ਕੁਰਾਨ ਦਾ ਕੋਈ ਖੌਫ ਨਹੀਂ ਤੈਨੂੰ ਕੁਰਾਨ ਦਾ ਕੋਈ ਖੌਫ ਨਹੀਂ ਲੱਖ ਰੁਪਇਆ ਅਦਾ ਕਰੋ ਇਹ 2 ਲੱਖ ਤੂੰ ਦੇਂਗਾ ਸਾਡਾ ਲੱਖ ਰੁਪਇਆ ਕੱਢ ਤੇ ਉਹਨਾਂ ਦਾ ਵੀ ਲੱਖ ਦੇ ਲੱਖ ਰੁਪਇਆ ਦਾ ਫੈਸਲਾ ਹਾਂ ਤੂੰ ਫੈਸਲਾ ਕੀਤਾ ਤੇਰਾ ਫੈਸਲਾ ਦਰੁਸਤ ਨਹੀਂ ਕੋਈ ਸਬੂਤ ਨਹੀਂ ਜਾਂ ਦੇ ਸਬੂਤ ਹੁੰਦਾ ਹੈ ਨਾ ਜੱਜ ਨੇ ਵੀ ਜੀ ਮਾਨੀ ਇੱਕ ਮਿੰਟ ਗੱਲ ਕਰ ਲੈ ਕਰੋ ਦੇਖੋ ਜਨਾਬ ਗੱਲ ਹੁੰਦੀ ਹੈ ਜਿਹੜੇ ਜੱਜ ਫੈਸਲਾ ਕਰਦਾ ਤਾਂ ਫੈਸਲੇ 'ਚ ਲਿਖਦਾ ਕਿੰਨ ਸ਼ਵਾਹਦ ਤੇ ਉਹਨੇ ਸਜ਼ਾ ਦਿੱਤੀ ਹੈ ਹਾਂ ਤੇ ਉਹ ਫੈਸਲਾ ਸ਼ਵਾਹਦ ਸੁਣ ਲਓ ਪੇਸ਼ ਮੇਰਾ ਕਰਦਾ ਹੈ। ਸ਼ਾਇਦ ਪੇਸ਼ ਫੈਸਲਾ ਕੀਤਾ ਸੁਣੋ। ਜੇ ਹਾਂਜੀ ਕੀ ਫੈਸਲਾ ਪੇਸ਼ ਕੀਤਾ ਸੁਣੋ ਜੇ ਉਹ ਦੋ ਜ਼ਰਦ ਰੰਗ ਜਿਹੜਾ ਪਿੱਟਦਾ ਪਿਆ ਉਹ ਪੇਸ਼ ਕੀਤਾ ਜੇ ਹਾਂ ਫੈਸਲਾ ਸੁਣੋ ਤੁਹਾਨੂੰ ਪਤਾ ਚੱਲ ਜਾਏਗਾ ਦੋ ਜ਼ਰਦ ਰੰਗ ਜਿਹੜੇ ਨੇ ਉਹ ਲੈਦਾ ਨਹੀਂ ਉਹ ਸਾਬਤ ਕਰੋ ਨਾ ਕਿ ਲੈਦਾ ਨਹੀਂ ਹੁਣ ਮੈਨੂੰ ਹਾਂ ਇੱਕ ਤੇ ਇਹ ਮਿੰਟ ਤੇ ਗੱਲ ਨਵੀਆਂ ਕਹਾਣੀਆਂ ਤੁਸੀਂ ਸੁਣਾ ਰਹੇ ਹੋ ਨਾ ਨਵੀਆਂ ਕਹਾਣੀਆਂ ਨੇ। ਮੈਂ ਤੁਹਾਨੂੰ ਦੱਸਣਾ ਜਿਹੜੇ ਜੱਜ ਸਾਹਿਬ ਕਿ ਤੂੰ ਖੁਰਾਕ ਲੈ ਕੇ ਨੇ ਅਸਕਾਨੀ ਸਾਹਿਬ ਕੋਲ ਬੈਠੇ ਸਨ ਹਾਂ ਤੁਸੀਂ ਉਹਦੇ ਕੋਲ ਬੈਠੇ ਹੋ ਜਦੋਂ ਇਹ ਫੈਸਲਾ ਹੋਇਆ ਸੀ ਕਿ ਜਿੰਨੀ ਦੇਰ ਤੱਕ ਮਾਨੇ ਹੁਣ ਵੱਡੇ ਨੱਕ ਵਾਲਾ ਦੱਸੇਗਾ ਹੁਣ ਕੁਝ ਅੱਛਾ ਕੋਈ ਗੱਲ ਨਹੀਂ ਮੈਂ ਤਾਂ ਬਰਦਾਸ਼ਤ ਪਿਆ ਕਰਨਾ ਕੈਸੇ ਮਾਨੀ ਨਹੀਂ ਤੇ ਤੂੰ ਇਥੋਂ ਨਸਿਆ ਵੱਡੇ ਨੱਕ ਵਾਲਾ ਮਰਜ਼ਾਈ ਦੱਸੇਗਾ ਅਸਲ ਆ ਜੱਟ ਇੱਕ ਮਿੰਟ ਖਲੋ ਉਹ ਜਿਹੜਾ ਕੰਮ ਕਰਕੇ ਨਸਣਾ ਚਾਹੁੰਦਾ ਕਿਉਂ ਕਰਵਾਉਂਦੇ ਪਿਓ ਹਾਂ ਮੈਂ ਨਹੀਂ ਕਿਤੇ ਤੁਸੀਂ ਮੈਨੂੰ ਥੱਲੇ ਲਾਣਾ ਮੈਂ ਨਹੀਂ ਨੱਚਦਾ ਲੱਗਿਆ ਨੱਕ ਗਿਣਨ ਨਹੀਂ ਲੱਗੇ ਸਾਡੇ ਚੋਂ ਨਹੀਂ ਲਾਣ ਲੱਗਾ ਮੇਰੇ ਕੋਲ ਬੜੇ ਸੋਹਣੇ ਜਵਾਬ ਨੇ ਪਰ ਮੈਂ ਨਹੀਂ ਚਾਹੁੰਦਾ सारी उम्र बैठ के ऐसे गाना काटते हो उसको कहते हो मोहब्बत सबके लिए फिटे मुंह मरजाई ਕਸਮ ਖਾ ਕੇ ਤੁਸੀਂ ਅਸਕਾਨੀ ਕੋਲ ਨਹੀਂ ਸਬਕ ਲਿਆ मुखन्नस हो सारे दे सारे ਤੁਸੀਂ ਕਸਮ ਚੋਕਾ ਤਾਰਕ ਚੌਹਾਨ ਕੇ ਤੂੰ ਅਸਕਾਨੀ ਕੋਲ ਸਬਕ ਉਹ ਨਹੀਂ ਲਿਆ ਤੇਰੇ ਵੱਡੇ ਨੱਕ ਵਾਲੇ ਦੇ ਅੱਗੇ ਮੈਂ ਕਿਉਂ ਕਸਮ ਚੁੱਕਾਂ ਚਲੋ ਤਾਰਕ ਸਾਹਿਬ ਇੱਕ ਮਿੰਟ ਲਾਲਾ ਤਾਰਕ ਸਾਹਿਬ ਤਕੇ ਔਕਾਤ ਜੀ ਤੁਹਾਡੀ ਚਲੋ ਕੋਈ ਗੱਲ ਨਹੀਂ ਸਾਡੀ ਔਕਾਤ ਜਿਹੜੀ ਵੀ ਆ ਅਸਾਂ ਵੇਖੋ ਤੁਹਾਨੂੰ ਕਿੰਨੀ ਇੱਜ਼ਤ ਦਿੱਤੀ ਹੈ ਹਾਂ ਕਿਹੜੀ ਇੱਜ਼ਤ ਦਿੱਤੀ ਹੈ ਮੇਰੀ ਲਾ ਕੇ ਇੱਥੇ ਗਾਲਾਂ ਕੱਢ ਰਹੇ ਮਾਂ ਭੈਣ ਦੀਆਂ ਯਾਰ ਇੱਕ ਮਿੰਟ ਤਾਰਕ ਭਾਈ ਜੀ ਮੈਨੂੰ ਖੁਦ ਹੀ ਜੱਜ ਬਣਾਇਆ ਤੇ ਮੈਨੂੰ ਗਾਲਾਂ ਕੱਢ ਰਹੇ ਉੱਥੇ ਬਿਠਾ ਠੀਕ ਹੈ ਨਾ ਸੁਣੋ ਤੁਸੀਂ ਫਿਟੇ ਮੂੰਹ ਤੁਹਾਡਾ ਤੁਹਾਡੇ ਇਨਸਾਫ ਦਾ ਚਲੋ ਇਨਸਾਫ ਕਰਨੇ ਨਾ ਤੁਸੀਂ ਵੀ ਇਨਸਾਫ ਕਰੋ ਵੇਖੋ ਤਾਰਕ ਭਾਈ ਤੁਸੀਂ ਇੱਕ ਕੀਤਾ ਮੈਂ ਚਲੋ ਸੁਣੋ ਤਾਂ ਸਹੀ ਨਾ ਹਾਂ ਅੱਲਾਹ ਤਾਲਾ ਅੱਗੇ ਜਵਾਬ ਦੇਵੋ ਤੇ ਸਾਡੇ ਅੱਗੇ ਵੀ ਜਵਾਬ ਦੇਵੋ ਨਾ ਜਵਾਬ ਦੇ ਨਹੀਂ ਆ ਮੈਂ ਕਿਉਂ ਇਹ ਕਿੱਥੇ ਸ਼ੱਕ ਅੱਲਾਹ ਦੇ ਅੱਗੇ ਜਵਾਬ ਦੇ ਹੁੰਦਾ ਗਲਤ ਤੁਸੀਂ ਜਿਸ ਬੁਨਿਆਦ ਯਾਰ ਤਾਰ ਭਾਈ ਕਿਉਂ ਨਹੀਂ ਤੁਸੀਂ ਸਾਰੇ ਖਮੋਸ਼ ਹੁੰਦੇ ਯਾਰ ਹਰ ਬੰਦੇ ਨੂੰ ਬੋਲਣਾ ਮਿਰਜ਼ਾਈਆਂ ਦੀ ਪੂਛਲ ਤੇ ਪੈਰ ਆਇਆ ਨਾ ਖਮੋਸ਼ ਨਹੀਂ ਰਹਿ ਸਕਦਾ ਤੇਰੀ ਵੀ ਪੂਛਲ ਤੇ ਪੈਰ ਰੱਖਨੇ ਆ ਤਾਰਕ ਸਾਹਿਬ ਰੱਖ ਲੈ ਕਾਲੋਂ ਮਿਰਜ਼ਾਈ ਇਹ ਤੇਰੀ ਔਕਾਤ ਹੈ ਹਾਂ ਦੱਸਨੇ ਆ ਤੁਹਾਡੀ ਔਕਾਤ ਤੁਸੀਂ ਕੁਰਾਨ ਚੁੱਕਿਆ ਤੁਸੀਂ ਕਿਹਾ ਕਿ ਮੈਂ ਕੁਰਾਨ ਈਮਾਨ ਨੂੰ ਹਾਜ਼ਰ ਨਾਜ਼ਰ ਰੱਖ ਕੇ ਤੇ ਇਨਸਾਫ ਦਾ ਫੈਸਲਾ ਕਰਾਂਗਾ ਠੀਕ ਹੈ ਇਨਸਾਫ ਦਾ ਤਕਾਜ਼ਾ ਹੈ ਕਿ ਜਿਹੜੇ ਜ਼ਰਦ ਰੰਗ ਦੀ ਤੁਸੀਂ ਤਖਸੀਸ ਕੀਤੀ ਹੈ ਤੁਸੀਂ ਕਿਹਾ ਕਿ ਮੁਸਲਮ ਵਾਲਾ ਜ਼ਰਦ ਰੰਗ ਔਰ ਮੁਸ਼ਕਾਤ ਚ ਜਿਹੜੇ ਜ਼ਰਦ ਰੰਗ ਦੀ ਮਮਾਨਤ ਆਈ ਹੈ ਦੋਵੇਂ ਇੱਕ ਰੰਗ ਨਹੀਂ ਇਹਦਾ ਸਬੂਤ ਹਾਂ ਮੈਂ ਕਿੱਥੇ ਕਿਹਾ ਹੈਗਾ ਮੈਂ ਸਿਰਫ ਇਹ ਜਿਹੜਾ ਉਹਦਾ ਮੁਤਾਲਬਾ ਸੀ ਉਹ ਪੂਰਾ ਨਹੀਂ ਹੋਇਆ ਹਾਂ ਤੇ ਮੁਤਾਲਬਾ ਤਾਂ ਫਿਰ ਪੂਰਾ ਹੋ ਗਿਆ ਜੇ ਇੱਕੋ ਹੀ ਰੰਗ ਨੇ ਨਹੀਂ ਨਾ ਹੋਇਆ ਮੁਤਾਲਬਾ ਹਾਂ ਜੇ ਦੋਵੇਂ ਰੰਗ ਇੱਕੋ ਹੀ ਨੇ ਮੁਸਲਮ ਵਾਲਾ ਤੇ ਮੁਸ਼ਕਾਤ ਵਾਲਾ ਇੱਕੋ ਹੀ ਨੇ ਤੇ ਮੁਤਾਲਬਾ ਤੇ ਪੂਰਾ ਹੋ ਗਿਆ ਦੋਵੇਂ ਜ਼ਰਦ ਨੇ ਤੇ ਅਗਰ ਉਹ ਜ਼ਰਦ ਨਹੀਂ ਤੇ ਉਹ ਸਬੂਤ ਦਵੋ ਮੁਤਾਲਬਾ ਪੂਰਾ ਨਹੀਂ ਹੋਇਆ ਔਰ ਮੈਂ ਫੈਸਲਾ ਕਰ ਦਿੱਤਾ ਸੀ ਫੈਸਲਾ ਨਹੀਂ ਨਾ ਫੈਸਲਾ ਇਹ ਕਿਹਾ ਫੈਸਲਾ ਤੁਸੀਂ ਖੁਦ ਕਿਹਾ ਕਿ ਮੈਂ ਰਿਵਿਊ ਕਰਾਂਗਾ ਬਦਲ ਨਹੀਂ ਸਕਦਾ ਨਾ ਨਵਾਂ ਨਾ ਮੁਕੱਦਮਾ ਤੁਸੀਂ ਕਰੋ ਖੁਦ ਕਿਹਾ ਮੈਂ ਰਿਵਿਊ ਕਰਾਂਗਾ ਨਵਾਂ ਮੁਕੱਦਮਾ ਨਹੀਂ ਕਰਾਂਗੇ ਇਸੇ ਮੁਕੱਦਮੇ ਹਾਂ ਤਾਂ ਰਿਵਿਊ ਕਰੋ ਤੁਸੀਂ ਲੱਖ ਵੀ ਦੇਣੇ ਆ ਤੁਸੀਂ ਉਹ ਲੱਖ ਦੇਣਾ ਤਾਰਕ ਭਾਈ ਉਹ ਲੱਖ ਤੁਸੀਂ ਦੇਣਾ ਫੈਸਲਾ ਗਲਤ ਕਿਹਨੇ ਕੀਤਾ ਫੈਸਲਾ ਗਲਤ ਕਿਹਨੇ ਕੀਤਾ ਫੈਸਲਾ ਕਿਹਨੇ ਗਲਤ ਕੀਤਾ ਸੱਟ ਤੁਹਾਡੇ ਵੱਜੇਗੀ ਹੁਣ ਨਾ ਮੈਂ ਤਾਂ ਬਿਲਕੁਲ ਸਹੀ ਕੀਤਾ ਸਹੀ ਕੀਤਾ ਤਾਂ ਸਬੂਤ ਦਵੋ ਤੁਸੀਂ ਇਸ ਬੁਨਿਆਦ ਤੇ ਕਿਹਾ ਨਾ ਕਿ ਦੋਵੇਂ ਜ਼ਰਦ ਰੰਗ ਇੱਕ ਨਹੀਂ ਮਿਰਜ਼ਾਈਓ ਸਬੂਤ ਹੋਰ ਜੱਜ ਕੋਲੋਂ ਹੀ ਲੈਣਾ ਹੈ ਜੱਜ ਨੇ ਜਿਹੜੀ ਬੁਨਿਆਦ ਦੇ ਉੱਤੇ ਫੈਸਲਾ ਦਿੱਤਾ ਜੱਜ ਦੱਸਣਾ ਨਹੀਂ
ਜੱਜ ਸਾਹਿਬ ਇਹ ਕਹਿੰਦੇ ਨੇ ਕਿ ਮੁਤਾਲਬਾ ਪੂਰਾ ਨਹੀਂ ਹੋਇਆ ਜ਼ਰਦ ਰੰਗ ਵਾਲਾ, ਤੂੰ ਜ਼ਰਦ ਰੰਗ ਬਹਾਣਾ ਸੀ। ਬਈ ਜ਼ਰਦ ਰੰਗ ਅਗਰ ਉਹ ਲਹਿਦਾ ਨੇ ਤਾਂ ਸਾਬਤ ਕਰੋ ਸਾਬਤ। ਉਹ ਕਿੰਨੇ ਸਾਬਤ ਕਰਨੇ ਨੇ? ਪਰ ਅਗਰ ਤੁਹਾਨੂੰ ਨਹੀਂ ਸੀ ਪਤਾ ਕਿ ਉਹ ਜ਼ਰਦ ਰੰਗ ਇੱਕ ਜਾਂ ਦੋ ਨੇ ਤਾਂ ਤੁਸੀਂ ਫੈਸਲਾ ਕਿਉਂ ਕੀਤਾ? ਔਰ ਉਹ ਅਗਰ ਤੁਸੀਂ ਫੈਸਲਾ ਦਿੱਤਾ ਹੈ ਤਾਰਕ ਭਾਈ ਤੇ ਉਹਦੇ ਜ਼ਿੰਮੇਦਾਰ ਤੁਸੀਂ ਹੋ ਗਲਤ ਫੈਸਲੇ ਦੇ। ਉਹਨਾਂ ਦਾ ਲੱਖ ਵੀ ਤੇ ਸਾਡਾ ਲੱਖ ਵੀ ਤੁਸੀਂ ਦੇਣਾ। ਗਲਤ ਫੈਸਲਾ ਤੁਸੀਂ ਦਿੱਤਾ ਨਾ। ਕੁਰਾਨ ਈਮਾਨ ਨੂੰ ਨਾ ਹਾਜ਼ਰ ਨਾਜ਼ਰ ਤੁਸੀਂ ਰੱਖਿਆ। ਹੁਣ ਕੁਰਾਨ ਈਮਾਨ ਦੀ ਬੁਨਿਆਦ ਦੇ ਉੱਤੇ ਜਿਹੜਾ ਗਲਤ ਫੈਸਲਾ ਹੋਇਆ ਉਹਦਾ ਲੱਖ ਉਹਨਾਂ ਨੂੰ ਵੀ ਦਵੋ, ਸਾਨੂੰ ਵੀ ਦਵੋ, ਕਿਉਂਕਿ ਫੈਸਲਾ ਤੁਹਾਡੇ ਕੋਲ ਗਲਤ ਹੋਇਆ। ਅਗਰ ਤੁਸੀਂ ਕਹਿੰਦੇ ਹੋ ਕਿ ਫੈਸਲਾ ਗਲਤ ਨਹੀਂ ਹੋਇਆ ਤਾਂ ਉਹਦਾ ਸਬੂਤ ਦਵੋ ਨਾ ਤਾਰਕ ਭਾਈ। ਇੱਥੇ ਸਾਬਤ ਕਰੋ ਕਿ ਜਿਹੜਾ ਮੁਸਲਮ ਵਾਲਾ ਜ਼ਰਦ ਰੰਗ ਹੈ ਔਰ ਮਿਸ਼ਕਾਤ ਸ਼ਰੀਫ ਦੇ ਵਿੱਚ ਜਿਹੜੇ ਜ਼ਰਦ ਰੰਗ ਦੀ ਮਮਾਨਤ ਆਈ ਉਹ ਦੋਵੇਂ ਲਾਦਾ ਨੇ, ਉਹ ਇੱਕ ਨਹੀਂ। कैसी बेअकली है ਤੁਹਾਡੀ? ਜੈਸੀ ਤੁਹਾਡੀ ਬੇਅਕਲੀ ਹੈ ਤਾਰਕ ਸਾਹਿਬ। ਉਹ 2 ਲੱਖ ਰੁਪਇਆ ਕਿਹਨੂੰ ਦੇਣਾ ਜੋ ਦੱਸੋ? ਕਿਸ ਟਾਈਮ ਸਾਡੇ ਪੈਸੇ ਭੇਜ ਰਹੇ ਹੋ? ਯਾਰ ਮੇਰੀ ਗੱਲ ਤੇ ਸੁਣ ਲੈ ਨਾ। ਪੈਸੇ ਕਿਸ ਟਾਈਮ ਭੇਜ ਰਹੇ ਹੋ? ਮੈਂ ਸਵੀਡਨ ਆਵਾਂ ਜਾਂ ਇੱਥੇ ਭੇਜ ਰਹੇ ਜਾਂ ਮੈਂ ਜੰਬਾ ਸਾਹਿਬ ਨੂੰ ਫੋਨ ਕਰਾਂ? ਵੀ ਰੋਵੇ ਘੱਟ ਹੈ ਅਕਲ ਤੁਹਾਡੀ ਤੇ ਰੋਵੇ। ਕਹਿ ਰਹੇ ਹੋ ਜੱਜ ਤੁਹਾਨੂੰ ਸਬੂਤ ਤੇ ਦੇਵੇ। ਜੱਜ ਨੇ ਦੇਣਾ ਨਹੀਂ, ਜੱਜ ਨੇ ਦੱਸਿਆ ਜਿਹੜੀ ਬੁਨਿਆਦ ਹੈ, ਜੱਜ ਨੇ ਸਬੂਤ ਨਹੀਂ ਦੇਣਾ। ਜੱਜ ਖੁਦਾ ਹੈ, ਜੱਜ ਖੁਦਾ ਹੈ। ਤੇਰੀ ਇੰਨੀ ਸ਼ੂਰ ਹੈ ਕਿ ਤੂੰ ਸਾਡਾ ਦੋਲੇ ਸਾਰੇ ਚੂਹੇ ਸਾਰੇ ਮਰਜਾਈ ਤੁਸੀਂ ਤੁਹਾਡੀ ਇੰਨੀ ਅਕਲ। ਤਾਰਕ ਸਾਹਿਬ 1 ਮਿੰਟ। ਜੱਜ ਸਾਹਿਬ ਦੱਸਣਾ ਚਾਹ ਰਿਹਾ ਯਾਰ। ਜੱਟ ਤੈਨੂੰ ਸਮਝ ਨਹੀਂ ਆਉਂਦੀ, ਉਹ ਮੇਰਾ ਨੱਕ ਪਿਆ ਪਾਉਂਦਾ ਉਹ ਵੱਡੇ ਨੱਕ ਵਾਲਾ ਦੋਲੇ ਸ਼ਾਹ ਦਾ ਚੂਹਾ ਬੋਲੇਗਾ। ਠੀਕ ਹੈ ਤਾਰਕ ਸਾਹਿਬ ਵੇਖੋ ਮੁਹਤਰਮ, ਅਸੀਂ ਤੁਹਾਡੀ ਬਾਇਜ਼ਤ ਹੋ, ਤੁਸੀਂ ਸਾਨੂੰ ਸਿਰਫ ਇਹ ਸਬੂਤ ਦਿਓ। ਮੈਂ ਤੁਹਾਡੀ ਕੋਈ ਇੱਜ਼ਤ ਤੁਹਾਡੇ ਨਜ਼ਰਾਂ 'ਚ ਮੇਰੀ ਕੋਈ ਇੱਜ਼ਤ ਨਹੀਂ। ਚਲੋ ਉਹ ਅੱਲਾ ਜਾਣਦਾ। ਤੁਹਾਡੀ ਉਹ ਮੈਂ ਦੇਖ ਲਈ ਹੈ ਜੋ ਤੁਸੀਂ ਆਪਣੇ ਜੱਜ ਨੂੰ ਬਣਾ ਕੇ ਉਹਦੀ ਇੱਜ਼ਤ ਅਫਜ਼ਾਈ ਕਰ ਰਹੇ। ਹਾਂਜੀ ਉਹ ਇਨਸ਼ਾਅੱਲਾ। यार जट साहब के मोहब्बत सब के लिए ठीक है। किस लानती ने ਤੁਹਾਨੂੰ ਇਹ ਦਿਖਾਇਆ ਹੈ ਸੁਣਾਇਆ ਹੈ? ਇਹ ਅੱਲਾ ਦੇ ਰਸੂਲ ਨੇ ਕਿਹਾ। ਅੱਲਾ ਦੇ ਰਸੂਲ ਨੇ ਕਿਹਾ ਨਾਸਰ ਭਾਈ सब के लिए। ਗਾਲਾਂ ਕੱਢ ਰਹੇ ਯਾਰ 1 ਮਿੰਟ ਯਾਰਾ ਸਾਰੇ ਖਾਮੋਸ਼ ਹੋਵੋ। ਤਾਰਕ ਸਾਹਿਬ ਬਕਵਾਸੀਆਤ ਨਹੀਂ ਕਰਨੀ ਜੰਬਾ ਸਾਹਿਬ ਵਾਲੀਆਂ। ਤੁਹਾਨੂੰ ਇਹ ਕਿਹਾ ਜੰਬਾ ਸਾਹਿਬ ਵਾਲੀ ਬਕਵਾਸੀਆਤ ਨਹੀਂ ਕਰਨੀ। ਉਹ ਜੰਬਾ ਸਾਹਿਬ ਲਾਨਤੀ ਨੇ ਨਾ, ਉਹਨਾਂ ਦੀ ਤਲੀਮ ਹੈ, ਉਹ ਸਾਨੂੰ ਪਤਾ ਹੈ। ਇਹ ਵਾਲਾ ਨਾਰਾ ਲਿਖਿਆ ਕਰੋ ਗਾਲੀਆਂ ਸਭ ਕੇ ਲਈ। ਤੁਸੀਂ ਕੁਰਾਨ ਚੁੱਕ ਕੇ ਨਾ ਇਨਸਾਫੀ ਕਰਦੇ, ਤੁਹਾਡੀ ਇਹ ਤਲੀਮ ਹੈ। ਬਹਿਨ ਦੀ ਗਾਲੀਆਂ ਤੁਸੀਂ ਕੁਰਾਨ ਚੁੱਕ ਕੇ ਨਾ ਇਨਸਾਫੀ ਕਰਦੇ ਹੋ, ਇਹ ਵੇ ਤੁਹਾਡੀ ਤਲੀਮ। ਤੁਸੀਂ ਕੁਰਾਨ ਚੁੱਕ ਕੇ ਨਾ ਇਨਸਾਫੀ ਕਰਦੇ ਹੋ, ਇਹ ਵੇ ਤਲੀਮ। ਮੈਂ ਤਾਂ ਕੋਈ ਨਾ ਇਨਸਾਫੀ ਨਹੀਂ ਕੀਤੀ। ਕੀ ਨਾ ਇਨਸਾਫੀ ਨਹੀਂ ਕੀਤੀ? ਫਿਰ ਸਬੂਤ ਦੇ। ਕਿਵੇਂ ਤੈਨੂੰ ਪਤਾ ਲੱਗਿਆ ਕਿ ਉਹ ਜ਼ਰਦ ਰੰਗ ਤੇ ਉਹ ਜ਼ਰਦ ਰੰਗ ਇੱਕ ਨਹੀਂ? ਦੋਲੇ ਸ਼ਾਹ ਦੇ ਚੂਹੇ ਦਾ ਸਬੂਤ ਤੇਰੇ ਪਿਓ ਨੇ ਦੇਣਾ। ਜੰਬੇ ਕੌਣ ਜਾ ਕੇ ਲਈ ਕਿ ਤੈਨੂੰ ਜ਼ਰਦ ਰੰਗ ਦਾ ਵਿਚਾਰਦਾ ਨਹੀਂ ਸੀ? ਜੰਬੇ ਦੇਣਾ ਜਿਸ ਤਰ੍ਹਾਂ ਬੇਸ਼ਰਮ ਜੰਬੇ ਬਸ ਇਹ ਤੈਨੂੰ ਤੇਰੇ ਜੰਬੇ ਨੇ ਤਲੀਮ ਦਿੱਤੀ ਹੈ ਤੇ ਕੁਰਾਨ ਚੁੱਕ ਕੇ ਝੂਠ ਬੋਲ। ਜਿਹੜਾ ਪੈਰਿਸ ਗਿਆ ਸੀ ਨੰਗੀ ਔਰਤ, ਇਹ ਜੰਬਾ ਸਾਹਿਬ ਨੇ ਤੁਹਾਨੂੰ ਤਲੀਮ ਦਿੱਤੀ ਹੈ ਤੇ ਕੁਰਾਨ ਚੁੱਕ ਕੇ ਜਿਹੜੀ ਝੂਠ ਬੋਲੋ। ਕੁਰਾਨ ਚੁੱਕ ਕੇ ਝੂਠ ਬੋਲਣ ਦਾ ਤੁਹਾਨੂੰ ਕਿਹਾ ਗਿਆ। ਵੇਖਣ ਕਰਨ ਗਿਆ ਸੀ ਇਸਲਾਹ ਸ਼ੁਰੂ ਕਰਨੀ ਸੀ ਉਹਨੇ। ਨੰਗੀ ਔਰਤਾਂ ਨੂੰ ਵੇਖ ਕੇ ਇਸਲਾਹ ਸ਼ੁਰੂ। ਮੈਨੂੰ ਮੋਡਰੇਟਰ ਬਣਾਓ ਤਾਹਰ ਭਾਈ, ਮੋਡਰੇਟਰ ਬਣਾਓ ਤਾਹਰ ਭਾਈ, ਮੋਡਰੇਟਰ ਬਣਾਓ। ਨੱਕ ਤੁਹਾਡੇ ਰਸਤੇ 'ਚ ਆ ਜਾਂਦਾ। ਤਾਹਰ ਭਾਈ ਮੋਡਰੇਟਰ ਬਣਾਓ 1 ਮਿੰਟ ਜ਼ਰਾ। ਨਹੀਂ ਕਾਲੂ ਜਿਹੜੇ ਬਕਵਾਸ ਕਰਨ ਲੱਗੇ ਉਹ ਸੁਣਨ ਵਾਸਤੇ ਨਹੀਂ, ਉਂਝ ਗੱਲ ਕਰਨੀ ਸੋ ਕਰੇ, ਨਹੀਂ ਤੇ ਮੈਂ ਨੱਕ ਤੇ ਕਿਤੇ ਤੁੰਦਰ ਯਾਰ ਬੜਾ ਯਾਦ ਆਂਦਾ ਹੈ ਇਹਦੀਆਂ ਉੱਥੇ ਤਾਹਰ ਭਾਈ ਮੋਡਰੇਟਰ ਬਣਾਓ ਨਾ। ਤਾਹਰ ਭਾਈ ਮੋਡਰੇਟਰ ਬਣਾਓ। ਤਾਹਰ ਭਾਈ ਮੋਡਰੇਟਰ ਬਣਾਓ ਯਾਰ। ਮੋਡਰੇਟਰ ਕਿਉਂ ਨਹੀਂ ਬਣਾ ਰਹੇ? ਇਹਦੀ ਦਾਦੀ ਉੱਥੇ ਡਾਂਸ ਕਰਦੀ ਪਈ ਸੀਗੀ ਇਸ ਬਗੈਰ। ਸਾਫੀ ਖਾਮੋਸ਼ ਹੋਣਾ ਜਾਂ ਨਹੀਂ? ਗਿਆ ਸੀ ਤੇਰਾ ਤੇਰੀ ਦਾਦੀ ਨੂੰ ਵੇਖਣ ਗਏ ਸੀ। ਮੇਰੀ ਦਾਦੀ ਨੂੰ ਵੇਖਣ ਗਿਆ ਸੀ। ਤੇਰੀ ਦਾਦੀ ਨੂੰ ਵੇਖਣ ਗਏ ਸਨ ਨਾ। ਤੇਰੀ ਦਾਦੀ ਸੀ ਉੱਥੇ ਚੌਹਾਨਾ ਦੀ ਔਰਤ ਸੀਗੀ ਹੈ। ਤਾਰ ਭਾਈ ਸਾਫੀ ਭਾਈ ਨੂੰ ਥੱਲੇ ਲਾਓ 1 ਮਿੰਟ। ਸਾਫੀ ਭਾਈ ਨੂੰ ਥੱਲੇ ਲਾਓ। ਡਾਂਸ ਕਰ ਰਹੀਆਂ ਸਨ। ਤਾਰ ਭਾਈ ਸਾਫੀ ਭਾਈ ਨੂੰ ਥੱਲੇ ਲਾਓ। ਸਾਫੀ ਭਾਈ ਨੂੰ ਥੱਲੇ ਲਾਓ। ਤਾਹਰ ਭਾਈ 1 ਮਿੰਟ ਗੱਲ ਕਰਨ ਦੇ। ਸਾਫੀ ਭਾਈ ਨੂੰ ਥੱਲੇ ਲਾਓ। ਤਾਰ ਭਾਈ ਥੱਲੇ ਲਾਓ। ਥੱਲੇ ਲਾਓ। ਬਕਵਾਸ ਨਹੀਂ ਕਰਨਾ ਯਾਰ ਇਹਨੂੰ ਮੈਂ ਕਰੀ ਜਾਂਦਾ, ਤੂੰ ਮੈਨੂੰ ਕਹੀ ਜਾਂਦਾ ਥੱਲੇ ਲਾਓ। ਸਾਫੀ ਭਾਈ 1 ਮਿੰਟ ਥੱਲੇ ਜਾਓ ਨਾ, ਤੁਸੀਂ ਬਾਅਦ में ਥੱਲੇ ਜਾਓ। आप चले जाओ, थल्ले जाओ 1 मिनट। जाइयो, मुझे म्यूट ना करो। तुम्हारी साफी भाई थल्ले जाओ। हाँ ਗੱਲ ਇਹ ਵੇ ਤਾਰਕ ਸਾਹਿਬ, ਮੇਰਾ ਤੁਹਾਡੇ ਅੱਗੇ ਉਹੀ ਮੁਤਾਲਬਾ ਹੈ ਕਿ ਤੁਸੀਂ ਕੁਰਾਨ ਨੂੰ ਹਾਜ਼ਰ ਨਾਜ਼ਰ ਰੱਖ ਕੇ ਤੇ ਫੈਸਲਾ ਕੀਤਾ ਹੈ ਤੇ ਉਸੇ ਕੁਰਾਨ ਦਾ ਤੁਹਾਨੂੰ ਵਾਸਤਾ ਹੈ ਕਿ ਸਾਨੂੰ ਉਹ ਸਬੂਤ ਦਵੋ ਜਾਂ ਉਹ ਬੁਨਿਆਦ ਦਵੋ ਜਿਹਦੀ ਬੁਨਿਆਦ ਤੇ ਤੁਹਾਨੂੰ ਪਤਾ ਲੱਗਾ ਕਿ ਮੁਸਲਿਮ ਵਾਲਾ ਜ਼ਰਦ ਰੰਗ ਔਰ ਮੁਸ਼ਕਾਤ ਵਾਲਾ ਜ਼ਰਦ ਰੰਗ ਇੱਕ ਨਹੀਂ ਔਰ ਮੁਤਾਲਬਾ ਪੂਰਾ ਨਹੀਂ ਹੋਇਆ। ਜੀ ਤਾਰਕ ਸਾਹਿਬ। ਹਾਂਜੀ, ਅਸਲ ਗੱਲ ਹੈ ਕਿ ਜਦੋਂ ਮੁਕੱਦਮਾ ਖਤਮ ਹੋ ਗਿਆ ਹੈ, ਕੋਈ ਮੁਕੱਦਮਾ ਖਤਮ ਨਹੀਂ ਹੋਇਆ। ਕਿੰਨੇ ਮੁਕੱਦਮਾ ਖਤਮ ਕੀਤਾ? ਕਿੰਨੇ ਖਤਮ ਕੀਤਾ? ਕਿੰਨੇ ਖਤਮ ਕੀਤਾ? ਕਿਹਨੇ ਖਤਮ ਕੀਤਾ? ਹਾਂ ਕਿੰਨੇ ਖਤਮ ਕੀਤਾ?
ਕਿੰਨੇ ਕਿਹਾ ਫੈਸਲਾ ਅਸੀਂ ਮੰਨ ਲਿਆ, ਫੈਸਲਾ ਠੀਕ ਹੋਇਆ ਅਸਾਂ ਕਿਹਾ? ਵੀ ਮੰਨੋ ਨਾ ਮੰਨੋ ਇਹਦੇ ਨਾਲ ਕੀ ਇਹ ਫਰਕ ਕਿਤੇ ਪੈਂਦਾ? ਇਹ ਸ਼ਰਤ ਕਿਤੇ ਹੀ ਮਤਲਬ ਤੁਸੀਂ ਝੂਠ ਬੋਲ ਦੋ ਤਾਂ ਅਸੀਂ ਮੰਨੀਏ ਤੁਹਾਡੀ? ਨਾ ਤੁਸੀਂ ਮੰਨੋ ਕੁਰਾਨ ਫੈਸਲਾ ਹੋ ਗਿਆ ਨਾ ਮੰਨੋ, ਉਹ ਪੈਸੇ ਫਿਰ ਤੁਸੀਂ ਦਿਓ ਨਾ, ਤੁਸੀਂ ਗਲਤ ਫੈਸਲਾ ਕੀਤਾ, ਤੁਹਾਡੇ ਤੇ ਜ਼ਿੰਮੇਵਾਰੀ ਹੈ ਇਨਸਾਫ ਦਾ ਫੈਸਲਾ ਕਰਨ ਦੀ। ਉਹ ਸੁਣ ਤੇ ਲੈ ਮੇਰੀ ਵੀ ਤੁਹਾਡੇ ਤੇ ਜ਼ਿੰਮੇਵਾਰੀ ਹੈ ਇਨਸਾਫ ਦਾ ਫੈਸਲਾ ਕਰਨ ਦੀ, ਹਾਂ ਮੇਰੀ ਵੀ ਗੱਲ ਸੁਣ ਤਾਂ ਲੈ। ਤੁਸੀਂ ਨਹੀਂ ਕੀਤਾ, ਉਹਦੀ ਹੁਣ ਪੈਸੇ ਕਿੰਨੇ ਦੇਣੇ ਨੇ? ਤੁਸੀਂ ਇਨਸਾਫ ਦਾ ਮੈਨੂੰ ਬਣਾਇਆ ਸੀ, ਬਣਾਇਆ ਤੁਹਾਨੂੰ ਜੱਜ ਇਨਸਾਫ ਦਾ ਫੈਸਲਾ ਕਰਨ ਵਾਸਤੇ, ਤੁਹਾਨੂੰ ਜੱਜ ਬਣਾਇਆ ਇਨਸਾਫ ਦਾ ਫੈਸਲਾ ਕਰਨ ਵਾਸਤੇ ਬਣਾਇਆ। जी सुनाओ सुनाओ रजाई मेरी भी सुन ले। टोंट ना करो, आपने मुझे जज बनाया, आप दोनों फ्री कैन ने मिलकर ये फैसला किया कि तारिक चौहान को जज बनाया जाएगा। मैंने आप दोनों की बातें सुनी, मैंने दोनों को एक जितना मौका दिया, बल्कि आपको ज्यादा मौका दिया। आपने अपनी बात रखी, फिर आपने क्या नहीं मौका दिया? मैंने मुझे ज्यादा नहीं दिया, कम दिया। कम दिया जी? हाँ बताएं कहाँ कब काम दिया? मैंने कहा था 5 मिनट आपने बात की, नहीं आपने 20 मिनट बात की वहाँ पे। अच्छा, तो उसने भी आपने कहा था 5 मिनट करनी है, उसने 30 मिनट बात की थी। तो फिर जब आपने इतनी बात की, मैंने कहा दूसरे को तो भी, फिर मुझे कैसे टाइम ज्यादा मिला? ये ना आप कहें। बात ये है तारिक भाई कि आपने मेरी बात सुनी, आपको दिए थे, आपने 20 मिनट बात की, तो मैंने कहा दूसरा भी बोल सकता है उतना। ठीक, तो उसने तो उतना नहीं बोला जितना आपने बोला था, लेकिन उसने भी बोला। तो दोनों को अच्छी बात आपने इंसाफ दिया, कि दोनों को मौका दिया। फिर आपने कंक्लूडिंग रिमार्क्स में भी मैंने आपको मौका दिया कि आपने जो बात करनी है वो करनी। ठीक है। उसके बाद आपने ये कहा था तारिक भाई, सुने, आपने कहा था कि कंक्लूडिंग मार्क्स में कोई नई बात नहीं की जाएगी। मेरी बात सुने, आपने ये कहा था, ये शर्त लगाई थी कि कंक्लूडिंग मार्क्स में जो एंड वाले होंगे उसमें कोई नई बात नहीं की जाएगी। ज़िया रसूल साहब ने एक नई बात की, आपने उसका मुझे जवाब देने दिया। उसमें कोई नई बात उन्होंने नई बात थी, पहले नई बात आपने बात की वही, उसमें क्या नई बात थी? नई बात थी, ये जो ऑडियो के मतलब उसने बात की थी वो नहीं थी। नहीं, वो पहले उसने पेश की थी, वो नहीं तो पेश पहले की थी, बात तो नहीं की थी ना, उसका जवाब नहीं था मैंने उसी वक्त ही की थी। नहीं बात थी वो, उसी वक्त ही बात की थी वो। तारिक भाई बात ये है कि मुतालबा था जर्द रंग का, ठीक है, आप कहते हैं कि नहीं वो मुस्लिम वाले जर्द। सुन लेना, बहस का कोई फायदा नहीं है। क्यों नहीं है? बहस का फायदा है ना। देखें, सुन के आपने दोनों की बातें सुनी, आपने ये कहा, बातों पर तो नहीं था, आपने कर दिया। आपके पास कोई तहकीक थी कि ये जर्द रंग और ये जर्द रंग में फर्क है? जो भी सबूत मेरे सामने पेश किए गए, किसने सबूत किया था पैदा कि ये जर्द रंग और जर्द रंग? जो भी आपने सबूत पेश किए थे उसमें ये जर्द रंग पर बात की गई थी कि ये जर्द रंग हो रहा है, ये जर्द रंग हो रहा है, या एक है, इस पर बात की गई थी? जो भी सबूत पेश किए थे, जो भी सबूत पेश किए थे, क्या उनमें जर्द रंग की गुफ्तगू को उठाया गया था कि ये जर्द रंग एक ही हैं या दो हैं, अलग-अलग हैं? इस पर गुफ्तगू वाली बहस हमने करनी नहीं। तो फिर आपने फैसला कैसे कर दिया कि जर्द रंग का मुतालबा पूरा नहीं हुआ? जो मुतालबा किया गया था वो पूरा नहीं। क्या मुतालबा था? इसलिए आप मुतालबा क्या था? क्या मुतालबा था? आप सुन ले वो सारी कार्रवाई। हाँ, मुतालबा मैं बता देता हूँ आपके मुताबिक। सुन ले तारिक भाई, आपके मुताबिक मुतालबा ये था कि मुझे मुस्लिम वाला जर्द रंग दिखाना है, ठीक है। अब जो मुश्कात में है और मुस्लिम में है, ये दोनों जर्द रंग एक ही हैं, तो हमने तो उनका ये कहा था कि नहीं इसने मुझे सिर्फ जर्द रंग कहा था, ये आपने झूठ बोला था। आपने कहा था इसने मुझे मैंने जर्द रंग दिखाया ना, लेकिन जर्द रंग दिखाया या नहीं? आपकी ये बात गलत निकली। क्या उसने सिर्फ जर्द रंग कहा था, बल्कि उसने कहा किस बुनियाद पर आपने ये कहा है कि मेरी ये गलत बात निकली थी? सबूत दें। वो ऑडियो तो उस वक्त की थी नहीं है। हाँ, वो ऑडियो तो उस वक्त की थी नहीं है, आप बाद में बना रहे हैं ना, बाद में बता रहे हैं। सबूत लाएं कि वो ऑडियो उस वक्त की थी, लाएं सबूत। क्या सबूत है आपको उसने दिया कि ये ऑडियो उसी वक्त की है? आपने जो ऑडियो पेश की वो उसका क्या सबूत है कि उस वक्त की? पता नहीं कब आप। मैं ऑडियो वीडियो तो दिखा सकता हूँ, मैं वीडियो दिखा सकता हूँ, मैं वीडियो दिखा दूंगा, मैं कसम खा सकता हूँ, मैं कसम खा देता हूँ, मैं पुरानी ईमानी कसम खाऊंगा, मैं आपको गवाहान दूंगा। तो अगर कसम ही खानी है तो फिर जज का, मैं गवाहान दे देता हूँ, गवाहान दे देता हूँ, मैं गवाहान दे देता हूँ। नहीं, जज का यही काम होता है। ठीक है, मैं गवाह दे देता हूँ। गवाह भी चाहिए कि नहीं? कितने गवाह चाहिए आपको कि ये ऑडियो उसी वक्त किया, ये उस वक्त ही बात हुई थी? पूरे मिर्जाई 40 करोड़ ले आए, उससे क्या फर्क पड़ेगा? मैं आपको गैर अहमदी दे दूंगा, खुद ज़िया रसूल। तुमसे क्या फर्क? चले मैं आपको गैर अहमदी दे दूंगा।
नहीं, गैर अहमदी हो चाहे अहमदी, उससे कोई फर्क नहीं पड़ता। हाँ, तो वो आपने सबूत देना है ना कि वो ऑडियो जो उन्होंने पेश की वो उस वक्त की थी। दें सबूत, आपके पास क्या खत्म हो चुका है, मुकदमा नहीं खत्म हुआ, आपने देना है। हमने नहीं देना, 2 लाख आपने देना है तारिक साहब, क्योंकि फैसला आपने जो किया है कि जर्द रंग का मुतालबा नहीं हुआ पूरा। सबसे पहले अगर जर्द रंग का आपको लगता है कि मुतालबा पूरा नहीं हुआ तो आप साबित करें कि मुस्लिम वाला जर्द रंग और मशकात में जिस रंग के साथ रसूलुल्लाह ने देना है, हम देते हैं। सुने, अगर आप नहीं देंगे तो सबसे बड़े बेईमान आप। चले आपको अभी बेईमान ईमानदार साबित करता हूँ। आपने क्या करना है तारिक भाई कि आपने ये साबित करना है कि वो जो ऑडियो उसने सुनाई थी वो उसी वक्त की थी। इसकी जिम्मेदारी आपकी है। शवाहद दे दें हमें। मेरे बात तो सुन लेना, इंसाफ के मुताबिक की बात हो रही है। आप जिम्मेदार हैं उस बात के कि नहीं कि आप जो है वो सबूत को वेरीफाई करें, इसकी आपके ऊपर जिम्मेदारी थी या नहीं? मैंने जो करना था एज ए जज मैंने किया। नहीं तो फिर सबूत दें, किस तरह आपने वेरीफाई किया कि ये उसी वक्त की ऑडियो थी? मैंने मुद्दई को नहीं देना होता, जज किसको देना है? किसको देना है? ये दुनिया के सामने हम बैठे हैं, लोगों को बताएं। हाँ, लोगों को बताएं वो फैसला जिस बुनियाद पर आपने किया था, कौन सा सबूत था आपके पास? लोगों को किसको बताना है आपने? तौर पे फैसला किया। हाँ, इससे पता चल गया है कि आपकी थुनक जो थी वो उसकानी साहब के हाथ में थी। दूसरी बात, ये जो मुस्लिम वाला जर्द रंग है और मुश्कात वाला जर्द रंग है, आपको कैसे पता चला कि ये दोनों जर्द रंग जो हैं वो एक नहीं है, 2 हैं? ये हमारी डिस्कशन है ही नहीं थी। तो आपने फिर क्यों कहा कि जर्द रंग का मुतालबा पूरा नहीं हुआ? मैंने तो जर्द रंग दिखा दिया, उस हदीस में जर्द रंग लिखा हुआ था। आप में और मुझ में अगर ये डिस्कशन नहीं थी, कौन सा रंग आपने कहा था? जर्द रंग है दोनों जगह पर। हाँ, दोनों जगह पर जर्द रंग है। मुस्लिम में जर्द रंग ही है। मेरी बात सुने ना, मुस्लिम में जर्द रंग ही है। मेरी बात सुने, मुस्लिम में जर्द रंग ही है यार, मेरी गाल मुस्लिम में जर्द रंग ही है ना तारक भाई? ये दौले शाह दे चूहे गाल अजीब, आप दौले शाह के चूहे हैं। मुस्लिम में भी जर्द रंग लिखा हुआ है, यहाँ पर भी जर्द रंग लिखा हुआ है। जब जर्द रंग मैं दिखा चुका हूँ और वो ही मुस्लिम वाला जर्द रंग है, तो आप कैसे कह सकते हैं जी मुतालबा पूरा नहीं हुआ? जी मेरी बात करूं मैं? जी करें। वो मुझे बताएं कि वो कैसे आपने पता चला आपको कि ये जर्द रंग का मुतालबा पूरा नहीं रहा हूं। जी बताएं। आपने ये कहा था कि इसने मुझे सिर्फ जर्द रंग कहा था। हाँ, ये तो जर्द रंग कहा था, कोई और इसने कहा था कि लाल रंग दिखाओ, पीला रंग। सुन लेना, जर्द रंग है। हाँ, जो मुस्लिम में जर्द रंग है और जो मिशकात में जर्द रंग है उसमें क्या फर्क है? मुस्लिम में जो जर्द रंग है और वो लिबास जो मुस्लिम में जिसका जिक्र किया गया है उसका आपने दिखाना था कि क्या। हाँ, तो उसी का ही दिखाया है मैंने। हाँ, उसी का वो आपने नहीं दिखाया है। जो आपने हदीस पेश की थी, जो हदीस पेश की थी उसमें वो उसका नहीं जिक्र था। साबित करें। लेकिन आपने ये झूठ बोला था कि इसने साबित करें कि जो मैंने हदीस दिखाई सिर्फ जर्द रंग कहा था। तो इसका सबूत दें। मैं तो अब भी कह रहा हूँ, मैं आपको ऑडियो सुनाता हूँ, दिखाएं उसमें कब उसने मुस्लिम का नाम लिया है। मैंने तो फैसला, मैं आपको ऑडियो सुनाता हूँ और उस ऑडियो पर मैं कसम भी दे सकता हूँ, गवाह भी दे सकता हूँ। किस तरह आपने फैसला करना है? कसम की कोई है ही नहीं है परवाह। तो गवाह ले लें, मैं तो आपको हर तरह से न्याय देने के लिए तैयार हूँ। उसने जो ऑडियो दी थी उस पर आप कसम खाते हैं कि वो जो थी वो सच्ची थी? उस पर सबूत क्या है आपके पास? फोरम ने जो तस्वीर मेरी लगाई ना ज्यादा अच्छी, इसमें कॉन्ट्रास्ट सही है। ठीक है, यही लगाएंगे। जो आपने उसकी ऑडियो सुनी, 2 चीजें थी ना, एक ऑडियो थी, एक मुझे लगाया करें क्योंकि वो गालियां सारी आपकी माँ बहनों को पड़ती हैं, क्योंकि आपने मुझे जज बनाया था। ओ जज साहब सुन लें, चूहों को इतना भी नहीं पता लगता। ये आप टोंट कर रहे हैं। खुद जज जो बनाया, अब आपने भागना है, आपने भागना है, ऊपर पड़ती, आपने भागना है। नहीं तो भाग मैंने सारी यार 1 मिनट खामोश हो ना। अभी तारिक साहब बात ये है कि ये 2 लाख रुपया, हाँ, ये 2 लाख रुपया आप देंगे या हम जंबा साहब से राब्ता करें? हाँ, वो जंबा साहब से राब्ता करें। जंबा साहब से राब्ता करें, आप रिटर्न में दें कि जंबा साहब से राब्ता करें। मैं ये 2 लाख नहीं दे सकता। और मैंने तो फैसला कर दिया, लाख तुमने देना है। तुम मुझे ऊपर 20 लाख निकाल दो, 20 करोड़ निकाल दो। आप पे ऊपर ये जिम्मेदारी थी। सुने, आपके कर दिया। हाँ, तो फैसले का सबूत भी तो देना था ना, इंसाफ पर फैसला करना था। फैसला नहीं था ना करना, फैसला इंसाफ पर करना था, इसलिए आपको चुना था। फैसला करने के लिए नहीं चुना था। किसने कहा कि हमने आपको फैसला करने के लिए चुना था? आपको चुना था हक और सच का फैसला करने के लिए, इंसाफ का फैसला करने के लिए। आपको किसने कहा कि हमने सिर्फ आपको फैसले के लिए चुना था?
कि जिड़े आप ना बनो और 2 लाख रुपया दो, या साबित करो कि आपने जो फैसला किया था वो दुरुस्त था। हाँ, साबित करें। जर्द रंग की जो, हाँ, जर्द रंग की जो तफकीर की है आपने, जो आपने कहा ये लैदा है, ये लैदा है, वो साबित करो। आप जंबा साहब को भी साथ लाओ और साबित करो। और जो आपने उसकी ऑडियो सुनाई है वो साबित करो। गैरतमंद बने, एक बाप की औलाद बने और पैसे दें। उनको भी 1 लाख दें, हमें भी 1 लाख दें। कब दे रहे हैं पैसे तारक साहब? ਤਾਰਕ ਸਾਹਿਬ ਜਿਹੜਾ ਤੁਸੀਂ ਤਾਰਕ ਸਾਹਿਬ ਗੱਲ ਸੁਣੋ, ਜਿਹੜਾ ਤੁਸੀਂ ਫੈਸਲਾ ਦਿੱਤਾ ਹੈ ਨਾ, ਠੀਕ ਹੈ, ਉਹਨੂੰ ਇੱਕ ਪਾਸੇ ਰੱਖ ਕੇ ਖੁਦ ਆਪਣੇ ਇੱਕ ਹੱਥ ਆਪਣੇ ਸੀਨੇ ਤੇ ਰੱਖੋ ਤੇ ਇੱਕ ਹੱਥ ਆਪਣੇ ਈਮਾਨ ਵਾਲੇ ਕੁਰਾਨ ਦੇ ਉੱਤੇ ਰੱਖੋ, ਜਿਹਦੇ ਉੱਤੇ ਤੁਸੀਂ ਰੱਖ ਕੇ ਤੇ ਫੈਸਲਾ ਕੀਤਾ ਸੀ। ਠੀਕ ਹੈ, ਤੁਸੀਂ ਉਹ ਪਿਛਲਾ ਫੈਸਲਾ ਛੱਡ ਦਿਓ। ਤੁਸੀਂ ਇਹ ਗੱਲ ਦੱਸੋ ਕਿ ਕਿਆ ਤੁਹਾਨੂੰ ਤੁਹਾਡੇ ਦਿਲ ਦੇ ਵਿੱਚ ਤੁਹਾਡਾ ਈਮਾਨੀਅਤ ਜਗਾ ਕੇ ਇਹ ਗੱਲ ਸੋਚੋ ਕਿ ਕਿਆ ਤੁਹਾਡੇ ਕੋਲ ਫੈਸਲਾ ਠੀਕ ਹੋਇਆ ਸੀ। ਤੁਹਾਨੂੰ ਅੱਜ ਵੀ ਲੋਕਾਂ ਨੇ ਕਿਹਾ ਕਿ ਅਗਰ ਤੁਸੀਂ ਇਹ ਗੱਲ ਕਹੋਗੇ ਨਾ ਕਿ ਮੇਰੇ ਕੋਲ ਫੈਸਲਾ ਗਲਤ ਹੋਇਆ ਸੀ, ਠੀਕ ਹੈ, ਲੱਖ ਰੁਪਏ ਫੇਰ ਵੀ ਇਹਨਾਂ ਨੇ ਦੇਣਾ। ਇਹ ਲੋਕ ਕਹਿੰਦੇ ਨਾ ਪਏ, ਕਹਿੰਦੇ ਨਾ ਪਏ। मैंने फैसला बिल्कुल ठीक किया। सुन लो, ਤੁਸੀਂ ਹੁਣ ਆਪਣੀ ईमानियत कुरान पे हाथ रखो और वो जर्द रंग दी दलील दो। मैंने कुरान पे, मैं तो पहले कुरान पढ़ के मैंने फैसला शुरू किया था। हाँ, तो फिर दलील भी दो ना यार। आ बंदे ने थल्ले लाओ 1 मिनट 4 मिनट गाली डिस्टर्ब हो रही है। इंतखाब भाई आप म्यूट कर लें। राजपूत भाई म्यूट कर, राजपूत भाई म्यूट कर लो ना, ਤਮੀਜ਼ ਨਾਲ ਗੱਲ ਕਰ। हाँ म्यूट करो राजपूत भाई। 1 ਮਿੰਟ ਕਾਲੂ ਮੈਂ ਤੈਨੂੰ ਦੱਸਣ ਦੇ ਆ ਬੰਦਾ ਨੂੰ ਸਮਝਾ। ਮੈਂ ਗੱਲ ਕਰਨ ਲੱਗਾ। ਮਿਰਜ਼ਾਈਆਂ ਦੀਆਂ ਪੂਛਲਾਂ ਦੱਬੀਆਂ ਹੋਈਆਂ ਨੇ, ਚੀਕਾਂ ਨਿਕਲਦੀਆਂ ਨੇ। म्यूट करो। हाँ करो। ਲੱਖ ਰੁਪਇਆ ਨਹੀਂ ਦੇ ਸਕਦੇ, ਉਹ ਕਿਉਂ ਐਡੀ ਰਕਮ ਹੈ? 30 लाख रुपया तुसा देना है। ਤੁਸੀਂ ਕੁਰਾਨੀ ਫੈਸਲਾ ਨਹੀਂ ਕਰ ਸਕਦੇ। ਜਿਹੜਾ ਬੰਦਾ ਈਮਾਨੀ ਫੈਸਲਾ ਨਹੀਂ ਕਰ ਸਕਦਾ, ਉਹ ਜਿਹੜਾ ਵੀ ਮੋਡੀਏਟਰ ਜਿਹਦੇ ਖਿਲਾਫ ਫੈਸਲਾ ਹੋਗਾ ਉਹ ਕਹੇਗਾ ਜੀ ਨਹੀਂ ਜੀ ਨਹੀਂ, सबूत दो ना तारक भाई, सबूत दो। ਮੁਸਲਮਾਨਾਂ ਦੇ ਖਿਲਾਫ ਹੋ सबूत मांगने पे हैं। ਇਹ ਜੀ ਤੇ ਇਹਦੇ ਮਿਰਜ਼ਾਈ ਹੈਗਾ, ਇਹਨੇ ਸਾਡੇ ਹੱਕ ਫੈਸਲਾ ਨਹੀਂ ਕੀਤਾ। चलो सुनो ਦੋਨੋਂ ਹੀ ਖਬੀਰ। हाँ तारक भाई मेरी गल सुनो, तारक साहब मेरी गल सुनो। ਜਦੋਂ ਤੁਸੀਂ ਫੈਸਲਾ ਦਿੱਤਾ ਹੈ, ਤੁਸੀਂ ਇਸ ਤੋਂ ਪਹਿਲਾਂ ਧੁੰਦੀ ਪਾੜਦਾ ਨਹੀਂ ਤੁਹਾਡੀ। ਓ ਯਾਰ ਪਾੜ ਕੇ ਰੱਖ ਦੇਣਾ ਤੁਹਾਨੂੰ ਸਾਰਿਆਂ ਨੂੰ। ਰਾਣਾ ਇੱਕ ਮਿੰਟ ਯਾਰ ਗੱਲ ਹੋਗਾ ਮਿਰਜ਼ਾਈ ਕੌਣ ਹੈਗਾ? ਕਿੰਨੇ ਲਾਇਆ? ਮੈਨੂੰ ਲਾਇਆ ਕਿੰਨੇ? ਕੂਸੜ ਨੇ। ਮੈਂ ਲਾਇਆ। ਕੂਸੜ ਮਿਰਜ਼ਾਈ ਕੌਣ ਹੈਗਾ? ਕੂਸੜ ਮਿਰਜ਼ਾਈ ਕੌਣ ਹੈਗਾ? ਨਹੀਂ ਲਾਤਾ ਇਹ ਖੋਤੀ ਦੇ ਆ ਬੱਚੇ। ਇੱਕ ਮਿੰਟ ਮੁਸ਼ਤਬਾ ਗਾਲਾਂ ਕੱਢ। ਯਾਰ ਕੋਈ ਨਾ ਬੋਲੇ। 1 ਮਿੰਟ ਕੋਈ ਨਾ ਬੋਲਿਓ। ਸ਼ੁਕਰੀਆ। ਮੁਸਤਫਾ ਭਾਈ ਇਹਨੂੰ ਨੱਸਣ ਦੀ ਕੋਸ਼ਿਸ਼ ਕਰ ਰਿਹਾ। ਗਾਲਾਂ ਕੱਢ। ਤਾਰ ਭਾਈ ਇਹੀ ਤੁਹਾਡੀ ਔਕਾਤ ਹੈ, ਇਹੀ ਤੇ ਤੁਹਾਡੀ ਮਿਰਜ਼ਾਈਅਤ ਹੈ ਜਿਹੜੀ ਨਜ਼ਰ ਆ ਜਾਂਦੀ। ਯਾਰ ਤੂੰ ਉਹਦੇ ਨਾਲ ਕੱਲ ਨਾ ਲੱਗਿਆ ਨਾ। ਹਾਂ ਕੱਢ ਗਾਲਾਂ ਹੋਰ ਮਾਂ ਭੈਣ ਦੀਆਂ ਕੱਢ। 1 ਮਿੰਟ ਖਲੋ ਜਾ, ਤੈਨੂੰ ਕਹਿਣ ਜੇ ਲੱਗਿਆ ਚੁੱਪ ਕਰ। ਤਾਰੇ ਮੈਂ ਨੱਕ ਵਾਲਾ ਕੱਢੇਗਾ ਗਾਲਾਂ। ਤੂੰ ਉਹਦੇ ਨਾਲ ਗੱਲ ਕਰੀ ਦਿਨ ਕੱਲ ਨੂੰ ਨਾ ਜਿਹੜੀ ਲੱਗਿਆ। ਜਿਸ ਦਿਹਾੜੇ ਗੱਲ ਤੋਂ ਇਲਾਵਾ ਤੂੰ ਮੈਨੂੰ ਨਜ਼ਰ ਆਇਆ ਤਾਂ ਬਹਿ ਕੇ ਵਹਾਈ ਤੇ ਕੱਲ ਤਾਰਕ ਖਾਨ ਸਾਹਿਬ ਇਹ ਦੱਸੋ, ਜਿਹੜਾ ਬੰਬ ਨਿਕਾਲ ਦੇਗਾ ਉਹ ਗੱਲ ਤੇ ਸੁਣੋ ਨਾ, ਗੱਲ ਸੁਣੋ। ਨਿਕਲਿਆ ਹੈ ਫਿਰ ਉਧਰ ਨੂੰ ਚਲੇ ਜਾਂਦੇ ਸਾਰਾ ਵਕਤ ਮਾਂ ਭੈਣ ਦੀਆਂ ਤੁਸੀਂ ਆਪਣੇ ਆਪ ਨੂੰ ਜੰਬਾ ਸਾਹਿਬ ਦੀ ਓ ਯਾਰ ਜੰਬਾ ਸਾਹਿਬ ਦੀ ਥੋੜੀ ਆਡੀਓ ਸੁਣਦੇ ਨੇ ਤਾਂ ਵਾਸਤੇ। ਰਾਤ ਮਿਰਜ਼ਾ ਮਹਿਮੂਦ ਦੀ ਉਹ ਜੰਬਾ ਸਾਹਿਬ ਦੀ ਆਡੀਓ ਸੁਣਦੇ ਨੇ ਇਸ ਫਿਰ ਉਹੀ ਗੱਲ। ਤਾਰਕ ਸਾਹਿਬ ਤੁਸੀਂ ਆਪਣੀ ਔਕਾਤ ਸਿੱਧੀ ਕਰੋ ਤੇ 2 ਲੱਖ ਰੁਪਇਆ ਕਿਦਾਂ ਦੇ ਰਹੇ ਹੋ ਇਹ ਦੱਸੋ ਸਾਨੂੰ। ਸਿੱਧੀ ਹੈ, ਮੈਂ ਫੈਸਲਾ ਕਰ ਦਿੱਤਾ ਹੈ। ਹਾਂ ਫੈਸਲਾ ਜਿਹੜਾ ਉਹਦਾ ਸਬੂਤ ਦਵੋ ਨਾ, ਉਹ ਸਹੀ ਕੀਤਾ ਜੇ ਸਬੂਤ ਦਵੋ। ਉਹ ਸਬੂਤ ਇਹਨੂੰ ਕਿਉਂ ਦੇਣਾ? ਹੋਰ ਕਿਹਨੂੰ ਦੇਣਾ ਜੇ ਪਿਓ ਆਪਣੇ ਨੂੰ ਦੇਣਾ ਸਬੂਤ? ਕੱਲ ਨੂੰ ਗੱਲ ਸੁਣੀ। ਚੱਲ ਕਸਮ ਖਾ ਕੇ ਮੈਂ ਫੈਸਲਾ ਸਹੀ ਕੀਤਾ। ਨਹੀਂ ਸਬੂਤ ਦੇਣਾ। ਓਕੇ ਤਾਰਕ ਸਾਹਿਬ ਅਮਲ ਦੇ ਅੰਨੇ ਹੋ ਤੁਸੀਂ ਮਿਰਜ਼ਾਈ ਸਾਰੇ। ਕੱਲ ਨੂੰ ਸਾਹਿਬ 1 ਮਿੰਟ ਤਾਰਕ ਸਾਹਿਬ ਜੱਜ ਆ ਕੇ ਸਬੂਤ ਦਿੰਦਾ ਮੁੱਦੇ। ਓਕੇ ਜੱਜ ਸਾਹਿਬ ਤੁਹਾਨੂੰ ਜੱਜ ਬਣਾਉਣਾ ਜੀ। ਕੱਲ ਸਾਹਿਬ ਤਾਰਕ ਸਾਹਿਬ ਨਾ ਬਣਾਉਂਦੇ ਜੱਜ ਮੈਨੂੰ। ਉਹ ਸਹੀ ਹੈ ਬਣਾ ਲਿਆ। ਦੱਸਣਾ ਸੁਣਿਓ ਤਾਰਕ ਸਾਹਿਬ, ਜਦੋਂ ਵੀ ਕੋਈ ਜੱਜ ਫੈਸਲਾ ਕਰਦਾ ਨਾ ਉਹ ਕੋਈ ਸ਼ਿਕ ਨਾਲ ਲਾਉਂਦਾ ਕਿ ਇਸ ਕਾਨੂੰਨ ਦੇ ਮੁਤਾਬਕ ਤੇ ਇਸ ਸਿੱਖ ਦੇ ਮੁਤਾਬਕ ਮੈਂ ਇਹ ਫੈਸਲਾ ਕਰ ਰਿਹਾ। ਠੀਕ ਹੈ, ਜਿਸ ਤਰ੍ਹਾਂ ਜਾਂ ਤੁਸੀਂ ਕਿਸੇ ਕੁਰਾਨੀ ਆਇਤ ਦੇ ਮੁਤਾਬਕ ਫੈਸਲਾ ਕਰ ਰਹੇ ਹੋ, ਕਿਉਂਕਿ ਇੱਥੇ ਤੇ ਤੁਹਾਡੀ ਈਮਾਨੀਅਤ ਦੇਖੀ ਜਾਣੀ ਹੈ। ਤੇ ਕਿਆ ਤੁਸੀਂ ਕੋਈ ਐਸੀ ਯਾਰ ਸੁਣ ਪੁਆਇੰਟ ਇਹ ਨਹੀਂ ਸੀ ਹੈਗਾ, ਨਾ ਕੋਈ ਇਲਮੀ ਗੱਲ ਸੀ ਨਾ ਕੁਝ, ਸਿਰਫ ਇਹ ਸਾਬਤ ਕਰਨਾ ਸੀ ਕਿ ਜਿਹੜਾ ਮੁਤਾਲਬਾ ਹੈ ਉਹ ਸਾਬਤ ਹੋਇਆ ਕਿ ਨਹੀਂ। ਬਸ ਠੀਕ ਹੈ ਗੱਲ। ਮੁਤਾਲਬਾ ਤਾਂ ਪੂਰਾ ਹੋਇਆ ਤਾਰਕ ਭਾਈ। ਕੁਰਾਨ ਵਿੱਚ ਕਿੱਥੇ ਆ ਗਿਆ, ਹਦੀਸਾਂ ਕਿੱਥੇ ਵਿੱਚ ਆ ਗਈਆਂ, ਉਹਨੇ ਡਿਸਕਸ ਨਹੀਂ ਕੀਤਾ। ਯਾਰ 1 ਮਿੰਟ ਤਾਰਕ ਸਾਹਿਬ ਹੁਣ ਗੱਲ ਕਿਸੇ ਦੀ ਵੀ ਸੁਣ ਲਈ ਦੀ ਏ।
ਖਾਲੀ ਆਪਣੀ ਨਾ ਤੁਹਾਨੂੰ ਪੂਰਾ ਤੁਹਾਡੀ ਸੂਰਤ ਸੁਬਾ ਤੋਂ ਮੈਂ ਸੁਣ ਰਿਹਾ ਤੁਹਾਡੀ 1122 ਸੁਣਾ ਸੁਣ ਰਹੇ ਤੁਹਾਨੂੰ ਇਹ ਪੁੱਛ ਰਿਹਾ ਕਿ ਜਦੋਂ ਜੱਜ ਇੱਕ ਫੈਸਲਾ ਦਿੰਦਾ ਹੈ ਨਾ, ਉਹ ਜਿਹਦੇ ਖਿਲਾਫ ਫੈਸਲਾ ਦਿੰਦਾ ਹੈ ਨਾ, ਉਹਨੇ ਦੱਸਦਾ ਹੈ ਕਿ ਮੈਂ ਤੈਨੂੰ ਇਹ ਸ਼ਿਕ ਦੇ ਮੁਤਾਬਕ ਇਹ ਸਜ਼ਾ ਦੇ ਰਿਹਾ ਜਾਂ ਇਹ ਕਾਨੂੰਨ ਦੇ ਮੁਤਾਬਕ ਤੈਨੂੰ ਇਹ ਸਜ਼ਾ ਦੇ ਰਿਹਾ। ਤੁਹਾਡੇ ਕੋਲ ਐਸਾ ਕਿਹੜੀ ਉਹ ਸ਼ਿਕ ਸੀ, ਕਿਹੜਾ ਕਾਨੂੰਨ ਸੀ ਜਿਹਦੇ ਮੁਤਾਬਕ ਤੁਸੀਂ ਫੈਸਲਾ ਸੁਣਾਇਆ, ਜਿਹਦਾ ਸਾਨੂੰ ਵੀ ਨਹੀਂ ਪਤਾ ਤੇ ਪੂਰੀ ਦੁਨੀਆ ਥੂ ਕਰ ਰਹੀ ਹੈ ਇਸ ਫੈਸਲੇ ਤੇ। ਤੁਸੀਂ ਖੁਦ ਸੋਚੋ ਕਿ ਜਿਹੜੇ ਫੈਸਲੇ ਦੁਨੀਆ ਸਾਰੀ ਥੂ ਕਰ ਰਹੀ ਹੈ, ਠੀਕ ਹੈ, ਮੇਰੇ ਤੇ ਕਿਉਂ ਕਰ ਰਹੀ ਹੈ? ਫਿਰ ਉਹੀ ਨਾ ਸਾਡੇ ਤੇ ਵੀ ਫਿਰ ਥੂ ਹੋਣੀ ਚਾਹੀਦੀ ਹੈ ਕਿ ਅਸੀਂ ਐਸੇ ਬੰਦੇ ਨੂੰ ਜੱਜ ਬਣਾ ਰਿਹਾ। ਤੂੰ ਨਾ ਬਣਾ ਦੇ ਮੈਨੂੰ, ਮੈਂ ਤੇ ਤੁਹਾਡੇ ਸਾਹਮਣੇ ਮੈਂ ਜਵਾਬ ਦੇ ਨਹੀਂ ਹੈ, ਮੈਂ ਆਪਣੇ ਫੈਸਲੇ ਵਾਸਤੇ ਅੱਲਾਹ ਵਾਸਤੇ ਅੱਲਾਹ ਤਾਲਾ ਵਾਸਤੇ ਅਸੀਂ ਜਵਾਬ ਦੇ। ਮੈਂ ਨਹੀਂ ਜੱਜ ਬਣਨਾ, ਤੂੰ ਕਹਿ ਦਿੰਦਾ ਮੈਂ ਨਹੀਂ ਬਣਨਾ। ਓਏ ਇੱਕ ਮਿੰਟ ਮੇਰੀ ਗੱਲ ਸੁਣੋ। ਵੇਖੋ ਤਾਰਕ ਭਾਈ, ਤੁਸੀਂ ਅੱਲਾਹ ਅੱਗੇ ਜਵਾਬ ਦੇਵੋ, ਇਹੋ ਹੀ ਅਸੀਂ ਤੁਹਾਨੂੰ ਸਮਝਾਉਂਦੇ ਹਾਂ ਕਿ ਤੁਸੀਂ ਅੱਲਾਹ ਅੱਗੇ ਜਵਾਬ ਦੇਵੋ ਤੇ ਤੁਸੀਂ ਤੁਹਾਡੇ ਕੋਲੋਂ ਗਲਤੀ ਹੋਈ ਏ ਉਹਦੇ ਤੇ ਰਿਵਿਊ ਕਰੋ। ਉਹ ਬਈ ਤੁਸੀਂ ਤੇ ਇਹੀ ਕਹਿਣਾ ਤੁਹਾਡੇ ਖਿਲਾਫ ਫੈਸਲਾ ਹੈ। ਠੀਕ ਹੈ, ਅਗਰ ਸਾਡੇ ਖਿਲਾਫ ਮੇਰੀ ਗੱਲ ਸੁਣੋ, ਅਗਰ ਤੁਸੀਂ ਰਿਵਿਊ ਕਰਦੇ ਹੋ ਤਾਰਕ ਭਾਈ ਮੇਰੀ ਗੱਲ ਤੇ ਸੁਣੋ ਨਾ, ਉਹ ਠੀਕ ਹੈ ਅਸੀਂ ਹੁਣ ਵੀ ਤੋਲ ਦਾਂਗੇ, ਕੋਈ ਮਸਲਾ ਨਹੀਂ। ਤਾਰਕ ਭਾਈ ਮੇਰੀ ਗੱਲ ਸੁਣੋ, ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਗਲਤ ਫੈਸਲਾ ਕੀਤਾ ਤੇ ਇਹ ਹੋ ਗਿਆ, ਤੇ ਅਸੀਂ ਇਹ ਕਹਿੰਦੇ ਆ ਤਾਰਕ ਭਾਈ ਕਿ ਇਹ ਦੋ ਸਾਡੇ ਕੰਸਰਨ ਨੇ, ਇਹਦੇ ਤੇ ਰਿਵਿਊ ਲਵੋ ਮੇਰੇ ਪਿਆਰੇ ਭਾਈ। ਉਹਦੇ ਤੇ ਕੀ ਮਸਲਾ? ਅਗਰ ਤੁਸੀਂ ਕੁਰਾਨੀ ਮਾਨੀ ਫੈਸਲਾ ਕੀਤਾ ਤਾਰਕ ਭਾਈ, ਗੱਲ ਤਾਂ ਸੁਣੋ ਨਾ। ਰੁਪਿਆ ਦੇ ਦਿਓ ਫੈਸਲਾ ਹੋ ਮੇਰੀ ਨਹੀਂ ਤਾਰਕ ਭਾਈ, ਲੱਖ ਦੀ ਤੇ ਇਹ ਤਾਂ ਮਸਲਾ ਹੈ ਕਿ ਰਿਵਿਊ ਕਰਨਾ ਉਹਦਾ। ਜੇ ਲੱਖ ਅਸਾਂ ਦੇ ਦੇਣਾ ਤੇ ਰਿਵਿਊ ਕਾਹਦਾ ਕਰਨਾ ਜੇ? ਰਿਵਿਊ ਵਗੈਰਾ ਰਿਵਿਊ ਕਾਹਦਾ ਕਰਨਾ ਜੇ? ਇਹ ਰਿਵਿਊ ਤੁਹਾਨੂੰ ਖੁਦਾ ਦਾ ਖੌਫ ਨਹੀਂ ਹੈ ਤਾਰਕ ਭਾਈ? ਅਸੀਂ ਇਹੀ ਕਹਿੰਦੇ ਆ ਕਿ ਤੁਹਾਡੇ ਕੋਲ ਤੁਹਾਨੂੰ ਹੈ ਤੇ ਅਸੀਂ ਕਹਿੰਦੇ ਆ ਨਾ ਤਾਰਕ ਭਾਈ ਕਿ ਫੈਸਲਾ ਗਲਤ ਹੋਇਆ। ਤੁਸੀਂ ਤੇ ਐਡੇ ਬੇਖੌਫ ਹੋਏ ਹੋ ਮਿਰਜ਼ਾਈ। ਅਸੀਂ ਫੈਸਲਾ ਮੰਨਣ ਨੂੰ ਤਿਆਰ ਆ, ਅਸੀਂ ਸਿਰਫ ਇਹ ਕਹਿੰਦੇ ਆ ਅਸੀਂ ਫੈਸਲਾ ਤੁਸੀਂ ਮੰਨ ਹੀ ਨਹੀਂ ਰਹੇ। ਸੁਣੋ ਤਾਰਕ ਭਾਈ, ਅਸੀਂ ਤੁਹਾਡਾ ਕਿਸੇ ਤਰੀਕੇ ਨਾਲ ਲੱਖ ਨਾ ਤੁਹਾਨੂੰ ਦੇਣਾ ਪਏ। ਅਸੀਂ ਲੱਖ ਤੁਹਾਨੂੰ ਮੈਂ ਆ ਕੇ ਤੁਹਾਡੀ ਦੇ ਦੇਣਾ। ਮੇਰੀ ਗੱਲ ਸੁਣੋ, ਉਹ ਗੱਲ ਤੇ ਸੁਣੋ, ਤੁਹਾਨੂੰ ਮਨਜ਼ੂਰ ਹੋਏਗਾ। ਸੁਣੋ ਤਾਰਕ ਭਾਈ, ਤਾਰਕ ਭਾਈ ਸੁਣੋ ਇੱਕ ਮਿੰਟ 1122 ਇੱਕ ਮਿੰਟ। ਤਾਰਕ ਭਾਈ ਗੱਲ ਇਹ ਵੇ, ਸਾਨੂੰ ਤੁਹਾਡਾ ਫੈਸਲਾ ਮਨਜ਼ੂਰ ਹੈ, ਅਸੀਂ ਨਹੀਂ ਕਿਹਾ ਕਿ ਤੁਹਾਡਾ ਫੈਸਲਾ ਕਿੱਥੇ ਮਨਜ਼ੂਰ ਹੈ ਤੁਹਾਨੂੰ? ਗੱਲ ਤੇ ਸੁਣੋ, ਤੁਹਾਨੂੰ ਸਾਰੀ ਮੁਸੀਬਤ ਹੈ। ਗੱਲ ਸੁਣਦੇ ਹੋ ਕਿ ਨਹੀਂ? ਫੈਸਲਾ ਪਸੰਦ ਨਹੀਂ ਆਇਆ ਤੁਹਾਡਾ? ਓ ਯਾਰ ਗੱਲ ਤੇ ਸੁਣ ਲਓ, ਮੇਰੀ ਗੱਲ ਸੁਣੋ। ਫੈਸਲਾ ਤੁਸੀਂ ਕਰਨਾ ਹੈ ਹੱਕ ਔਰ ਸੱਚ ਦਾ। ਅੱਗੇ ਵੀ ਤੁਸੀਂ ਤੁਹਾਡਾ ਇਹ ਕਹਿਣਾ ਹੈ ਕਿ ਤੁਸੀਂ ਹੱਕ ਔਰ ਸੱਚ ਦਾ ਕੀਤਾ ਔਰ ਕੁਰਾਨ ਨੂੰ ਹਾਜ਼ਰ ਨਾਜ਼ਰ ਰੱਖ ਕੇ ਕੀਤਾ। ਤਾਰਕ ਭਾਈ ਇਹੋ ਹੀ ਅਸੀਂ ਕਹਿੰਦੇ ਆ ਕਿ ਸਾਡੀ ਉਹ ਜਿਹੜੀ ਇੱਕ ਕੰਸਰਨ ਨੇ ਦੋ, ਉਹ ਤੁਸੀਂ ਵੇਖ ਲਓ। ਅਗਰ ਤੁਹਾਡਾ ਫੇਰ ਵੀ ਇਹੋ ਹੀ ਫੈਸਲਾ ਹੈ ਤੇ ਠੀਕ ਹੈ, ਸਾਨੂੰ ਕਬੂਲ ਹੈ। ਅਸੀਂ ਕਦੋਂ ਕਹਿਣਾ ਕਿ ਅਸੀਂ ਤੁਹਾਡਾ ਫੈਸਲਾ ਕਬੂਲ ਨਹੀਂ ਕਰਨਾ? ਮੈਂ ਕਿਸ ਹੈਸੀਅਤ ਨਾਲ ਵੇਖਾਂ? ਮੇਰੀ ਗੱਲ ਤੁਸੀਂ ਇੰਡੀਵਿਜੂਅਲ ਹੈਸੀਅਤ ਨਾਲ ਵੇਖ ਲਓ, ਉਹ ਫੈਸਲੇ ਨੂੰ ਉੱਥੇ ਛੱਡੋ। ਮੇਰੀ ਗੱਲ ਸੁਣੋ, ਉਸ ਫੈਸਲੇ ਨੂੰ ਉੱਥੇ ਛੱਡੋ, ਤੁਸੀਂ ਇੰਡੀਵਿਜੂਅਲ ਹੈਸੀਅਤ ਨਾਲ ਵੇਖ ਲਵੋ ਉਹ ਫੈਸਲੇ ਨੂੰ। ਮੈਂ ਉਹ ਇਸ ਵਜ੍ਹਾ ਨਾਲ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਤੁਸੀਂ ਪੈਸੇ ਪੇ ਨਹੀਂ ਕਰੋਗੇ। ਅਸੀਂ ਉਹ ਪੈਸੇ ਦੇ ਦਾਂਗੇ, ਉਹ ਪੈਸੇ ਪੇ ਕਰ ਦਿਓ, ਮੈਂ ਫਿਰ ਤੁਹਾਡੀ ਸੁਣ ਲਾਂਗਾ ਗੱਲ। ਨਹੀਂ ਮੇਰੀ ਗੱਲ ਸੁਣੋ ਤਾਰਕ ਭਾਈ, ਗੱਲ ਇਹ ਵੇ ਕਿ ਤੁਸੀਂ ਫੈਸਲਾ ਕੀਤਾ, ਤੁਹਾਨੂੰ ਅਸੀਂ ਕਹਿ ਰਹੇ ਹਾਂ ਕਿ ਮੇਰੇ ਪਿਆਰੇ ਭਾਈ ਤਾਰਕ ਭਾਈ, ਇਹ ਦੋ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਕੋਲ ਮਿਸ ਹੋਈਆਂ ਨੇ। ਤੁਸੀਂ ਇਹਨਾਂ ਦੇ ਮੈਂ ਤੁਹਾਡੀ ਗੱਲ ਸੁਣਨ ਲਈ ਤਿਆਰ ਹਾਂ। ਤੁਸੀਂ ਲੱਖ ਰੁਪਏ ਜਦੋਂ ਦੇ ਦਿਓਗੇ ਨਾ, ਯਾਰ ਇੱਜ਼ਤ ਕਾਦੀ ਦਿੰਦੇ ਆ ਕੁੱਤੇ ਦੇ ਪੁੱਤਰ ਨੂੰ? ਉਹ ਕੁੱਤੇ ਦੇ ਪੁੱਤਰਾ ਤੈਨੂੰ ਇੱਜ਼ਤ ਨਹੀਂ ਦੇ ਰਹੇ, ਮੈਨੂੰ ਦੇ ਰਹੇ। ਮੈਂ ਇੱਜ਼ਤ ਦੇ ਕਾਬਿਲ ਹਾਂ। ਤੇਰੀ ਮਾਂ ਕੁੱਤੇ ਦਾ ਪੁੱਤਰਾ ਤੂੰ ਇੱਜ਼ਤ ਦੇ ਕਾਬਿਲ ਨਹੀਂ ਅਮਰਜਾਈ। ਚੜਾਵਾ ਭੈਣ ਮੁਸ਼ਤਬਾ ਭਾਈ ਤੁਹਾਨੂੰ ਕੀ ਹੋਇਆ? ਤੁਹਾਨੂੰ 10 ਵਾਰੀ ਤਾਂ ਸਮਝਾਇਆ ਸੀ, ਇਸੇ ਤੋਂ ਕਹਿਣ ਦੇ ਆ। ਪਤਾ ਨਹੀਂ ਆਪਣੀ ਗੱਲਾਂ ਕਰੀ ਜਾਂਦੇ ਹੋ। ਤਾਰਕ ਸਾਹਿਬ ਗੱਲ ਚੜਿਆ ਨਾ, ਜਿੱਥੋਂ ਨਿਕਲਿਆ ਉੱਥੇ ਚੜਦੇ ਜਾ ਕੇ ਇਮਾਨ ਦੀ ਗੱਲ ਇਹ ਕਿ ਤੁਸੀਂ ਅਗਰ ਈਮਾਨ ਕੁਰਾਨ ਨਾਲ ਫੈਸਲਾ ਕੀਤਾ ਨਾ, ਫਿਰ ਤੁਸੀਂ ਅੱਲਾਹ ਦੇ ਹਾਂ ਜ਼ਿੰਮੇਦਾਰ ਉਸ ਫੈਸਲੇ ਦੇ, ਔਰ ਅੱਲਾਹ ਦੇ ਹਾਂ ਪੁੱਛ ਪ੍ਰਤੀ ਕੀ ਹੋਏਗੀ? ਅੱਲਾਹ ਦੇ ਹਾਂ ਤੁਸੀਂ ਜਵਾਬ ਦਿਓ ਨਾ, ਸਾਡੇ ਸਾਹਮਣੇ ਤੁਸੀਂ ਜਵਾਬ ਦਾ ਨਹੀਂ। ਬਿਲਕੁਲ ਤੇ ਅੱਲਾਹ ਦੇ ਸਾਹਮਣੇ ਜਦੋਂ ਜਵਾਬ ਦਿਓ ਤੇ ਫਿਰ ਮੁਕੰਮਲ ਇਨਸਾਫ ਦੇ ਤੌਰ ਤੇ ਹੋਣਾ ਚਾਹੀਦਾ ਨਾ। ਜਦੋਂ ਅਸੀਂ ਕਹਿੰਦੇ ਆ ਕਿ ਤਾਰਕ ਭਾਈ ਇਹ ਜਿਹੜੀ ਚੀਜ਼ ਹੈ ਇਹ ਵੇਖ ਲਓ, ਇਹ ਵੇਖ ਲਵੋ। ਸਾਡੇ ਕਹਿੰਦੇ ਤੁਸੀਂ ਕਿਉਂ ਨਹੀਂ ਵੇਖਦੇ? ਅਗਰ ਤੁਸੀਂ ਕਹਿੰਦੇ ਹੋ ਕਿ ਮੁਕੰਮਲ ਮੈਂ ਵੇਖ ਲਈਏ, ਕਿਉਂ ਫਿਰ ਵੇਖ ਲਵੋ? ਇੱਕ ਵਾਰੀ ਵੇਖਣ ਦੇ ਵਿੱਚ ਕੋਈ ਹਰਜ? ਰਿਵਿਊ ਕਰਨ ਵਾਸਤੇ ਤਿਆਰ, ਇੱਕ ਵਾਰੀ ਵੇਖਣ ਦੇ ਵਿੱਚ ਕੋਈ ਹਰਜ? अस्सलामु अलैकुम। ਲੱਖ ਰੁਪਏ ਦੇਣ ਕੋਈ ਹਰਜ? ਲੱਖ ਅਸੀਂ ਦੇਣ ਨੂੰ ਤਿਆਰ ਹਾਂ ਕਦੋਂ ਕਿਹਾ? ਕਿੰਨੇ 500 ਯੂਰੋ ਨਹੀਂ ਸਿਰਫ 300 ਦੇ ਦਾਂ। ਅਗਰ ਪੈਸੇ ਕੇ ਪੇ ਕਰ ਦਿਓ। ਚਲੋ ਇੱਕ ਹੋਰ ਗੱਲ ਕਰ ਲੈਂਦੇ ਆ। ਅਗਰ ਮੇਰੀ ਗੱਲ ਸੁਣੋ, ਅਗਰ ਰਿਵਿਊ ਦੇ ਵਿੱਚ ਫੈਸਲਾ ਸਾਡੇ ਹੱਕ ਚ ਆਉਂਦਾ 3 ਲੱਖ ਰੁਪਇਆ ਤੁਸੀਂ ਦੋਗੇ? ਨਹੀਂ, ਰਿਵਿਊ ਤੁਹਾਡੇ, ਤੁਸੀਂ ਮੇਰੇ ਕੋਲ ਹੀ ਰਿਵਿਊ ਕਰਾਣਾ ਹੈ ਨਾ। ਹਾਂ, ਤੁਹਾਡੇ ਕੋਲੋਂ ਕਰਾਣੇ ਆ ਰਿਵਿਊ ਚ ਫੈਸਲਾ। ਤੁਸੀਂ ਕੁਰਾਨੀ ਮਾਨੀ ਸਾਡੇ ਹੱਕ ਚ ਦਿੰਦੇ ਹੋ, ਤੁਸੀਂ 3 ਲੱਖ ਰੁਪਇਆ ਦੋ ਕੀਤਾ, ਫਿਰ ਮੈਂ ਤੁਹਾਨੂੰ ਲੱਖ ਵਾਪਸ ਕਰ ਨਾ। ਲੱਖ ਨਹੀਂ 3 ਲੱਖ ਜੁਰਮਾਨਾ ਲਾ ਕੇ ਦੋਗੇ ਨਾ।
ਤੇ ਫਿਰ ਤੇ ਮੈਂ ਤੁਹਾਡੇ ਤੇ ਇਹੀ ਕਹਾਂਗਾ ਕਿ ਫਿਟੇ ਮੂੰਹ ਤੁਹਾਡਾ, ਫਿੱਟੇ ਮੂੰਹ ਤੇ ਲੱਖ ਮੇਰੇ ਤੇ ਪਾ ਰਹੇ ਹੋ, ਮੇਰੀਆਂ ਮਿੰਤਾਂ ਕਰ ਰਹੇ ਹੋ, ਮੈਂ ਰਿਵਿਊ ਕਰਾਂ। ਯਾਰ ਮੁਸ਼ਤਬਾ ਕੀ ਹੈ ਤੂੰ? ਮੁਸ਼ਤਬਾ ਪੀਤੀ ਹੈ ਕਿ ਕੋਈ ਸ਼ੈ ਖਾਦੀ ਆ? ਫਿੱਟੇ ਮੂੰਹ ਮਰਜ਼ਾਈਆਂ ਤੁਹਾਡੇ ਦਾ ਕਿ ਮੈਨੂੰ ਤੁਸੀਂ ਮਿੰਤਾਂ ਕਰ ਰਹੇ ਹੋ ਮੈਂ ਤੁਹਾਡੀ ਰਿਵਿਊ ਕਰਾਂ ਤੇ ਅਸੀਂ ਮਿੰਤਾ ਮੁੰਤਾ ਨਹੀਂ ਕਰਦੇ ਪਏ, ਅਸੀਂ ਤੁਹਾਨੂੰ ਤੁਹਾਡਾ ਜਿਹੜੇ ਅਸੀਂ ਮਨਸਬ ਤੇ ਬਿਠਾਇਆ ਸੀ ਨਾ ਉਹ ਦੱਸਣ ਆ ਕਿ ਖੁਦਾ ਦੇ ਸਾਹਮਣੇ ਤੁਹਾਂ ਜਵਾਬ ਦੇਣਾ ਏ। ਮੇਰੇ ਖੁਦਾ ਦੇ ਸਾਹਮਣੇ ਜਵਾਬ ਦੇਣਾ ਜੇ, ਸਾਡਾ ਰਿਵਿਊ ਲੈ ਖੁਦਾ ਦੇ ਸਾਹਮਣੇ ਜਵਾਬ ਦੇਣਾ ਜੇ ਕਿ ਨਹੀਂ? ਹਾਂ ਯਾਨੀ ਮਗਰੂਰ ਬਣਦੇ ਪਏ ਤੁਸੀਂ ਕਿ ਅਸੀਂ ਤੁਹਾਨੂੰ ਮੁਨਸਬ ਬਣਾਇਆ, ਮਗਰੂਰ ਕਰਦੇ ਪਏ ਨਾ, ਮਗਰੂਰ ਕਰਦੇ ਪਏ ਕਿ ਅਸੀਂ ਤੁਹਾਨੂੰ ਮੁਨਸਬ ਬਣਾਇਆ, ਮਗਰੂਰ ਬਣਦੇ ਪਏ, ਮਗਰੂਰ ਬਣਦੇ ਪਏ, ਮਗਰੂਰ ਬਣਦੇ ਪਏ। ਤੇ ਤੁਹਾਨੂੰ ਮੇਰੀ ਕਾਦੀ? ਹਾਂ ਤੇ ਜਵਾਬ ਦਿਓ ਤੇ ਫਿਰ ਫੈਸਲਾ ਵੀ ਤਾਂ ਪੂਰਾ ਸੁਣੋ ਨਾ। ਅੱਲਾਹ ਤਾਲਾ ਮੈਨੂੰ ਪੁੱਛੇਗਾ ਜੇ ਮੈਂ ਗਲਤ ਫੈਸਲਾ ਸੁਣ ਲਿਆ ਤੁਸੀਂ ਸਾਰਾ? ਫੈਸਲਾ ਸੁਣ ਲਿਆ ਤੁਸੀਂ ਸਾਰਾ? ਮੈਂ ਫੈਸਲਾ ਕਰ ਦਿੱਤਾ ਹੈ। ਫੈਸਲਾ ਸੁਣਿਆ ਤੁਸੀਂ ਸਾਰਾ? ਨਹੀਂ ਫੈਸਲਾ ਤੁਸੀਂ ਸਾਰਾ ਸੁਣਿਆ ਨਹੀਂ? ਸੁਣਿਆ? ਅਸੀਂ ਕਹਿੰਦੇ ਆ ਕਿ ਫੈਸਲੇ ਦੇ ਵਿੱਚ ਇਹ ਚੀਜ਼ ਤੁਸੀਂ ਨਹੀਂ ਸੁਣੀ, ਕਿਉਂ ਨਹੀਂ ਤੁਸੀਂ ਸੁਣਦੇ ਪਏ ਦੁਬਾਰਾ? ਨਾ ਉਸ ਵੇਲੇ ਨਹੀਂ ਮਿਲਿਆ, ਤੁਸੀਂ ਸਾਨੂੰ ਥੱਲੇ ਲਾਤਾ, ਉਸ ਟਾਈਮ ਮੌਕਾ ਨਹੀਂ ਮਿਲਿਆ ਸਾਨੂੰ। ਲਾ ਦਿੱਤਾ ਹੈ। ਹਾਂ ਮੌਕਾ ਨਹੀਂ ਮਿਲਿਆ। ਐਡਾ ਵੱਡਾ ਝੂਠ ਹੁਣ ਮਿਰਜ਼ਾਈ ਬੋਲ ਰਹੇ ਨੇ, ਮੈਂ ਥੱਲੇ ਹਾਂ ਜਾਂ ਤੇ ਸਾਂ ਜਦੋਂ ਯਾਰ ਰਸੂਲ ਗੱਲ ਕਰਦਾ ਪਿਆ ਸੀ ਉਹਨਾਂ ਨੇ ਦਿੱਤੇ ਤੇ ਉਹਦੇ ਬਾਅਦ ਖਤਮ ਹੋ ਗਿਆ ਕੇਸ। ਇੰਕਲੂਡਿੰਗ ਮਾਰਕਸ ਦੇ ਵਿੱਚ ਅਗਰ ਉਹਨੇ ਇੱਕ ਨਵੀਂ ਗੱਲ ਕੀਤੀ ਹੈ ਤਾਂ ਉਹਦਾ ਮੈਂ ਜ਼ਿੰਮੇਦਾਰ ਹਾਂ, ਉਹਦਾ ਜ਼ਿੰਮੇਦਾਰ ਤੁਸੀਂ ਹੋ, ਤੁਹਾਡਾ ਹੱਕ ਬਣਦਾ ਕਿ ਨਵੀਂ ਗੱਲ ਸੀ। ਕਿਹੜੀ ਨਵੀਂ ਗੱਲ ਕੀਤੀ? ਉਹ ਅਸੀਂ ਉਸ ਟਾਈਮ ਸੁਣਾਵਾਂਗੇ ਜਦੋਂ ਰਿਵਿਊ ਕਰੋਗੇ ਤੁਸੀਂ। ਨਵੀਂ ਗੱਲ ਕੋਈ ਹੈ ਹੀ ਨਹੀਂ ਸੀ। ਨਵੀਂ ਗੱਲ ਹੈ ਵੇ, ਪਹਿਲੀ ਪੇਸ਼ ਕੀ ਸੀ? ਰਿਵਿਊ ਕਰੋ, ਮੈਂ ਹੁਣੇ ਸੁਣਾਉਣਾ ਵਾ, ਹੁਣੇ ਸੁਣਾਉਣਾ ਵਾ। ਨਵੀਂ ਗੱਲ ਹੈ ਸੀ, ਨਵੀਂ ਗੱਲ ਕਿਉਂ ਨਹੀਂ ਸੀ? ਨਹੀਂ ਹੋਏਗਾ ਜਦੋਂ ਤੱਕ ਪੈਸੇ ਨਹੀਂ ਪੇ ਹੋਣਗੇ। ਪੈਸੇ ਫਿਰ ਤੁਸੀਂ ਦੋਗੇ ਕਿਉਂਕਿ ਫੈਸਲਾ ਫਿਰ ਗਲਤ ਹੈ, ਉਹਦੇ ਪੈਸੇ ਤੁਸੀਂ ਦੋਗੇ ਅਗਰ ਤੁਸੀਂ ਰਿਵਿਊ ਕਰੋਗੇ। ਜਿਹਦੇ ਖਿਲਾਫ ਫੈਸਲਾ ਹੈ ਉਹਨੇ ਤਾਂ ਇਹੀ ਕਹਿਣਾ ਗਲਤ। ਹਾਂ ਤੇ ਠੀਕ ਹੈ, ਫੈਸਲਾ ਅਗਰ ਗਲਤ ਨਹੀਂ ਤੇ ਤੁਸੀਂ ਰਿਵਿਊ ਚ ਜਾਣ ਤੋਂ ਕਿਉਂ ਡਰਦੇ ਹੋ? ਹਾਂ ਤੇ ਤੁਸੀਂ ਰਿਵਿਊ ਚ ਜਾਂਦੇ ਹੋ ਕਿਉਂ ਡਰਦੇ ਹੋ ਅਗਰ ਫੈਸਲਾ ਗਲਤ ਨਹੀਂ ਤੇ? ਠੀਕ ਹਾਂ ਤੁਸੀਂ ਤੁਹਾਨੂੰ ਰਿਵਿਊ ਚ ਜਾਂਦੇ ਆ ਕਿ ਡਰ ਲੱਗਦਾ, ਉਹ ਫੈਸਲਾ ਤੁਹਾਨੂੰ ਦੁਬਾਰਾ ਦੇਣਾ ਚਾਹੁੰਦੇ ਹੋ? ਲੱਖ ਰੁਪਇਆ ਦੇ ਦਿਓ, ਮੈਂ ਰਿਵਿਊ ਕਰਾਂਗਾ। ਜੇ ਤੁਸੀਂ ਨਹੀਂ ਦੇਣਾ ਚਾਹੁੰਦੇ 2 ਲੱਖ ਰੁਪਇਆ ਤੇ ਰਿਵਿਊ ਦਿਓ, ਨਹੀਂ ਤੇ 2 ਲੱਖ ਰੁਪਇਆ ਤੁਸੀਂ ਦੋਗੇ। ਹਾਂ ਤੇ ਮੌਜਾਂ ਤੁਸੀਂ, ਮੌਜਾਂ ਅਸੀਂ ਤੁਹਾਨੂੰ ਨਹੀਂ ਮੌਜਾਂ ਕਰਨ ਦਾਂਗੇ, ਅਸੀਂ ਮੌਜਾਂ ਕਰਾਂਗੇ ਲੇਕਿਨ ਤੁਹਾਨੂੰ ਨਹੀਂ ਕਰਨ ਦਾਂਗੇ। ਫਿਰ 2 ਲੱਖ ਤੁਸੀਂ ਦੇਣਾ, ਅਗਰ ਤੁਸੀਂ ਰਿਵਿਊ ਨਹੀਂ ਕਰਨਾ ਤੇ 2 ਲੱਖ ਤੁਸੀਂ ਦੇਣਾ। ਕਰਦੇ ਰਹੋ, ਬਕਵਾਸ ਤੁਹਾਡੀ ਬਕਵਾਸ ਅਸੀਂ ਸੁਣਨੇ ਪਏ ਆ ਨਾ। ਹਾਂ ਤੇ ਬਸ ਹਾਂ ਤੇ ਫਿਰ 2 ਲੱਖ ਤੁਸੀਂ ਦੇਣਾ। ਤੁਸੀਂ ਮੇਰੀ ਨਾ ਸੁਣੋ ਬਕਵਾਸ, ਤੇ ਬਕਵਾਸ ਨਹੀਂ ਸੁਣਦੇ ਫਿਰ ਪੈਸੇ ਦੇ ਦਿਓ ਸਾਡੇ, ਬਕਵਾਸ ਨਾ ਕਰੋ। ਤੁਹਾਡੇ ਪੈਸੇ ਤੇਰੇ ਕਿਹੜੇ ਮੈਂ ਪੈਸੇ ਲਿੱਤੇ ਨੇ? ਇਹ ਜਿਹੜਾ ਫੈਸਲਾ ਗਲਤ ਕੀਤਾ ਜੇ ਪੈਸੇ ਕਿਉਂ ਦੇ ਜੇ? ਇਹ ਜਿਹੜਾ ਫੈਸਲਾ ਗਲਤ ਕੀਤਾ ਜੇ ਪੈਸੇ ਦੇ ਦਿਓ। ਹਾਂ ਜਿਹੜਾ ਫੈਸਲਾ ਗਲਤ ਕੀਤਾ ਜੇ ਤੇ ਪੈਸੇ ਨਹੀਂ ਮਿਲਦੇ। ਫਕੀਰ ਕਿਤੋਂ ਦੇ? ਹਾਂ ਤੇ ਪੈਸੇ ਦੋ। ਹਾਂ ਅਸੀਂ ਫਕੀਰ ਹੀ ਆ, ਪੈਸੇ ਕੱਢੋ। ਉਹ 2 ਲੱਖ ਰੁਪਇਆ ਦੇਵੋ, 2 ਲੱਖ ਦੇਵੋ, 2 ਲੱਖ ਕੱਢੋ। ਕਿਤੇ ਨੂੰ ਤੁਹਾਡਾ ਨਹੀਂ ਹੈ, ਅਕਲ ਨਹੀਂ ਆਉਂਦੀ। ਜੁੰਡੀਆਂ ਤੁਹਾਨੂੰ ਅਕਲ ਨਹੀਂ ਆਉਂਦੀ। ਮੰਗਤੇ ਕਿਥੋਂ ਦੇ? ਹਾਂ ਮੰਗਤੇ ਨਹੀਂ ਆ, ਤੂੰ ਮੰਗਤੇ ਹੀ ਸਮਝ ਸਾਨੂੰ ਪੈਸੇ ਦੇ। ਮੈਂ ਤੇਰੇ ਕੋਲ ਕੋਈ ਪੈਸੇ ਨਹੀਂ ਮੰਗੇ, ਤੂੰ ਮੇਰੇ ਕੋਲ ਮੰਗ ਰਹੇ ਹੈ। ਹਾਂ ਮੈਂ ਹੀ ਮੰਗਦਾ ਪਿਆ ਵਾਂ ਕਿ ਪੈਸੇ ਦੇ। ਮਰਜ਼ਾਈ ਮੰਗਤੇ ਆ, ਮੰਗੇ ਮਰਜ਼ਾਈਓ। ਹਾਂ ਮੈਂ ਰਿਸ਼ਤਾ ਵੀ ਮੰਗ ਸਕਦਾ। ਤੁਹਾਡਾ ਹਾਲ ਹੋ ਗਿਆ ਤੇ ਜੇ ਤੁਹਾਨੂੰ ਕੱਲ ਸਾਹਿਬ ਨਹੀਂ ਗੱਲ ਵਧਾਓ ਨਾ, ਗੱਲ ਨੂੰ ਉੱਥੇ ਹੀ ਰੱਖੋ। ਵੀ ਮੇਰੇ ਕੋਲ ਕਾਹਦੇ ਪੈਸੇ ਮੰਗਦੇ? ਤੁਹਾਨੂੰ ਸ਼ਰਮ ਵੀ ਨਹੀਂ ਆਉਂਦੀ? ਹਾਂ ਦੇਣੇ ਨੇ ਪੈਸੇ, ਹੋਰ ਕਿਹਨੇ ਦੇਣੇ ਨੇ? ਜਾਂ ਉਹ ਫੈਸਲਾ ਦਰੁਸਤ ਕਰੋ, ਰਿਵਿਊ ਚ ਜਾਓ, ਮਾਨੀ ਪ੍ਰਾਨੀ ਦੁਬਾਰਾ ਫੈਸਲਾ ਕਰ ਦਿਓ, ਤੁਹਾਨੂੰ ਕਾਹਦੀ ਟੈਨਸ਼ਨ ਹੈ? ਉਹ ਮਰਜ਼ਾਈ ਸ਼ਰਤ ਤੂੰ ਮੇਰੇ ਕੋਲ ਪੁੱਛ ਕੇ ਲਾਈ ਸੀ ਮਰਜ਼ਾਈਆ? ਉਹ ਸ਼ਰਤ ਨਹੀਂ ਲਾਈ, ਤੂੰ ਇਨਸਾਫ ਕੀਤਾ। ਤੂੰ ਲਾਈ ਸੀ ਸ਼ਰਤ? ਇਨਸਾਫ ਕੀਤਾ, ਇਨਸਾਫ ਵਾਸਤੇ ਤੈਨੂੰ ਚੁਣਿਆ ਸੀ ਨਾ, ਇਨਸਾਫ ਵਾਸਤੇ ਤੁਹਾਨੂੰ ਚੁਣਿਆ ਸੀ ਨਾ। ਸ਼ਰਤ ਤੂੰ ਹਾਰ ਗਿਆ ਨਾ ਫਿਰ। ਮੈਂ ਤੇ ਨਹੀਂ ਹਾਰਿਆ। ਅਗਰ ਮੈਂ ਹਾਰ ਗਿਆ ਵਾਂ, ਮੈਂ ਹਾਰ ਗਿਆ ਵਾਂ ਤਾਂ ਕੁਰਾਨੀ ਮਾਨੀ ਤੁਸੀਂ ਦੁਬਾਰਾ ਦੱਸ ਦਿਓ ਸਾਨੂੰ ਕਿ ਮੈਂ ਹਾਰ ਗਿਆ ਵਾਂ। ਹਾਂ ਮੈਂ ਦੱਸ ਦਿੱਤਾ ਤੂੰ ਹਾਰ ਗਿਆ ਹੈ, ਪੈਸੇ ਹਾਂ ਉਹ ਕੁਰਾਨੀ ਮਾਨੀ ਜ਼ਰਾ ਰਿਵਿਊ ਕਰਕੇ ਕਰੋ ਨਾ। ਨਹੀਂ ਮੈਂ ਰਿਵਿਊ ਕਰਾਂਗਾ, ਪੈਸੇ ਜਦੋਂ ਪੇ ਹੋ ਜਾਣਗੇ ਫਿਰ ਰਿਵਿਊ ਹੋਏਗਾ। ਪੈਸੇ ਫਿਰ ਤੁਸੀਂ ਦਵੋਗੇ। ਚਾਰਕ ਚੌਹਾਨ ਸਾਹਿਬ ਤੁਸੀਂ ਪੈਸਿਆਂ ਦੀ ਗੱਲ ਕਿਉਂ ਕਰ ਰਹੇ ਹੋ? ਤੁਹਾਨੂੰ ਜਦੋਂ ਪਤਾ ਹੈ, ਤੁਹਾਨੂੰ ਤੁਸੀਂ ਖੁਦ ਇਹ ਗੱਲ ਮੰਨ ਚੁੱਕੇ ਹੋ ਕਿ ਤੁਹਾਡੇ ਕੋਲ ਫੈਸਲਾ ਗਲਤ ਹੋਇਆ ਹੈ, ਫਿਰ ਵੀ ਤੁਸੀਂ ਕਮ ਸੇ ਕਮ ਇਹ ਗੱਲ ਕਰੋ ਮੇਰੇ ਕੋਲ ਗਲਤ ਹੋਇਆ। ਮੈਂ ਤੇ ਕਿਹਾ ਕੱਲ ਮੰਨਿਆ ਤੁਸੀਂ, ਫੈਸਲਾ ਕੀਤਾ, ਕੱਲ ਮੰਨਿਆ ਤੁਸੀਂ, ਕੱਲ ਤੁਸੀਂ ਇਹ ਮੰਨਿਆ ਕਿ ਮੇਰੇ ਕੋਲ ਫੈਸਲਾ ਗਲਤ ਹੋਇਆ। ਜੇ ਅਸੀਂ ਤੁਹਾਨੂੰ ਆਡੀਓ ਸੁਣਾ ਦਈਏ ਤੇ ਆਡੀਓ ਤੇ ਸੁਣਾ ਰਹੇ ਹਾਂ ਤੇ ਆਡੀ ਆਡੀਓ ਸੁਣਾਈਏ ਫਿਰ। ਮੈਂ ਤੇ ਕਹਿ ਰਿਹਾ ਮੈਂ ਬਿਲਕੁਲ ਸਹੀ ਫੈਸਲਾ ਕੀਤਾ। ਸਾਥ ਝੂਠ ਨਾ ਬੋਲੋ, ਝੂਠ ਨਾ ਬੋਲੋ। ਆਰਾਮ ਨਾਲ ਜਿਹੜਾ ਕੱਲ ਤੁਸੀਂ ਸਾਡੇ ਸਾਹਮਣੇ ਬਿਆਨ ਦਿੱਤਾ ਸੀ ਉਹ ਰਿਕਾਰਡਡ ਹੈ। ਤੁਹਾਨੂੰ ਲੱਗਦਾ ਕਿ ਰਿਕਾਰਡ ਨਹੀਂ ਹੋਇਆ ਤਾਂ ਸਰ ਰਿਕਾਰਡ ਕੀਤਾ ਸੀ। ਜਿਸ ਬਿਆਨ ਦੇ ਵਿੱਚ ਤੁਸੀਂ ਇਹ ਕਿਹਾ ਸੀ ਫਰੀ ਕਹਿਣ ਦੀਆਂ ਗੱਲਾਂ ਸੁਣ ਕੇ ਮੈਂ ਹਾਂ ਤੇ ਉਹੀ ਤੁਹਾਨੂੰ ਦੱਸਨੇ ਆ ਕਿ ਜ਼ਰਾ ਮਿਊਟ ਕਰੋ ਨਾ। ਹਾਂ ਤੁਸੀਂ ਦੋਵਾਂ ਦੀ ਨਹੀਂ ਸੁਣੀ, ਗੱਲ ਹੀ ਨਹੀਂ ਸੁਣੀ ਤਾਂ ਤੁਹਾਨੂੰ ਕਹਿਣ ਦਿਆ ਕਿ ਤੁਸੀਂ ਸਾਡੀ ਗੱਲ ਨਹੀਂ ਸੁਣੀ। ਮਾਨੀ ਇੱਕ ਮਿੰਟ ਗੱਲ ਸੁਣ। ਕਿਹੜਾ ਦੋਲੇ ਸ਼ਾਹ ਦਾ ਚੂਹਾ ਮਰਜ਼ਾਈ ਮੈਨੂੰ ਮਿਊਟ ਕਰ ਰਿਹਾ। ਅੱਛਾ ਠੀਕ ਹੈ ਤਾਰਕ ਚੌਹਾਨ ਸਾਹਿਬ ਗਾਲਾਂ ਕੱਢ ਲਓ ਜਿੰਨੀਆਂ ਕੱਢਣੀਆਂ ਅੱਜ।
गाली काट लो अपने जंबा साहब, गाला ਕੱਢ ਲੋ ਤੁਸੀਂ ਵਹੀ ਕਰ ਰਹੇ ਹੋ हाँ जंबा साहब और गाला काट लो। ਤਸਵੀਰ ਲਾ ਕੇ ਤੁਸੀਂ ਗਾਲਾਂ ਕੱਢ ਰਹੇ ਹੋ ਮਾਂ ਭੈਣ ਦੀ। ਸੁਣ ਲਓ ਤੁਸੀਂ ਗਾਲਾਂ ਦੇ ਕਾਬਲ ਹੋ ਸਾਰੇ। ਗੱਲ ਇਹ ਵੇ ਤਾਰਕ ਚੌਹਾਨ ਸਾਹਿਬ, ਹੁਣ ਤਸੱਲੀ ਨਾਲ ਸੁਣ ਲਿਓ। ਅੱਜ ਤੁਸੀਂ ਇਹ ਗੱਲ ਸੁਣੀ ਹੈ ਅਮਰ ਨਜ਼ੀਰ ਦੇ ਸਾਹਮਣੇ। ਅਮਰ ਨਜ਼ੀਰ ਨੇ ਆਖਿਆ ਕਿ ਤੁਹਾਨੂੰ ਇਹ ਕਾਲੂ ਨੇ ਗੱਲ ਬਿਆਨ ਕੀਤੀ ਸੀ, ਤੁਸੀਂ ਆਖਿਆ ਮੈਂ ਨਹੀਂ ਸੁਣੀ। ਇਹ ਗੱਲ ਤੁਸੀਂ ਆਪਣੇ ਮੂੰਹੋਂ ਬਿਆਨ ਕੀਤੀ, ਮੈਂ ਰਿਕਾਰਡਿੰਗ ਕੀਤੀ, ਮੈਂ ਤੁਹਾਨੂੰ ਰਿਕਾਰਡਿੰਗ ਵੀ ਪੇਸ਼ ਕਰ ਸਕਦਾ, ਠੀਕ ਹੈ। ਦੂਜੀ ਗੱਲ, ਤੁਹਾਨੂੰ ਜਦੋਂ ਕੱਲ ਇਮਰਾਨ ਕਾਲੂ, ਇੱਕ ਤਾਂ ਤੁਹਾਨੂੰ ਗੱਲ ਜਿਹੜੀ ਇਮਰਾਨ ਕਾਲੂ ਨੇ ਕਹੀ ਹੈ ਉਹ ਸੁਣੀ ਕੋ ਨਹੀਂ, ਤੁਸੀਂ ਅੱਜ ਇਕਰਾਰ ਕਰ ਲਿਆ ਕਿ ਮੈਂ ਸੁਣੀ ਕੋ ਨਹੀਂ। ਇਹਦਾ ਮਤਲਬ ਕਿ ਤੁਸੀਂ ਵਨ ਸਾਈਡਡ ਫੈਸਲਾ ਕੀਤਾ, ਦੋਵਾਂ ਫਰੀਕਾਂ ਦੇ ਬਿਆਨ ਸੁਣ ਕੇ ਫੈਸਲਾ ਨਹੀਂ ਕੀਤਾ। ਇਹ ਤੁਹਾਡੇ ਬਕੌਲ ਤੁਹਾਡੀ ਗੱਲ ਦੇ ਮੁਤਾਬਕ। ਦੂਸਰਾ, ਕੱਲ ਜਦੋਂ ਦੂਸਰੀ ਆਖਰੀ ਟਰਮ ਸੀ, ਆਖਰੀ ਟਰਮ ਦੇ ਵਿੱਚ ਜ਼ਿਆਰ ਸੂਰ ਨੇ ਜਿਹੜੀ ਨਵੀਂ ਚੀਜ਼ ਤੁਹਾਡੇ ਅੱਗੇ ਵੀਡੀਓ ਦੇ ਮੁਤਾਬਕ ਰੱਖੀ ਸੀ ਕਿ ਮੇਰਾ ਇਹ ਚੀਜ਼ ਸਾਬਤ ਹੋ ਰਹੀ ਹੈ ਇਸ ਗੱਲ ਦੇ ਮੁਤਾਬਕ, ਉਹ ਅਸੀਂ ਤੁਹਾਡੇ ਉਦੋਂ ਰੱਖਾਂਗੇ ਜਦੋਂ ਤੁਸੀਂ ਰਿਵਿਊ ਤੇ ਜਾਓਗੇ ਨਾ, ਉਹ ਤੁਹਾਨੂੰ ਵੀਡੀਓ ਦੇ ਵਿੱਚ ਪ੍ਰੂਫ ਦੇਵਾਂਗੇ, ਠੀਕ ਹੈ। ਥੱਲੋਂ ਇਮਰਾਨ ਕਾਲੂ ਉਸੇ ਟਾਈਮ ਰਿਕੁਐਸਟ ਪਾ ਕੇ ਬੈਠਾ ਤੇ ਐਂਡ ਤੱਕ ਰਿਕੁਐਸਟ ਪਾ ਕੇ ਬੈਠਾ ਰਿਹਾ ਕਿ ਕਿਸੇ ਤਰੀਕੇ ਨਾਲ ਦੁਬਾਰਾ ਕਾਲ ਚੁੱਕੇ ਤੇ ਦੁਬਾਰਾ ਗੱਲ ਹੋਏ ਤੇ ਇਹ ਮੈਂ ਗੱਲ ਕਲੀਅਰ ਕਰਾਂ ਕਿ ਜਿਹੜੀ ਵੀਡੀਓ ਦੀ ਇਹ ਗੱਲ ਦੁਬਾਰਾ ਕਰ ਰਿਹਾ ਹੈ ਉਹ ਗਲਤ ਕਰ ਰਿਹਾ ਹੈ, ਉਹ ਝੂਠੀ ਕਰ ਰਿਹਾ ਹੈ, ਠੀਕ ਹੈ। ਤੁਸੀਂ ਉੱਥੇ ਕਾਲ ਨਹੀਂ ਚੁਕਵਾਈ, ਗੱਲ ਨਹੀਂ ਸੁਣੀ ਇਮਰਾਨ ਕਾਲੂ ਦੀ। ਦੂਸਰਾ, ਗੱਲ ਜਿਹੜੀ ਉਹਨੇ ਕੀਤੀ ਹੈ ਉਹਨੂੰ ਤੁਸੀਂ ਸਿਗਨਲਾਂ ਦੀ ਵਜ੍ਹਾ ਤੋਂ ਜਾਂ ਤੁਹਾਡੀ ਹੈਂਡ ਫ੍ਰੀ ਡਿੱਗ ਪਈ ਹੈ ਕਿਸੇ ਵੀ ਚੱਕਰ ਨਾਲ ਤੁਸੀਂ ਉਹ ਗੱਲ ਨਹੀਂ ਸੁਣੀ। ਇਹ ਤੁਹਾਡਾ ਬਿਆਨ ਮੌਜੂਦ ਹੈ, ਕਿ ਤੁਸੀਂ ਅਮਰ ਨਜ਼ੀਰ ਦੇ ਸਾਹਮਣੇ ਅੱਜ ਮੰਨੇ ਹੋ ਕਿ ਮੈਨੂੰ ਇਹ ਇਮਰਾਨ ਕਾਲੂ ਨੇ ਉਸ ਟਾਈਮ ਨਹੀਂ ਦੱਸੀ ਇਹ ਗੱਲ, ਤੇ ਇਮਰਾਨ ਕਾਲੂ ਨੇ ਉਹ ਗੱਲ ਬਿਆਨ ਕੀਤੀ ਹੈ। ਸਾਬਤ ਕਰਨਾ ਸਾਡਾ ਕੰਮ ਹੈ, ਰਿਵਿਊ ਤੇ ਜਾਓ, ਸਾਬਤ ਕਰਨਾ ਸਾਡਾ ਕੰਮ ਹੈ ਕਿ ਤੁਸੀਂ ਦੋ ਪੁਆਇੰਟਾਂ ਦੇ ਉੱਤੇ ਫੈਸਲੇ ਨੂੰ ਰੱਖਿਆ ਸੀ, ਇੱਕ ਆਡੀਓ ਦੇ ਉੱਤੇ, ਦੂਜੀ ਕਿ ਟਾਈਮ ਫੁੱਲ ਦਿੱਤਾ ਗਿਆ ਹੈ ਇਮਰਾਨ ਕਾਲੂ ਨੇ ਜੋ ਬਿਆਨ ਕੀਤਾ, ਦੋਵੇਂ ਹੀ ਤੁਹਾਡੀਆਂ ਝੂਠੀਆਂ ਪੈ ਰਹੀਆਂ। ਨਾ ਤੇ ਤੁਸੀਂ ਆਡੀਓ ਪੇਸ਼ ਕਰ ਸਕੇ ਹੋ, ਨਾ ਆਡੀਓ ਦੇ ਉੱਤੇ ਸਬੂਤ ਦੇ ਸਕੇ ਹੋ ਕਿ ਆਡੀਓ ਦੀ ਪਹਿਲੋਂ ਸੀ, ਉਹ ਹਾਲਾਂਕਿ ਬਾਅਦ ਦੀ ਸੀ। ਇਹਦੇ ਵਿੱਚ ਵੀ ਤੁਸੀਂ ਸਬੂਤ ਨਹੀਂ ਲਿਆ ਉਹਦੇ ਕੋਲ, ਤੇ ਨਾ ਹੀ ਤੁਸੀਂ ਉਹਨੂੰ ਇਹ ਗੱਲ ਆਖੀ ਕਿ ਇਹਦਾ ਸਬੂਤ ਪੈਦਾ ਕਰ। ਫੈਸਲਾ ਤੁਸੀਂ ਦੇਣ ਤੋਂ ਬਾਅਦ ਇਹ ਗੱਲ ਕੀਤੀ ਹੈ ਕਿ ਮੈਂ ਇਹ ਗੱਲਾਂ ਸੁਣੀਆਂ ਹੀ ਕੋਈ ਨਹੀਂ ਇਮਰਾਨ ਕਾਲੂ ਦੀਆਂ, ਹਾਲਾਂਕਿ ਇਮਰਾਨ ਕਾਲੂ ਨੇ ਸੁਣਾਈਆਂ ਨੇ ਉਹ ਗਾਲਾਂ। ਇੱਥੋਂ ਸਮਝ ਆਉਂਦੀ ਹੈ ਕਿ ਤੁਹਾਡੇ ਕੋਲ ਫੈਸਲਾ ਕਹਿ ਲਓ ਕਿ ਗਲਤੀ ਨਾ ਹੋ ਗਿਆ, ਜੋ ਕਿ ਕੁਰਾਨ ਦੀ ਆਇਤ ਦੇ ਵਿੱਚ ਵੀ ਆਵੇ ਕਿ ਇਨਸਾਨ ਗਲਤੀ ਦਾ ਪੁਤਲਾ ਹੈ, ਗਲਤੀਆਂ ਹੋ ਜਾਂਦੀਆਂ ਨੇ। ਤੁਹਾਨੂੰ ਸਿਰਫ ਅਣਖ, ਤੁਹਾਡੇ ਅੰਦਰ ਆਕੜ, ਤੁਹਾਡੇ ਅੰਦਰ ਪਤਾ ਨਹੀਂ ਕਿਹੜੀ ਐਸੀ ਚੀਜ਼ ਹੈ ਕਿ ਜਿਹੜੀ ਤੁਹਾਨੂੰ ਇਸ ਗੱਲ ਦੇ ਉੱਤੇ ਐਗਰੀ ਨਹੀਂ ਕਰ ਰਹੀ ਕਿ ਤੁਹਾਡੇ ਕੋਲ ਫੈਸਲਾ ਗਲਤ ਹੋਇਆ। ਹਾਲਾਂਕਿ ਪੂਰੀ ਦੁਨੀਆ, ਮੈਂ ਇਸ ਗੱਲ ਦਾ ਮਾਨੀ ਕਰਾਨੀ ਫੈਸਲਾ ਕਰ ਸਕਦਾ ਵਾਂ ਕਿ ਅਮਰ ਨਜ਼ੀਰ ਵੀ ਇਸ ਗੱਲ ਨੂੰ ਮੰਨਦਾ ਹੈ, ਜਿਹਦੇ ਬਾਰੇ 'ਚ ਤੁਸੀਂ ਫੈਸਲਾ ਕੀਤਾ ਉਹ ਵੀ ਇਸ ਗੱਲ ਨੂੰ ਮੰਨਦਾ ਕਿ ਤੁਸੀਂ ਫੈਸਲਾ ਗਲਤ ਕੀਤਾ ਹੈ, ਲੇਕਿਨ ਉਹ ਫਿਰ ਵੀ ਸ਼ਨਾਈਆਂ ਬਜਾ ਰਹੇ ਨੇ। ਉਹ ਇਸ ਗੱਲ ਨੂੰ, ਉਹਨਾਂ ਨੂੰ ਪਤਾ ਹੈ ਕਿ ਫੈਸਲਾ ਸਾਡੇ ਖਿਲਾਫ। ਅੱਜ ਅਬਦੁੱਲਾ ਦਾ ਬਿਆਨ ਮੈਂ ਰਿਕਾਰਡ ਕੀਤਾ, ਅਬਦੁੱਲਾ ਕਹਿਣ ਡਿਆ ਕਿ 80 ਲੱਖ ਰੁਪਈਆ, ਅਮਰ ਨਜ਼ੀਰ ਕਹਿ ਰਿਹਾ ਅਸੀਂ ਲੱਖ ਰੁਪਈਆ ਲੈ ਕੇ ਬੈਠੇ ਸਾਂ, ਠੀਕ ਹੈ। ਅਬਦੁੱਲਾ ਕਹਿ ਰਿਹਾ ਕਿ ਮੈਂ ਰਾਤ ਨੂੰ ਡਰਨਾ ਪਿਆ, ਮੈਂ ਕਿਹਾ ਸਵੇਰੇ ਸਾਡੇ ਖਿਲਾਫ ਫੈਸਲਾ ਹੋਣਾ ਹੈ, ਲੇਕਿਨ ਉਹਨਾਂ ਨੂੰ ਕੀ ਪਤਾ ਸੀ ਕਿ ਜੱਜ ਜਿਹੜਾ ਹਕੀਕਤ ਇਹ ਬੰਦੇ ਨੂੰ ਕਿਹਨੇ ਚੁੱਕਿਆ ਉੱਤੇ, ਇਹ ਬੰਦੇ ਨੂੰ ਕਿਹਨੇ ਚੁੱਕਿਆ ਉੱਤੇ, ਇਹ ਬੰਦੇ ਨੂੰ ਕਿਹਨੇ ਉੱਤੇ ਚੁੱਕਿਆ? ਉਹ ਗੱਲ ਤੇ ਇਹਨੂੰ ਇਹਦੀ ਲੋੜ ਕਾਦੀ ਹੈ? ਕਿਹਨੂੰ ਲੋੜ ਇਹਦੀ? ਮਲਕ ਅਸਰ ਦੀ। ਮਲਕ ਅਸਰ ਕਿਹਨੂੰ ਲੋੜ ਹੈ? ਮਲਕ ਅਸਰ ਦੀ ਲੋੜ ਕਿਹਨੂੰ ਹੈ? ਮਲਕ ਅਸਰ ਦੀ ਲੋੜ ਕਿਹਨੂੰ ਪਈ ਹੈ? ਕਿਹਨੇ ਉੱਤੇ ਚੁੱਕਿਆ ਇਹਨੂੰ? ਉਹਨੂੰ ਥੱਲੇ ਗੱਲ ਕਰ ਦਿਓ, ਆਪਸ ਵਿੱਚ ਗੱਲ ਕਰ ਰਹੇ ਆ। ਤਾਰਕ ਚੌਹਾਨ ਸਾਹਿਬ ਸਾਡੇ ਇਸ ਟਾਈਮ ਮੌਜੂਦ ਨੇ, ਸਾਡੇ ਇਸ ਟਾਈਮ ਮੁਖਾਲਫ ਨਹੀਂ ਹੈ। ਅਗਰ ਮੁਖਾਲਫ ਨਹੀਂ ਤੇ ਕਿਸੇ ਨਾਲ ਗੱਲ ਕਰਨੀ ਪਏਗੀ ਤੇ ਉਹ ਜ਼ਿਆਦਾ ਮੌਕੇ ਨਹੀਂ ਦੇਣ ਦੇ ਬੋਲਣ ਦਾ। ਮੈਂ ਉਸ ਵੇਲੇ ਜਿਹੜੀ ਵੀ ਸਬੂਤ ਪੇਸ਼ ਕੀਤੇ ਗਏ ਮੈਂ ਬੜੀ ਤਵੱਜੋ ਨਾਲ ਸੁਣੇ ਸੀ, ਔਰ ਮੈਂ ਉਹਨਾਂ ਦੇ ਸਬੂਤ ਦੇ ਉੱਤੇ ਫੈਸਲਾ ਕਰ ਦਿੱਤਾ, ਔਰ ਉਹ ਫੈਸਲਾ ਮੈਂ ਹੱਕ ਔਰ ਸੱਚ ਦੇ ਮੁਤਾबिक ਕੀਤਾ ਹੈ। ਜੋ ਜਿਤਨੀ ਮੇਰੀ ਅਕਲ ਸੀ, ਜ਼ਾਹਿਰ ਮੈਂ ਕੋਈ ਪਰਫੈਕਟ ਤੇ ਨਹੀਂ ਹੈ, ਲੇਕਿਨ ਜ਼ਾਹਿਰ ਮੈਂ ਇਨਸਾਨ ਅਕਲੇ ਕੋਲ ਨਹੀਂ ਹੈ। ਇਹ ਤੁਸੀਂ ਕਹਿ ਦੋ, ਇੱਕ ਤੁਸੀਂ ਕਹਿ ਸਕਦੇ ਹੋ ਲਫ਼ਜ਼ ਕਿ ਅਕਲੇ ਕੋਲ ਤੁਸੀਂ ਨਹੀਂ ਹੈ। ਹਰ ਬੰਦਾ ਇਹ ਕਹਿ ਸਕਦਾ, ਕੋਈ ਨਹੀਂ ਹੁੰਦਾ। ਇਨਸਾਨ ਆਪਣੀ ਅਕਲ ਦੇ ਮੁਤਾबिक ਫੈਸਲਾ ਕਰਦਾ ਹੈ। ਇਹ ਵੀ ਅਗਰ ਤੁਸੀਂ ਕਹਿ ਦੇ ਮੁਤਾबिक ਸੱਚ ਦੇ ਉੱਤੇ ਜੋ ਵੀ ਉਹਨੂੰ ਸਮਝ ਆਉਂਦੀ ਉਹ ਫੈਸਲਾ ਕਰਦਾ ਹੈ। ਲੇਕਿਨ ਅਗਰ ਤੁਹਾਨੂੰ ਲੱਗ ਜਾਏ ਜੀ ਤੁਹਾਨੂੰ ਤੁਹਾਡੇ ਉੱਤੇ 1 ਲੱਖ ਦੇਣਾ ਆ ਗਿਆ, ਉਹ ਤੇ ਤੁਹਾਡੇ ਉੱਤੇ ਬਣਦਾ ਪਿਆ, ਪੈਸੇ ਕਰ ਦਿਓ, ਜਦੋਂ ਤੁਸੀਂ ਪੈਸੇ ਪੇ ਕਰ ਦਿਓਗੇ ਤੇ ਫਿਰ ਰਿਵਿਊ ਅਸੀਂ ਕਰਾਂਗੇ। ਸੁਣ ਲਓ ਅਗਰ ਜਿਹੜੀ ਚੀਜ਼ ਮੈਂ ਹੁਣੇ ਬਿਆਨ ਕੀਤੀ ਹੈ ਕਿ ਤੁਸੀਂ ਅੱਜ ਅਮਰ ਨਜ਼ੀਰ ਦੇ ਸਾਹਮਣੇ ਇਹ ਇਕਰਾਰ ਕੀਤਾ ਕਿ ਮੈਂ ਕਾਲੂ ਦੀ ਉਹ ਗੱਲ ਨਹੀਂ ਸੁਣੀ, ਉਹਨੇ ਇਹ ਗੱਲ ਬਾਅਦ ਚ ਬਿਆਨ ਕੀਤੀ ਹੈ, ਅਗਰ ਉਹ ਮੈਂ ਸਾਬਤ ਕਰ ਦਿਆਂ ਕਿ ਕਾਲੂ ਨੇ ਉਹ ਗੱਲ ਤੁਹਾਨੂੰ ਉੱਥੇ ਬਹਿ ਕੇ ਕੀਤੀ ਹੈ, ਫਿਰ ਮੰਨ ਜਾਓਗੇ ਕਿ ਤੁਹਾਡੇ ਕੋਲ ਗਲਤੀ ਹੋਈ ਹੈ, ਫੈਸਲੇ ਨੂੰ ਛੱਡ ਦਿਓ, ਲੱਖ ਨੂੰ ਛੱਡ ਦਿਓ। ਨਹੀਂ ਮੈਂ ਕਹਿਣ ਡਿਆ ਕਿ ਲੱਖ ਨੂੰ ਤਾਂ ਹੀ ਕਹਿਣ ਡਿਆ, ਗੱਲ ਦਾ ਫਾਇਦਾ ਨਹੀਂ, ਉਹਦੇ ਉੱਤੇ ਸੁਣ ਲਓ ਗੱਲ ਦਾ ਫਾਇਦਾ ਨਹੀਂ, ਗੱਲ ਦਾ ਫਾਇਦਾ ਨਹੀਂ। ਤਾਰਕ ਸਾਹਿਬ ਮੇਰੀ ਗੱਲ ਸੁਣੀ, ਜਿਹਦੇ ਖਿਲਾਫ ਫੈਸਲਾ ਹੁੰਦਾ ਨਾ ਉਹ ਇਹੀ ਗੱਲਾਂ ਕਰਦਾ ਰਹਿੰਦਾ। ਨਹੀਂ ਮੈਂ ਕਹਿਣ ਡਿਆ ਜੱਜ ਸਾਹਿਬ ਸੁਣ ਲਓ, ਤੁਹਾਨੂੰ ਅਗਰ ਇਹ ਚੀਜ਼ ਸਾਬਤ ਕਰ ਦਿੱਤੀ ਜਾਏ ਕਿ ਜਿਹੜਾ ਤੁਸੀਂ ਅੱਜ ਬਿਆਨ ਦਿੱਤਾ ਹੈ ਉਹ ਝੂਠਾ ਦਿੱਤਾ ਹੈ ਫੈਸਲੇ ਦੇ ਮੁਤਾਬਕ, ਫਿਰ ਤੁਸੀਂ ਮੰਨ ਜਾਓਗੇ ਕਿ ਕੁਰਾਨ ਦੀ ਆਇਤ ਦੇ ਮੁਤਾਬਕ ਤੁਸੀਂ ਇਨਸਾਨ ਹੋ,
ਤੁਸੀਂ ਖੁਦਾ ਨਹੀਂ, ਤੁਹਾਡੇ ਕੋਲ ਗਲਤੀ ਹੋ ਗਈ ਹੈ, ਇਹ ਮੰਨ ਜਾਓਗੇ? ਸਿਰਫ ਇਹ ਮੰਨਣਾ, ਇਸ ਤੋਂ ਇਲਾਵਾ ਤੁਸੀਂ ਖੁਦਾ ਦੀ ਕਸਮ ਹੈ ਨਾ ਤੁਸੀਂ ਰੂਬੀਓ ਤੋਂ ਆਇਓ, ਨਾ ਤੁਸੀਂ ਲੱਖ ਰੁਪਈਆ ਛੱਡਿਓ, ਨਾ ਕੋਈ ਬੰਦਾ ਕੋਈ ਗੱਲ ਕਰੇ, ਕੋਈ ਤੁਹਾਡੇ ਵਾਸਤੇ ਕੋਈ, ਸਿਰਫ ਇੰਨੀ ਗੱਲ ਮੰਨ ਜਾਓ, ਮੈਂ ਸਾਬਤ ਕਰਨ ਨੂੰ ਮੇਰਾ ਤਿਆਰ ਹਾਂ, ਤੁਸੀਂ ਇੰਨੀ ਗੱਲ ਮੰਨ ਜਾਓ ਕਿ ਤੁਹਾਡੇ ਕੋਲ ਫੈਸਲਾ ਗਲਤ ਹੋਇਆ। मैंने कुछ साबित नहीं करना, ਇਹ ਵਾਲੀਆਂ ਜਿਹੜੀਆਂ ਗੱਲਾਂ ਨੇ ਤੁਹਾਨੂੰ ਫਿਰ ਮੈਂ ਝੂਠਾ ਸਾਬਤ ਕਰਨ ਦਾ ਕੀ ਫਾਇਦਾ ਹੋਏਗਾ ਜੇ ਮੈਂ ਤੁਹਾਨੂੰ ਝੂਠਾ ਸਾਬਤ ਕਰ ਦਿਆਂ? ਆਡੀਓ ਉਹਨਾਂ ਨੂੰ ਐਨਾਲਿਸਿਸ ਕਰਨਾ, ਇਹਨਾਂ ਦਾ ਕੋਈ ਫਾਇਦਾ ਨਹੀਂ ਹੈ। ਫੈਸਲਾ ਮੈਂ ਦੇ ਦਿੱਤਾ ਹੈ ਔਰ ਮੈਂ ਅੱਲਾਹ ਤਾਲਾ ਦੇ ਹਜ਼ੂਰ ਜਵਾਬ ਦਿਆਂ। ਦੇਖੋ ਨਾ, ਤੁਸੀਂ ਹੁਣ ਖੁਦਾ ਬਣ ਕੇ ਬਹਿ ਗਏ ਨਾ, ਖੁਦਾ ਬਣਨਾ ਨਾ ਤੇ ਜ਼ਾਹਿਰ ਹੈ ਕਿ ਮੇਰੇ ਤੇ ਅਜ਼ਾਬ ਹੈ। ਅਗਰ ਕਿਸੇ ਸ਼ਖਸ ਨੇ ਬਦਨੀਅਤੀ ਦੇ ਉੱਤੇ ਫੈਸਲਾ ਕੀਤਾ ਹੈ, ਉਹਦੇ ਸਿਰਫ ਅਜ਼ਾਬ ਹੈ। इतने इस तो पहलों कि तुहाडे ते अजाब आए लाख रुपया ना तुहानू लभना मेरे ते अजाब ऐसे नहीं आएगा क्योंकि मेरी नीयत ठीक है। हां नहीं नीयत ठीक है। रिव्यू कर दिया कि मसला रिव्यू कर दिया, कोई 10 साल लगने ने फैसले मैं फैसला कर देता है अगर तुहानू अजाब तो डर उस फैसले दे विच मैं बिल्कुल हक बचाना सी। सुन लो तारक साहब, अगर यार कितनी दफा सुन चुके हैं वही गल तुसी रिपीट कर रहे हो। ਤੁਹਾਡੀ ਵਿਖਾਈ ਜਾ ਰਹੀ ਹੈ, ਤੁਹਾਡੀ ਇੱਕ ਗਲਤੀ ਸਾਰਾ ਦਿਨ ਇਹੀ ਗੱਲਾਂ ਕਰ ਰਹੇ ਹੋ। ਸੁਣ ਲਓ, ਤੁਹਾਡੀ ਇੱਕ ਗਲਤੀ ਤੁਹਾਨੂੰ ਵਿਖਾਈ ਜਾ ਰਹੀ ਹੈ, ਤੁਸੀਂ ਉਹ ਕਬੂਲ ਨਹੀਂ ਕਰ ਰਹੇ, ਇਹਦੇ ਉੱਤੇ ਅਜ਼ਾਬ ਆਏਗਾ ਕਿ ਨਹੀਂ? ਨਹੀਂ, ਉਹ ਮੇਰੀ ਕੋਈ ਗਲਤੀ ਹੈ ਹੀ ਨਹੀਂ ਹੈ ਤੇ ਤੁਸੀਂ ਬਾਅਦ ਨੁਕਤੇ ਮੈਂ ਕਹਿੰਦਾ ਕਿ ਮੈਂ ਸਾਬਤ ਬਾਅਦ ਚ ਦੱਸਣਾ ਹੀ ਤੁਹਾਨੂੰ ਉੱਥੇ ਪਹਿਲੀ ਗੱਲ ਕਰਨਾ ਸਾਨੂੰ ਮੌਕਾ ਦਿਓਗੇ ਕਿ ਆਪੇ ਤਾਰ ਸਾਹਿਬ ਨਾਲ ਗੱਲ ਕਰੀਏ। ਯਾਰ ਸਾਕੀ ਸਾਹਿਬ ਆਏ ਨੇ, ਸਾਕੀ ਸਾਹਿਬ ਹੀ ਕਰਦੇ ਨੇ, ਮੈਂ ਤੇ ਚੁੱਪ ਜੇ ਹੁਣ 1 1 2 2 ਗੱਲ ਮੁਕਾਂਦੇ ਨਹੀਂ ਹੁਣ ਤੁਸੀਂ ਗੱਲ ਨਵੀਂ ਕਰਕੇ ਨਵਾਂ ਪਤਾ ਹੁੰਦਾ ਕਿ ਤੁਸੀਂ ਕਸਮ ਹੈ ਬਿਸਤੀ ਵਾਲੇ ਪਾਸੇ ਹੀ ਜਾਂਦੇ ਹੋ। ਫਿਰ ਕੱਲੂ ਭਾਈ ਨਾਲ ਮੈਂ ਗੱਲ ਕਰਨੀ, ਮੈਂ ਤਾਰਕ ਚੌਹਾਨ ਸਾਹਿਬ ਨਾਲ ਨਹੀਂ ਕਰਨੀ, ਨਾ ਕਿਸੇ ਹੋਰ ਨਾਲ ਕਰਨੀ। ਕੱਲੂ ਭਾਈ ਦੇਖੋ, ਤੁਸੀਂ ਕੱਲ ਉੱਥੇ ਵੀਡੀਓ ਗੱਲ ਕਰਦੇ ਹੋਇਆ ਵੀ ਕਿਹਾ ਸੀ ਕਿ ਇਹ ਬੰਦਾ ਕਸਮ ਚੁੱਕ ਦੇਵੇ ਤਾਂ ਮੈਂ ਲੱਖ ਰੁਪਈਆ ਛੱਡ ਦੇਣਾ। ਕੱਲੂ ਭਾਈ ਤੁਸੀਂ ਕਿਹਾ ਸੀ ਨਾ ਭਾਈ ਅਗਰ ਤਿਆਰ ਸਹੂਲਤ ਹੋਵੇ ਉਹ ਆਡੀਓ ਦੇ ਬਾਰੇ ਜੀ। ਤੇ ਜਦੋਂ ਤਾਰਕ ਚੌਹਾਨ ਨੇ ਹਲਫੀਆ ਬਿਆਨ ਦੇ ਕੇ ਕਸਮ ਚੁੱਕ ਕੇ ਉਹਨੇ ਕਿਹਾ ਸੀ ਕਿ ਮੈਂ ਫੈਸਲਾ ਹੱਕ ਸੱਚ ਦਾ ਕਰਾਂ ਦਾ, ਉਹਨੇ ਝੂਠਾ ਕੀਤਾ ਸੱਚਾ ਕੀਤਾ, ਉਹਨੂੰ ਕਬੂਲ ਕਰੋ, ਆਪਣੀ ਸਜ਼ਾ ਸਮਝ ਕੇ ਕਬੂਲ ਕਰ ਲਓ ਕਿ ਮੈਂ ਅੱਗੋਂ ਇੰਜ ਦੀ ਗਲਤੀ ਨਹੀਂ ਕਰਾਂਗਾ ਕਿ ਮੈਂ ਇਹੋ ਜਿਹਾ ਬੰਦਾ ਚੁਣਾ। ਮਸਲਾ ਇਹ ਨਹੀਂ ਸਾਚੀ ਭਾਈ, ਬਿਲਕੁਲ ਸਹੀ ਗੱਲ ਸਾਚੀ ਭਾਈ, ਮਸਲਾ ਇਹ ਨਹੀਂ। ਇਹਨਾਂ ਨੂੰ ਰਿਵਿਊ ਚ ਜਾਂਦਿਆਂ ਕੀ ਮਸਲਾ ਬਣਦਾ ਪਿਆ ਜੀ? ਉਹਨਾਂ ਨਹੀਂ ਜਾਣਾ ਇਹ ਜੋ ਅਗਰ ਹੱਕ ਸੱਚ ਤੇ ਨੇ, ਇਹਨਾਂ ਹੱਕ ਸੱਚ ਦਾ ਫੈਸਲਾ ਕੀਤਾ ਤੇ ਇਹਨਾਂ ਨੂੰ ਜਾਣ ਦਾ ਕੀ ਮਸਲਾ? ਲੇਕਿਨ ਆਪਸ਼ਨ ਮੌਜੂਦ ਨੇ ਸਾਡੇ ਕੋਲ। ਨਹੀਂ ਆਪਸ਼ਨ ਕੋਈ ਨਹੀਂ। 1 1 2 2 ਭਾਈਜਾਨ, ਜਿੱਦੋਂ ਤੁਸੀਂ ਪਹਿਲਾਂ ਸ਼ਰਤਾਂ ਰੱਖੀਆਂ ਸੀ ਨਾ ਤੇ ਉਦੋਂ ਕਿਹਾ ਸੀ ਜੱਜ ਜਿਹੜਾ ਵੀ ਫੈਸਲਾ ਕਰੇਗਾ ਉਹ ਦੋਵਾਂ ਅਫਰੀਕਨ ਨੂੰ ਕਬੂਲ ਹੋਵੇਗਾ। ਤੇ ਜੱਜ ਨੂੰ ਇਹ ਕਹਿਣ ਡਿਆ ਕਿ ਜੱਜ ਨੇ ਗੱਲ ਹੀ ਨਹੀਂ ਪੂਰੀ ਸੁਣੀ। ਅਸਾਂ ਇਹ ਤਾਂ ਨਹੀਂ ਕਿਹਾ ਕਿ ਜੱਜ ਨੇ ਬਗੈਰ ਸੁਣਿਓ ਜਿਹੜਾ ਵੀ ਫੈਸਲਾ ਕੀਤਾ ਜੱਜ ਨੂੰ ਸੁਣਾ ਕੇ ਕਿਹਾ ਸੀ ਨਾ। ਇਹ ਤੇ ਫਿਰ ਅਸਾਂ ਇਹ ਕਿਹਾ ਹੀ ਨਹੀਂ ਕਿ ਅਗਰ ਜੱਜ ਦੇ ਨਾਲ ਕੋਈ ਗੱਲ ਸਾਡੀ ਅਗਰ ਰਹਿ ਗਈ ਹੈ ਜਿਹੜੀ ਬਿਆਨ ਕਰਨ ਵਾਲੀ ਨਹੀਂ, ਜਾਂ ਜੱਜ ਨੂੰ ਅਗਰ ਗਲਤੀ ਲੱਗਣ ਡਈ ਉਹ ਗੱਲ ਸਮਝਣ 'ਚ, ਤੇ ਅਸੀਂ ਉਹ ਬਿਆਨ ਨਹੀਂ ਕਰ ਸਕਦੇ। ਇਹ ਤੇ ਅਸਾਂ ਸ਼ਰਤ ਨਹੀਂ ਰੱਖੀ, ਔਰ ਨਾ ਹੀ ਜੱਜ ਨੇ ਸ਼ਰਤ ਰੱਖੀ ਸੀ ਕਿ ਮੇਰਾ ਜਿਹੜਾ ਇੱਕ ਹੀ ਫੈਸਲਾ ਹੋਏਗਾ, ਇਸ ਤੋਂ ਬਾਅਦ ਮੈਂ ਤੁਹਾਡੀ ਕੋਈ ਗੱਲ ਨਹੀਂ ਜੇ ਸੁਣਨੀ। ਜਾਂ ਜਦੋਂ ਜੱਜ ਨੇ ਮੈਨੂੰ ਥੱਲੇ ਲਾਇਆ ਹੈ, ਜਦੋਂ ਮੈਂ ਥੱਲੇ ਉਤਰਿਆ, ਇਹਨੇ ਕਿਹਾ ਜੱਜ ਨੇ ਕਿ ਇਹ ਤੇਰੀ ਆਖਰੀ ਗੱਲ, ਇਸ ਤੋਂ ਬਾਅਦ ਮੈਂ ਕੋਈ ਗੱਲ ਨਹੀਂ ਸੁਣਨੀ, ਕਿਸੇ ਕਿਸਮ ਦਾ ਕੋਈ ਕੰਕਲੂਡਿੰਗ ਰਿਮਾਰਕਸ ਦਿੱਤੇ ਸੀ ਤੇ ਉਦੋਂ ਕੰਕਲੂਡਿੰਗ ਰਿਮਾਰਕ ਦਾ ਕੀ ਮਤਲਬ ਹੁੰਦਾ? ਕੰਕਲੂਡਿੰਗ ਮਾਰਕਸ ਦੇ ਵਿੱਚ ਤੁਸੀਂ ਕਿਹਾ ਸੀ ਕਿ ਇਸ ਤੋਂ ਬਾਅਦ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਸੁਣੀ ਜਾਏਗੀ, ਹਾਜ਼ਮੀ ਆਖਰੀ ਔਰ ਹਤਮੀ। ਕੰਕਲੂਡਿੰਗ ਰਿਮਾਰਕਸ ਦੇ ਬਾਅਦ ਇਹੀ ਹੁੰਦਾ ਹੈ, ਇਹ ਸ਼ਰਤ ਹੈ ਸੀ, ਸ਼ਰਤ ਹੈ ਸੀ ਵਿੱਚ ਫੈਸਲਾ ਹੋਏਗਾ, ਸ਼ਰਤ ਹੈ ਸੀ। ਯਾਰ ਇਹ ਗੱਲ ਸਾਕੀ ਸਾਹਿਬ ਨੂੰ ਦੱਸਣ ਦਿਓ। ਤਾਰਕ ਚੌਹਾਨ ਸਾਹਿਬ ਤੁਸੀਂ 1 ਮਿੰਟ ਚੁੱਪ ਕਰੋ, ਸਾਕੀ ਸਾਹਿਬ ਨੂੰ ਗੱਲ। ਸਾਕੀ ਸਾਹਿਬ ਤੁਸੀਂ ਕਰੋ ਸਵਾਲ ਇਹਦੇ ਉੱਤੇ, ਤੁਹਾਨੂੰ ਕੋਈ ਸਵਾਲ ਆਵੇ ਤਾਂ ਤੁਸੀਂ ਕਰੋ। ਸ਼ਰਤ ਹੈ ਸੀ ਇਹ ਮੈਂ ਕੱਲ ਮੇਰਾ ਕੋਈ ਇਹੋ ਜਿਹਾ ਸਵਾਲ ਨਹੀਂ, ਮੇਰਾ ਸਿਰਫ ਇੰਨੀ ਗੱਲ ਆ ਕਿ ਉਹਨੇ ਜੋ ਜਵਾਬ ਦੇ ਦਿੱਤਾ ਨਾ ਫੈਸਲਾ ਉਹ ਕਬੂਲ ਕਰ ਲਓ ਆਪਣੀ ਸਜ਼ਾ ਸਮਝ ਕੇ, ਤਾਂ ਕਿ ਅੱਗੋਂ ਵਾਸਤੇ ਅਗਾਹ ਹੋ ਜੋ ਕਿ ਤੁਸੀਂ ਇੰਜ ਦਾ ਬੰਦਾ ਨਹੀਂ ਚੁਣਨਾ। ਉਹਨੇ ਝੂਠਾ ਹੀ ਕੀਤਾ ਫੈਸਲਾ। ਸਾਕੀ ਭਾਈ ਫੈਸਲਾ ਹੋਇਆ ਹੀ ਨਹੀਂ ਨਾ, ਇਹੀ ਤੁਹਾਨੂੰ ਦੱਸ ਰਹੇ ਆ ਯਾਰ। ਇੱਕ ਸੈਕਿੰਡ ਯਾਰ ਭਾਈ, ਕੋਈ ਕਿਸੇ ਬੰਦੇ ਨੂੰ 1 ਸੈਕਿੰਡ ਗੱਲ ਕਰ ਲੈਣ ਦਿਓ। ਜੀ ਜੀ ਜ਼ਰੂਰ ਕਾ ਭਾਈ। ਇਸ ਤੋਂ ਬਾਅਦ ਸਾਕੀ ਭਾਈ ਨੂੰ ਸਿਰਫ, ਸਾਕੀ ਭਾਈ ਇੱਕ ਤੇ ਸਾਡੀ ਗੱਲ ਨਹੀਂ ਸੁਣੀ ਗਈ, ਗੱਲ ਨਹੀਂ ਹੋਈ ਸਾਡੀ, ਤੇ ਜਿੰਨੀ ਹੋਈ ਹੈ ਨਾ ਉਹਦਾ ਤਾਰਕ ਸਾਹਿਬ ਦਾ ਬਿਆਨ ਮੌਜੂਦ ਹੈ ਕਿ ਮੈਂ ਸੁਣੀ ਨਹੀਂ। ਹਾਂ, ਉਹਦਾ ਕੀ ਕਰੋਗੇ? ਜਿੰਨੀ ਹੋਈ ਹੈ ਉਨੀ ਸੁਣੀ ਨਹੀਂ, ਤੇ ਜਿਹੜੀ ਹੋਈ ਨਹੀਂ ਉਹ ਸਾਨੂੰ ਕਰਨ ਨਹੀਂ ਦਿੱਤੀ ਗਈ। ਹੁਣ ਸਾਡੇ ਬਿਹਾਵ ਤੇ ਤਾਰਕ ਸਾਹਿਬ ਨੇ ਖੁਦ ਫੈਸਲਾ ਸੁਣਾਇਆ। ਇਸ ਲਿਹਾਜ਼ ਨਾਲ ਕੱਲ ਨੂੰ ਵੀ ਗੱਲ ਕਰ ਰਿਹਾ, ਮੈਂ ਵੀ ਕਰ ਰਿਹਾ, ਜੇ ਤੁਸੀਂ ਸਾਡੇ ਬਿਹਾਵ ਤੇ ਖੁਦ ਫੈਸਲਾ ਕੀਤਾ ਹੈ ਤੇ ਫਿਰ ਪੈਸੇ ਵੀ ਖੁਦ ਦਿਓ, ਫਿਰ ਸਾਨੂੰ ਕੀ ਕਹਿੰਦੇ ਉਲਟਾ ਸਾਨੂੰ ਵੀ ਦਿਓ, ਕਿਉਂਕਿ ਸਾਡਾ ਤਾਂ ਕੇਸ ਜਿੱਤੇ ਸਾਹੀ ਤੇ ਕੇਸ ਹਰੇ ਹੀ ਨਹੀਂ ਸਾ। ਇਹ ਵਜ੍ਹਾ ਸੀ, ਹੋਰ ਸਾਨੂੰ ਕੋਈ ਜੱਜ ਕੋ ਪੈਸੇ ਮੰਗਣ ਦੀ ਜ਼ਰੂਰਤ ਨਹੀਂ ਹੈ ਨਾ ਸਾਨੂੰ। ਸਿਰਫ ਇਹਨਾਂ ਨੂੰ ਸਮਝਾਉਣ ਵਾਸਤੇ ਕਿ ਤੁਸੀਂ ਖੁਦ ਇਨਸਾਨ ਹੋ, ਤੁਸੀਂ ਮੰਨਦੇ ਹੋ ਕਿ ਤੁਸੀਂ ਇਨਸਾਨ ਹੋ, ਤੁਹਾਡੇ ਕੋਲ ਸਮਝ ਆਉਣ ਡਿਆ ਤੁਹਾਨੂੰ ਕਿ ਤੁਹਾਡੇ ਕੋਲ ਗਲਤੀ ਹੋਈ ਹੈ। ਮੈਂ ਸਾਬਤ ਕਰਨ ਨੂੰ ਤਿਆਰ ਹਾਂ ਕਿ ਤੁਹਾਡੇ ਕੋਲ ਗਲਤੀ ਹੋਈ ਹੈ, ਠੀਕ ਹੈ? ਫਿਰ ਮੰਨ ਜਾਵੋ ਕਿ ਗਲਤੀ ਹੋਈ ਹੈ, ਇਹਦੇ 'ਚ ਖੁਦਾ ਬਣਨ ਦੀ ਕੀ ਜ਼ਰੂਰਤ ਹੈ?
ਸਿਰਫ ਇੰਨੀ ਗੱਲ ਕਰ ਦੇਣ, ਸਿਰਫ ਸੁਣੋ ਇੰਨੀ ਗੱਲ ਕਰ ਦੇਣ ਕਿ ਭਾਈ ਜੀ ਮੇਰੇ ਕੋਲ ਗਲਤੀ ਹੋਈ ਹੈ ਫੈਸਲੇ 'ਚ, ਜਾਓ ਸਾਕੀ ਸਾਹਿਬ ਜੈਸਾ ਤੁਸੀਂ ਆਖੋਗੇ ਕਰ ਲਾਂਗੇ, ਆਖਰ ਮੰਨ ਜਾਣ। ਕੋਈ ਗੱਲ ਨਹੀਂ ਹੋਈ। ਸਾਕੀ ਭਾਈ ਇੱਕ ਗੱਲ ਮੈਂ ਤੁਹਾਡਾ ਮੰਨ ਜਾਓ, ਕੋਈ ਗੱਲ ਨਹੀਂ। ਇੱਕ ਮਿੰਟ ਬਾਤ ਸਾਹਿਬ, ਮੈਂ ਸਾਕੀ ਭਾਈ ਨਾਲ ਗੱਲ ਕਰਨੀ ਹੈ। ਸਾਕੀ ਭਾਈ ਜਦੋਂ ਵੀ ਫੈਸਲਾ ਕੋਈ ਹੁੰਦਾ ਹੈ ਤੇ ਉਸ ਤੋਂ ਬਾਅਦ ਮਤਲਬ ਜੱਜ ਫੈਸਲਾ ਸੁਣਾਉਣ ਤੋਂ ਪਹਿਲੇ ਇਹ ਨਹੀਂ ਕਹਿੰਦਾ ਕਿ ਬਈ ਕਾਲੂ ਸਾਹਿਬ ਨੂੰ ਪੁੱਛਣਾ ਸੀ ਚਾਹੀਦਾ ਕਿ ਬਈ ਹੁਣ ਤੂੰ ਕੋਈ ਗੱਲ ਐਡ ਤੇ ਨਹੀਂ ਕਰਨੀ ਵਿੱਚ, ਕਿਉਂਕਿ ਆਖਰੀ ਜ਼ਿਆ ਰਸੂਲ ਸਾਹਿਬ ਨੇ ਜਦੋਂ ਆਡੀਓ ਪੇਸ਼ ਕੀਤੀ ਹੈ ਉਸ ਤੋਂ ਬਾਅਦ ਕਿਆ ਹੱਕ ਨਹੀਂ ਸੀ ਹੈ ਤਾਰਕ ਚੌਹਾਨ ਸਾਹਿਬ ਦਾ ਕਿ ਉਹ ਕਾਲੂ ਨੂੰ ਪੁੱਛਦੇ ਕਿ ਬਈ ਤੂੰ ਇਸ ਆਡੀਓ ਦੇ ਬਾਰੇ 'ਚ ਕੋਈ ਗੱਲ ਤੇ ਨਹੀਂ ਕਰਨੀ। ਬਸ ਇੰਨੀ ਜੀ ਗੱਲ ਹੈ ਤੇ ਉਸ ਤੋਂ ਬਾਅਦ ਤੁਸੀਂ ਆਪ ਦੱਸ ਦਿਓ ਕਿ ਕੰਕਲੂਡਿੰਗ ਰਿਮਾਰਕਸ ਦੇ ਵਿੱਚ ਕੋਈ ਨਹੀਂ ਬਸ਼ਰ ਭਾਈ ਦੇਖੋ ਤਾਰਕ ਸਾਹਿਬ ਸੁਪਰੀਮ ਕੋਰਟ 'ਚ ਲੈ ਜਾਓ ਫੈਸਲਾ, ਤੁਹਾਨੂੰ ਸੁਪਰੀਮ ਕੋਰਟ ਦਾ ਜੱਜ ਬਣਾ ਦੇਣੇ, ਆਲਮੀ ਅਦਾਲਤ ਦਾ ਜੱਜ ਬਣਾ ਦੇਣੇ ਤੇ ਦੁਬਾਰਾ ਰਿਵਿਊ ਕਰ ਦਿਓ, ਮੰਨ ਜਾਓ। ਕੀ ਹੋਣ ਡਿਆ ਤੁਹਾਨੂੰ ਕੋਈ ਨਹੀਂ ਤਲਵਾਰ ਲੈ ਕੇ ਕੋਈ ਵੀ ਬੰਦਾ ਨਹੀਂ ਸਾਡੇ ਟਿਕ ਦਿੱਤਾ। ਵੇਖੋ ਤਾਰਕ ਭਾਈ ਅਸਾਂ ਪਹਿਲਾਂ ਵੀ ਤੁਹਾਡੀ ਨੀਅਤ ਦੇ ਉੱਤੇ ਨਹੀਂ ਸ਼ੱਕ ਕੀਤਾ, ਅਸਾਂ ਕਿਹਾ ਤੁਹਾਡੀ ਨੀਅਤ ਦੇ ਉੱਤੇ ਸ਼ੱਕ ਹੈ, ਇੱਕ ਵਾਰੀ ਨਹੀਂ ਅਸਾਂ ਕਿਹਾ। ਜਦੋਂ ਖਾਸ ਤੌਰ ਤੇ ਜਦੋਂ ਤੁਸੀਂ ਕੁਰਾਨ ਵਿੱਚ ਕਹਿਤਾ ਹੈ, ਜਦੋਂ ਕੁਰਾਨ ਦੀ ਗੱਲ ਕਰਤੀ ਹੈ ਤੇ ਗੱਲ ਖਤਮ ਹੈ। ਸਾਨੂੰ ਤੁਹਾਡੀ ਰਾਜੀ ਨਹੀਂ ਤੇ ਬਸ ਗੱਲ ਖਤਮ। ਤੁਸੀਂ ਹੁਣ ਫ੍ਰੀ ਕਹਿਣ ਨੂੰ ਅਸੀਂ ਬਾਅਦ ਗੱਲ ਕਰਾਂਗੇ, ਪਹਿਲੂ ਤੁਸੀਂ ਤੇ ਰਾਜ਼ੀ ਹੋਵੋ। ਤੁਸੀਂ ਰਾਜ਼ੀ ਹੋਣ ਨਹੀਂ ਡੇ ਤੇ ਫ੍ਰੀ ਕਹਿਣ ਨੂੰ ਅਸੀਂ ਕੀ ਕਰਦੇ ਪਈਏ? ਹੈ ਹੀ ਨਹੀਂ ਹੈਸੀਅਤ। ਉਹ ਤੁਹਾਡੀ ਉਹ ਹੈਸੀਅਤ ਕਿਹਨੇ ਕਿਹਾ ਸੀ ਤੁਸੀਂ ਸਿਰਫ ਇੱਕ ਘੰਟੇ ਵਾਸਤੇ ਜੱਜ ਹੋ? ਕਿਸੇ ਕਿਹਾ ਸੀ ਕਿ ਤੁਸੀਂ ਸਿਰਫ ਇੱਕ ਘੰਟੇ ਵਾਸਤੇ ਜੱਜ ਬਣਾਇਆ ਸੀ? ਮੇਰੀ ਹੈਸੀਅਤ ਬਣੀ ਸੀ। ਹੁਣ ਅਸੀਂ ਦੂਸਰਿਆਂ ਨੂੰ ਵੀ ਬਣਾਉਂਦੇ ਆ ਨਾ। ਗੱਲ ਸੁਣੋ ਤਾਰਕ ਭਾਈ, ਕਾਲੂ ਸਾਹਿਬ ਮੈਂ ਰਿਵਿਊ ਕਰਾਂਗਾ ਫਿਰ ਤੁਸੀਂ ਮੇਰੀ ਗੱਲ ਨਹੀਂ ਮੰਨਣੀ। ਤਾਰਿਕ ਭਾਈ ਇੱਕ ਸਵਾਲ ਆਏਗਾ ਫਿਰ ਤੁਸੀਂ ਮੰਨੋਗੇ। ਉਹ ਮੰਨਾਂਗੇ ਲਾਲਾ ਮੰਨਾਂਗੇ, ਰਜ਼ਾਈਅਤ ਦਾ ਤਰੀਕ ਹੈ। ਚਲੋ ਫਿਰ ਉਹ ਗੱਲ ਲਾਲਾ ਗਾਲਾਂ ਕੱਢ ਲਵੋ। ਤਾਰਿਕ ਸਾਹਿਬ ਇੱਕ ਮਿੰਟ ਗੱਲ ਸੁਣੋ। ਤਾਰਕ ਚੌਹਾਨ ਸਾਹਿਬ ਅਸਾਂ ਪਹਿਲੂ ਫੈਸਲਾ ਮੰਨਣ ਤੋਂ ਇਨਕਾਰ ਕੀਤਾ। ਤਾਰਿਕ ਸਾਹਿਬ ਇੱਕ ਗੱਲ ਸੁਣ ਲਓ ਮੇਰੀ, ਸਾਨੂੰ ਸਿਰਫ ਇਹ ਤੁਹਾਨੂੰ ਕਹਿੰਦੇ ਆ ਕਿ ਰਿਵਿਊ ਕਰ ਲਓ। ਮੁਹਤਰਮ ਅਗਰ ਤੁਹਾਡਾ ਫੈਸਲਾ ਉਹ ਹੀ ਰਹੇਗਾ ਤੇ ਅਸੀਂ ਪਾਬੰਦ ਹਾਂ। ਤੁਸੀਂ ਨਹੀਂ ਪਾਬੰਦ, ਤੁਸੀਂ ਫਿਰ ਇਹੀ ਗੱਲਾਂ ਕਰਨੀ। ਸਿੱਧੂ ਭਾਈ ਨੇ ਕਿਹਾ ਹੈ ਜਾਂ ਨਹੀਂ ਕਿ ਮੈਂ ਪਾਬੰਦ ਹਾਂ? ਸਿੱਧੂ ਭਾਈ ਨੇ ਇੱਕ ਵਾਰੀ ਵੀ ਕਿਹਾ ਮੈਂ ਨਹੀਂ ਪਾਬੰਦ। ਪੈਸੇ ਦੇ ਦੇਗਾ ਫਿਰ ਦੇਖਾਂਗੇ। ਨਹੀਂ ਇਹ ਗਲਤ ਗੱਲ ਹੈ ਨਾ। ਇਹ ਜਦੋਂ ਪੈਸੇ ਦੇਗਾ ਉਦੋਂ ਵੇਖਾਂਗੇ। ਉਦੋਂ ਕਿੰਨੇ ਵੇਖਣਾ ਜਦੋਂ ਉਹਨਾਂ ਨੂੰ ਪੈਸੇ ਮਿਲ ਜਾਣੇ ਉਹਨਾਂ ਨੂੰ ਰਿਵਿਊ ਕਰਨਾ। ਤਾਰਿਕ ਭਾਈ ਇਹਨੂੰ ਖੇਖਣ ਜਿਹਾ ਕਰਨ ਡਿਆ ਜਨਾਬ, ਡਰਾਮੇ ਯਾਰ ਸਾਹਿਬ ਇੱਕ ਮਿੰਟ ਯਾਰ, ਇੱਕ ਮਿੰਟ ਠਹਿਰ ਜਾਓ। ਤਾਰਿਕ ਭਾਈ ਇੱਕ ਮਿੰਟ ਸਿਰ ਮੈਨੂੰ ਗੱਲ ਪੁੱਛ ਲੈਣ ਦਿਓ। ਤਾਰਿਕ ਭਾਈ ਕੋ ਜਦੋਂ ਉਹਨਾਂ ਨੂੰ ਪੈਸੇ ਮਿਲ ਜਾਣੇ ਨੇ, ਵੇਖੋ ਤਾਰਿਕ ਸਾਹਿਬ ਤੁਸੀਂ ਖੁਦ ਕਹਿੰਦੇ ਹੋ। ਕਾਲੂ ਨੂੰ ਬੱਚਿਆਂ ਨੂੰ ਮੌਕਾ ਦਿਓ ਇੱਕ ਮਿੰਟ। ਇੱਕ ਗੱਲ ਤੇ ਤਾਰਿਕ ਸਾਹਿਬ ਕੋ ਪੁੱਛ ਲੈਣ ਦਿਓ। ਮੈਨੂੰ ਹੁਣ ਇੱਕ ਮਿੰਟ ਨਾ ਸਿਰਫ ਇੱਕ ਮਿੰਟ ਮੈਨੂੰ ਗੱਲ ਕਰ ਲੈਂਦੇ। ਮੈਂ ਵੀ ਬੜੀ ਦੇਰ ਦਾ ਲਓ ਤੁਸੀਂ ਮੈਂ ਗੱਲ ਕਰਾਂਗਾ ਬਾਅਦ ਕਰੋ। ਤਾਰਿਕ ਭਾਈ ਕੋ ਸਿਰਫ ਮੈਂ ਗੱਲ ਪੁੱਛਣੀ ਹੈ। ਤਾਰਿਕ ਭਾਈ ਕੱਲ ਮੈਂ ਨਾ ਤੁਹਾਡੀ ਉਹ ਆਡੀਓ ਇੱਥੇ ਸੁਣ ਰਿਹਾ ਸਾਂ ਜਦੋਂ ਤੁਸੀਂ ਬੈਠੇ ਤਾਂ ਤੁਹਾਡੀ ਨੀਅਤ ਤੇ ਕੋਈ ਸ਼ੱਕ ਨਹੀਂ ਹੈ ਕਿਉਂਕਿ ਤੁਸੀਂ ਕੁਰਾਨ ਦੀ ਆਇਤ ਪੜ੍ਹੀ। ਅਸੀਂ ਕੌਣ ਹੁੰਦੇ ਆ ਸ਼ੱਕ ਕਰਨ ਵਾਲੇ? ਮੈਂ ਸਿਰਫ ਇੱਕ ਗੱਲ ਕਰਨੀ ਹੈ। ਤੁਸੀਂ ਕੱਲ ਇੱਕ ਗੱਲ ਕੀਤੀ ਸੀ ਇੱਥੇ ਕਿ ਜਿਹੜੀ ਆਡੀਓ ਦੀ ਪਹਿਲੇ ਜਾਂ ਬਾਅਦ ਦਾ ਰੌਲਾ ਸੀ, ਤੁਸੀਂ ਕਿਹਾ ਸੀ ਕਿ ਆਡੀਓ 'ਚ ਤਾਸਰ ਆ ਰਿਹਾ ਸੀ ਕਿ ਉਹ ਪਹਿਲੇ ਦੀ ਹੈ। ਤੁਸੀਂ ਤਾਸਰ ਦੀ ਬੁਨਿਆਦ ਤੇ ਕਾਲੂ ਸਾਹਿਬ ਕੋਈ ਨਹੀਂ ਪੁੱਛਿਆ ਕਿ ਕਾਲੂ ਮੈਨੂੰ ਇਹ ਤਾਸਰ ਆ ਰਿਹਾ, ਇਹ ਗੱਲ ਤੂੰ ਇਹਨੂੰ ਸਾਬਤ ਕਰ ਸਕਣਾ ਜਾਂ ਨਹੀਂ? ਤੁਸੀਂ ਤਾਸਰ ਦੀ ਬੁਨਿਆਦ ਤੇ ਫੈਸਲਾ ਕਰ ਸਕਦੇ ਹੋ ਬੀਇੰਗ ਅ ਜੱਜ। ਹਾਂਜੀ, ਬਜਾਏ ਦੇ ਤੁਸੀਂ ਫਰੀਕੇ ਮੁਖਾਲਿਫ को पूछो। नहीं मेरी गल सुन लो। ਜਿਹੜੀ ਆਡੀਓ ਹੈ ठीक है ਤੁਸੀਂ ਫਰੀਕੇ ਮੁਖਾਲਿਫ को पूछते। ਇੱਕ ਮਿੰਟ ਮੇਰੀ ਪਲੀਜ਼ ਗੱਲ ਸੁਣ ਲਓ ਪਲੀਜ਼, ਮੈਂ ਰਿਕੁਐਸਟ ਕਰ ਰਿਹਾ। ਤੁਹਾਨੂੰ ਇੱਕ ਜਦੋਂ ਤਾਸਰ ਆ ਰਿਹਾ ਤੇ ਤੁਹਾਡਾ ਕੰਮ ਨਹੀਂ ਬਣਦਾ ਕਿ ਕਾਲੂ ਸਾਹਿਬ ਇਸ ਆਡੀਓ ਤੋਂ ਮੈਨੂੰ ਇਹ ਤਾਸਰ ਆ ਰਿਹਾ ਤੇ ਮੈਂ ਇਹ ਤੁਹਾਡੇ ਕੋਲ ਪੁੱਛਣਾ ਚਾਹਨਾ ਕਿ ਇਹਨੂੰ ਤੁਸੀਂ ਸਾਬਤ ਕਰ ਸਕਦੇ ਹੋ ਕਿ ਇਹ ਤਾਸਰ ਗਲਤ ਹੈ ਜਾਂ ਮੈਂ ਆਪਣਾ ਤਾਸਰ ਸਹੀ ਸਮਝਾਂ। ਉਸ ਤੋਂ ਬਾਅਦ ਤੁਹਾਡਾ ਫੈਸਲਾ ਕਰਨਾ ਬਣਦਾ ਸੀ ਜਾਂ ਪਹਿਲੇ ਬਣਦਾ ਸੀ? ਬਸ ਇਹ ਮੈਂ ਤੁਹਾਡੇ ਕੋਲ ਸਵਾਲ ਪੁੱਛਣਾ ਪਲੀਜ਼। ਜਦੋਂ ਉਹਨਾਂ ਨੇ ਆਪਣੀ ਪੇਸ਼ ਕਰ ਦਿੱਤੀ ਆਪਣੀ ਗੱਲ ਔਰ ਮੈਂ ਦੋਨਾਂ ਨੇ ਜਿਹੜੇ ਸਬੂਤ ਦਿੱਤੇ ਸੀ ਉਹਦੇ ਉੱਤੇ ਮੈंने ਜੱਜਮੈਂਟ ਦੇਣੀ ਸੀ ਕਿ ਮੈਂ ਉਸ ਤੋਂ ਕੀ ਸਮਝਿਆ। ਹੁਣ ਯਾਰ ਕੱਲ ਮੇਰੀ ਵਾਰੀ ਨਾਸਰ ਭਾਈ ਐਸੇ ਤੇ ਹੁਣ ਸਾਰੀ ਉਮਰ ਹੀ ਲੰਬਾ ਤੁਸੀਂ ਕਰਦੇ ਰਹੋ ਕਿ ਜੀ ਇਹ ਫਲਾਣਾ ਹੋ ਗਿਆ। ਆਖਰੀ ਰਿਵਿਊ ਹੈ। ਹੁਣ ਮੈਂ ਗੱਲ ਕਰਨਾ ਆਖਰੀ ਰਿਵਿਊ ਹੈ ਤੁਹਾਡੇ ਕੋਲ ਹੀ ਰਿਵਿਊ ਲੈਣਾ। ਅੱਛਾ ਯਾਰ ਕੱਲ ਮੇਰੀ ਬਸ ਮੈਨੂੰ ਮਿਊਟ ਕਰਦਾ ਹੈ ਤਾਰਕ ਸਾਹਿਬ। ਹੁਣ ਨਾਸਰ ਭਾਈ ਗੱਲ ਹੈ ਕਿ ਫੈਸਲਾ ਕਰਨਾ ਸੁਣਨ ਵਾਲਿਆਂ ਨੇ ਕਿ ਫੈਸਲਾ ਕਿਹਦਾ ਤੋਂ ਆਇਆ। ਗੱਲ ਹੈ ਕਿ ਮੇਰਾ ਖਿਆਲ ਹੈ ਸਾਕੀ ਸਾਹਿਬ ਨੇ ਕਿਹਾ ਸੀ ਜੱਜ ਜਾ ਕੇ ਕਿਸੇ ਕੋਲ ਕੇ ਨਾ ਮਸ਼ਵਰੇ ਨਹੀਂ ਲੈਂਦਾ। ਠੀਕ ਹੈ, ਅਸਕਾਨੀ ਸਾਹਿਬ ਨੇ ਮਸ਼ਵਰਾ ਦਿੱਤਾ, ਤੁਸੀਂ ਫੈਸਲਾ ਕਰ ਦਿੱਤਾ, ਬਸ ਫੈਸਲਾ ਕਰ ਦਿੱਤਾ। ਉਹ ਗਲਤ ਹੈ ਸਹੀ ਹੈ? ਅਸਕਾਨੀ ਸਾਹਿਬ ਨੂੰ ਕਿਹੜਾ ਮੈਂ ਮਸ਼ਵਰਾ ਦਿੱਤਾ? ਸਰ ਮੋਹਤਰਮ ਮੈਂ ਨਹੀਂ ਬੋਲਿਆ ਨਾ ਤੁਹਾਡੇ 'ਚ, ਤੁਹਾਨੂੰ ਖਾਮੋਸ਼ੀ ਨਾਲ ਸੁਣ ਲਓ ਨਾ। ਦੂਸਰਾ ਜੱਜ ਜਿਹੜੇ ਫੈਸਲਾ ਲਿਖਦਾ ਹੈ ਨਾ ਤੇ ਵਜ੍ਹਾ ਲਿਖਦਾ ਕਿ ਮੈਂ ਦੋਵਾਂ ਪਾਰਟੀਆਂ ਦੀ ਸੁਣੀ ਔਰ ਦੋਵਾਂ ਪਾਰਟੀਆਂ ਦੀ ਇਸ ਪੁਆਇੰਟ ਤੇ ਮੈਂ ਇਹ ਫੈਸਲਾ ਦੇ ਰਿਹਾ।
ਇਹ ਨਹੀਂ ਕਹਿ ਦਿੱਤਾ ਕਿ ਜਨਾਬ ਮੈਂ ਬਸ ਫੈਸਲਾ ਦੇ ਦਿੱਤਾ। ਪੁੱਛੇ ਕਿਸ ਗੱਲ ਤੋਂ ਦਿੱਤਾ? ਨਹੀਂ ਜੀ ਮੈਂ ਬਸ ਫੈਸਲਾ ਕੀਤਾ। ਕਿਸ ਗੱਲ ਦਾ ਕੀਤਾ? ਜੇ ਫੈਸਲਾ ਕਰਨਾ ਨਾ ਤੇ ਫਿਰ ਸਹੀ ਕਰਨਾ, ਦੋਵਾਂ ਦੇ ਪੁਆਇੰਟ ਦੱਸਣੇ ਨੇ। ਦੂਸਰਾ ਕੱਲ ਨੂੰ ਸਿਰ ਪਰ ਲੱਗਿਆ ਨਾ ਉਹ ਇਸ ਗੱਲ ਤੇ ਸਿਰ ਮਾਰਨ ਕਿ ਜਨਾਬ ਮੈਂ ਗਵਾਹ ਦੇਣਾ। ਇਹ ਆਡੀਓ ਮੈਂ ਉਸ ਤੋਂ ਕੁਝ ਦਿਨ ਬਾਅਦ ਮੈਂ ਅਮਰਜੀਤ ਨੂੰ ਭੇਜੀ ਸੀ। ਮੈਂ ਕਿਹਾ ਅੱਲਾ ਦੱਸ ਉਹਦੇ 'ਚ ਕਿੱਥੇ ਉਹਨਾਂ ਮੁਤਾਲਬਾ ਕੀਤਾ। ਪੂਰੀ ਗੱਲ ਵਿੱਚ ਉਹਨੇ ਮੁਸਲਮਾਨ ਕੱਲ ਨੂੰ ਕਹਿੰਦਾ ਰਿਹਾ ਮੈਂ ਜੇ ਜ਼ਰਦ ਰੰਗ ਪੇਸ਼ ਕਰਾਂ ਇਸ ਗੱਲ ਨੂੰ ਕਾਲੂ ਨੇ ਬੇਤਹਾਸ਼ਾ ਵਾਲੀ ਕਿਹਾ। ਉਹਨੇ ਕਿਹਾ ਕਰ ਪੇਸ਼। ਇਹਨੇ ਫਿਰ ਕਿਹਾ ਜੇ ਮੈਂ ਪੇਸ਼ ਕਰਦਾ, ਉਹਨੇ ਕਿਹਾ ਮੈਂ 1 ਲੱਖ ਰੁਪਇਆ ਦਾਂਗਾ। ਕਾਲੂ ਨੇ ਚੁੱਕ ਕੇ ਅੱਗੇ ਰੱਖ ਦਿੱਤਾ ਜ਼ਰਦ ਰੰਗ। ਉਹ ਬਾਅਦ ਵਿੱਚ ਕਹਿੰਦਾ ਕਿ ਮੈਂ ਤਾਂ ਮੁਤਾਲਬਾ ਕੀਤਾ ਮੁਸਲਮਾਨ ਦਾ। ਉਹ ਬਾਅਦ ਵਿੱਚ ਮੁਤਾਲਬਾ ਆਇਆ, ਉਹ ਅਮਰਜੀਤ ਨੂੰ ਭੇਜੀ ਹੈ। ਮੈਂ ਕਿਹਾ ਸੁਣ ਲੈ ਕਿੱਥੇ ਮੁਸਲਮਾਨ ਦਾ ਮੁਤਾਲਬਾ ਹੈ। ਦੂਸਰਾ ਸਾਕੀ ਸਾਹਿਬ ਜਿਹੜੇ ਜੱਜ ਹੁੰਦਾ ਨਾ ਉਹ ਜਾ ਕੇ ਮਸ਼ਵਰੇ ਨਹੀਂ ਮੰਗਦਾ। ਅਸਕਾਨੀ ਸਾਹਿਬ ਨੇ ਮਸ਼ਵਰਾ ਦਿੱਤੇ ਹੈ ਔਰ ਉਸ ਵੇਲੇ ਤਾਜ਼ੀ ਗੱਲ ਹੋਈ ਸੀ ਤੇ ਜੱਜ ਸਾਹਿਬ ਉੱਥੇ ਬੈਠੇ ਸਨ। ਪੁੱਛੋ ਹਾਂ ਜੱਜ ਸਾਹਿਬ ਕੋਲ ਮਸ਼ਵਰੇ ਹੋਏ ਨੇ ਕਿ ਨਹੀਂ ਹੋਏ? ਦੂਸਰਾ ਇਹਨਾਂ 1 ਮਿੰਟ ਜੱਜ ਸਾਹਿਬ ਖਲੋ ਜਾਓ। ਇੱਕ ਮਿੰਟ ਜੱਜ ਸਾਹਿਬ ਖਲੋ ਜਾਓ ਨਾ, ਮੇਰੀ ਗੱਲ ਕੰਪਲੀਟ ਹੋ ਲੈਂਦਾ। ਬਾਅਦ ਵਿੱਚ ਜਿਹਨੂੰ ਮੇਰਾ ਨੱਕ ਪੁਣੇ ਜੋ ਮਰਜ਼ੀ ਪੇ ਪੁਣੇ। ਕਾਲੂ ਆਂਦਾ ਵੀ ਇਲਾਜ ਹੈ। ਇਹ ਜਿਹੜੇ ਜੱਜ ਦੀ ਗੱਲ ਕਰਨ ਲੱਗੇ ਨਾ ਉਸ ਵੇਲੇ ਦਾ ਬੈਠਿਆ ਸਾਡੇ ਖੁਲਫਾ ਤੇ ਇਹਨੇ ਜ਼ੁਬਾਨਦਰਾਜ਼ੀ ਕੀਤੀ, ਸਾਡੀ ਜ਼ਾਤੇ ਤੇ ਅਟੈਕ ਕਰਦਾ ਰਿਹਾ। ਪਤਾ ਨਹੀਂ ਲੱਗਦਾ ਧੱਸਬ ਦਾ ਮਾਰਿਆ ਜੱਜ ਹੈ। ਇਹਨੂੰ ਜੋ ਮਰਜ਼ੀ ਕਰ ਦੋ, ਸੁਣਨ ਵਾਲਿਆਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਮਰਜ਼ਈਓ ਲਾੜਪ ਉਹ ਮਰਜ਼ਈ ਹੈ। ਇਹ ਜੱਜ ਦਾ ਕੰਮ ਹੁੰਦਾ। ਜਿਹੜੇ ਫੈਸਲਾ ਕੀਤਾ ਤੇ ਜੱਜ ਕਹੀਏ ਵੀ ਮੈਂ ਜੱਜ ਹੂੰ। ਤਜ਼ਲੀਲ ਸਾਰਾ ਤਜ਼ਲੀਲ ਤੁਸੀਂ ਆਪ ਕਰਵਾਉਂਦੇ ਹੋ। ਉਸ ਵੇਲੇ ਗੁਫ਼ਤਗੂ ਕਰਨ ਲੱਗੇ ਨਾ ਕਿਸੇ ਨੇ ਮਾਂ ਭੈਣ ਦੀਆਂ ਗਾਲਾਂ ਕੱਢਦੇ ਹੋ। ਕਿੰਨੇ ਤੁਹਾਨੂੰ ਮਾਂ ਭੈਣ ਦੀ ਗਾਲ ਕੱਢੀ ਹੈ? ਮੇਰਾ ਨਾਮ ਸਾਹਿਬ ਤੁਹਾਨੂੰ ਮੈਂ ਇੱਕ ਗੱਲ ਕਹੀ ਸੀ। ਮੈਂ ਕਿਹਾ ਤੁਸੀਂ ਲੱਗੇ ਹੋ ਕਾਲੂ ਨਾਲ ਗੱਲ ਕਰਨ, ਮੈਂ ਤੁਹਾਨੂੰ ਇਸ ਗੱਲ ਦਾ ਕੋਈ ਜਵਾਬ ਨਹੀਂ ਦਾਂਗਾ। ਜਿਸ ਵੇਲੇ ਕਿਧਰ ਮੈਨੂੰ ਨਜ਼ਰ ਆਇਆ ਬਾਅਦ ਵਿੱਚ ਮਾਰ ਲਈ ਉਹ ਮੈਂ ਤੁਹਾਨੂੰ ਉਹ ਜੋ ਕਰਾਂਗਾ। ਇਸ ਵੇਲੇ ਮੈਂ ਕੁਛ ਨਹੀਂ ਕਿਹਾ। ਕਿਹੜੀ ਬੰਦੂਕ ਤੇ ਕੋ ਰੱਖੀ ਹੈ ਟੰਬਾਂ ਪਰ ਬਣਾ ਕੇ ਮੈਂ ਦੱਸਾਂਗਾ ਨਾ ਕਿਹੜੀ ਹੈ। ਬੈਕ ਭਾਈ ਨਾਲ ਜਾਂਦੇ ਹੋ ਨਾ, ਬਕਵਾਸ ਹੀ ਕਰੇਗਾ ਨਾ, ਮਾਂ ਭੈਣ ਦੀਆਂ ਗਾਲਾਂ ਹੀ ਕੱਢੇਗਾ ਨਾ, ਹੋਰ ਕੀ ਕਰੇਗਾ? ਮੈਂ ਨਹੀਂ ਕਦੀ ਗੱਲ ਕੱਢੀ ਮਾਂ ਭੈਣ ਦੀ। ਮੇਰਾ ਨਾਮ ਮੈਂ ਕੋਈ ਜੰਬੇ ਦਾ ਮਿਲਣ ਵਾਲਾ ਨਹੀਂ ਆ। ਇਹਦੀ ਮਸ਼ਹੂਰੀ ਹੈ ਮੈਂ ਜੰਬੀ ਹੋ ਜਾਵਾਂਗਾ ਨਾ, ਬੱਟ ਮਿਰਜ਼ਾਈ ਗਾਲੀ ਮੈਂ ਜੰਬੀ ਹੋ ਜਾਵਾਂਗਾ ਨਾ। ਗੱਲ ਗਲਤ ਪਾਸੇ ਜਾ ਰਹੀ ਹੈ, ਗੱਲ ਗਲਤ ਪਾਸੇ ਜਾ ਰਹੀ ਹੈ। ਕੱਲ ਗਲਤ ਪਾਸੇ ਜਾ ਰਹੀ, ਕੱਲ ਸਭ ਕੰਟਰੋਲ ਕਰਿਆ। ਕਾਲੂ ਨੇ ਉਸ ਵੇਲੇ ਕਿਹਾ, ਮੈਂ ਕਿਹਾ ਤੇਰੀ ਗੱਲ ਹੋ ਰਹੀ ਹੈ। ठीक है ਉਹ ਗੱਲ ਸੁਣ ਗੱਲ 1 ਮਿੰਟ ਤਾਰਕ ਚੌਹਾਨ ਸਾਹਿਬ ਗੱਲ ਇਹ ਕਾਲੂ 1 ਮਿੰਟ ਯਾਰ 1 ਮਿੰਟ ਸਾਫੀ ਭਾਈ 1 ਮਿੰਟ ਮੈਂ ਸੁਣਨਾ ਉਹਦੇ ਨਾਲ। ਉਹ ਇਹਨੂੰ ਖਤਮ ਕਰ ਦਿਆ, ਉਹਨਾਂ ਨੂੰ ਇਜਾਜ਼ਤ ਦਿਓ, ਉਹਨਾਂ ਨੂੰ ਜਾਣ ਦਿਓ ਯਾਰ, ਉਹਨੂੰ ਜਾਣ ਦਿਓ। ਨਹੀਂ ਸੁਣਦੇ ਤੁਸੀਂ ਦੋਨੋਂ ਲੱਗੇ ਹੋਏ ਹੋ, ਕਦੀ ਤੁਸੀਂ ਜਾਣ ਲੈਂਦੇ ਹੋ, ਕਦੀ ਤੁਸੀਂ ਯਾਰ ਮੇਰੀ ਜਾਨ ਸੁਣ ਲੈ, ਸੁਣ ਲੈ। ਅਸੀਂ ਦਾਣੇ ਲਾ ਲਈਏ ਯਾਰ, ਅੱਜ ਵੀ ਗੱਲ ਸੁਣ ਲਓ। 1 ਮਿੰਟ ਬੌਸ 1 ਮਿੰਟ ਤੁਸੀਂ ਬੜੀ ਅਕਲਮੰਦੀ ਦੇ ਫੈਸਲੇ ਕੀਤੇ। ਕਾਲੂ ਭਾਈ ਇਹਨੂੰ ਕਰ ਲੈ ਕਰੋ ਸਰ ਭਾਈ ਕਰੋਗਾ। ਹੁਣ ਤੁਸੀਂ ਲੱਗੇ ਹੋ ਰਿਵਿਊ ਬਾਰ-ਬਾਰ ਬਦਤਮੀਜ਼ੀ ਕਰ ਰਹੇ ਹੋ। ਬੰਦਾ ਕਦੀ ਮਰਜ਼ਈ ਕਹਿ ਰਿਹਾ, ਕਦੀ ਕੁਛ ਕਹਿ ਰਿਹਾ ਹੈ। ਕਹਿਣ ਦੋ 1 ਮਿੰਟ ਜਾਣੇ ਨਹੀਂ ਰਿਵਿਊ ਵਿੱਚ, ਉਹ ਚਲਾ ਵੀ ਗਿਆ। ਉਹ ਨਾ ਜਾਏ ਯਾਰ, ਗੱਲ ਤਾਂ ਸੁਣ ਲੈ ਯਾਰ, ਨਾ ਜਾਏ ਨਾ। ਅਸੀਂ ਉਹਦੀ ਗੱਲ ਕਰ ਰਹੇ, ਅਸੀਂ ਲੋਕਾਂ ਨੂੰ ਵੀ ਤਾਂ ਹਕਾਇਕ ਵਿਖਾਣੇ ਜੇ ਕਿ ਨਹੀਂ? ਸੈਫੀ ਭਾਈ ਲੋਕਾਂ ਨੂੰ ਹਕਾਇਕ ਵਿਖਾਣੇ ਜੇ ਕਿ ਨਹੀਂ, ਇਹ ਦੱਸ ਛੜੋ। ਲੋਕਾਂ ਨੂੰ ਵਿਖਾਓ, ਲੇਕਿਨ ਅਸੀਂ ਕਿਉਂ ਉਹਦੀਆਂ ਗੱਲਾਂ ਬਰਦਾਸ਼ਤ ਕਰ ਰਹੇ ਹਾਂ, ਗਾਲਾਂ ਬਰਦਾਸ਼ਤ ਕਰ ਰਹੇ ਹਾਂ? ਕਿਉਂ ਕਰ ਰਹੇ ਹਾਂ ਉਹਦੀਆਂ ਗਾਲਾਂ? ਇਸੇ ਲਈ ਬਰਦਾਸ਼ਤ ਕਰ ਰਹੇ ਹਾਂ। ਤੁਸੀਂ ਪਹਿਲੇ ਨਹੀਂ ਇਤਬਾਰ ਕਰਦੇ, ਤੁਸੀਂ ਉਹਦੇ ਕੋਲ ਰਿਵਿਊ ਕਰਵਾ ਕੇ ਇਤਬਾਰ ਕਰੋਗੇ ਉਹਦੇ ਤੇ? ਜੱਜ ਸਾਹਿਬ ਗੱਲ ਸੁਣੋ, ਤਾਰਕ ਸਾਹਿਬ ਅਸਾਂ ਕਿਦੋਂ ਕਿਹਾ ਕਿ ਸਾਨੂੰ ਫੈਸਲਾ ਨਾ ਕਾਬਲੇ ਕਬੂਲ ਹੈ? ਪਹਿਲੋਂ ਅਸਾਂ ਕਿਹਾ ਤੁਹਾਨੂੰ? ਉਹ ਵੀ ਸਾਰਾ ਵਕਤ ਗਾਲਾਂ ਹੀ ਕੱਢ ਰਹੇ ਹੋ। ਫੇਰ ਉਹੀ ਗੱਲ, ਮੈਂ ਗਾਲ ਕੱਢੀ ਤੁਹਾਨੂੰ? ਮੁਕਾਬਲੇ ਕਬੂਲ ਮੈਂ ਨਹੀਂ ਕੱਢੀ ਵੀ, ਇੱਥੇ ਸਾਰੇ ਬਹਿ ਕੇ ਕੱਢ ਰਹੇ ਨਾ। ਕੋਈ ਕੀ ਕਰਦਾ ਪਿਆ ਦਾ ਜ਼ਿੰਮੇਦਾਰ ਮੈਂ ਹਾਂ। ਕੱਢ ਰਿਹਾ ਸੀ ਗਾਲਾਂ, ਕੌਣ ਕੱਢ ਰਿਹਾ ਸੀ? ਤੁਹਾਨੂੰ ਮਨਾ ਨਹੀਂ ਕੀਤਾ? ਨਹੀਂ ਗੱਲ ਇਹ ਵੇ ਬਾਲੋ ਸਾਹਿਬ, ਤੁਸੀਂ ਵੀ ਤੇ ਮੈਨੂੰ ਗਾਲਾਂ ਹੁਣੀ ਕੱਢ ਰਹੇ ਸੀ। ਕਿਹੜੀ ਮੈਂ ਗਾਲ ਕੱਢੀ ਤੈਨੂੰ? ਤੁਸੀਂ ਆਪਣੀ ਟੋਨ ਚੇਂਜ ਕਰ ਲੈਂਦੇ ਹੋ, ਫੇਰ ਤੁਸੀਂ ਸ਼ੁਰੂ ਹੋ ਜਾਂਦੇ। ਉਹ ਗੁੱਸਾ ਜਦੋਂ ਤੁਸੀਂ ਤਾਰਕ ਸਾਹਿਬ ਕਰਦੇ ਹੋ ਤੇ ਫਿਰ ਵਾਪਸੀ ਜੇ ਗੁੱਸਾ ਕਿਸੇ ਤੇ ਬੜੀ ਨਿਕਲ ਹੀ ਜਾਂਦਾ। ਠੀਕ ਹੈ ਨਾ, ਤੁਸੀਂ ਵੀ ਕੱਢ ਰਹੇ ਹੋ, ਤੁਸੀਂ ਮੈਨੂੰ ਜੋ ਕਹਿ ਰਹੇ ਹੋ। ਮੈਂ ਮੇਰੀ ਗੱਲ ਖਤਮ ਕਰੀਏ, ਖਤਮ ਕਰੋ ਗੱਲ ਨੂੰ, ਖਤਮ ਕਰੋ। ਤਾਰਕ ਸਾਹਿਬ ਤੁਸੀਂ ਕੁਰਾਨੀ ਇਮਾਨੀ ਇੱਕ ਗੱਲ ਕਰ ਦੋ
ਕਿ ਉਸ ਆਡੀਓ ਦਾ ਤੁਹਾਡੇ ਕੋਲ ਸਬੂਤ ਆ ਗਿਆ ਸੀ? ਉਹ ਆਡੀਓ ਜਿਹੜੀ ਇੱਕ ਮਿੰਟ ਸਾਰੇ ਖਾਮੋਸ਼ ਹੋਏ ਯਾਰ, ਲਾ ਇੱਕ ਮਿੰਟ। ਉਹ ਆਡੀਓ ਜਿਹੜੀ ਤੁਹਾਂ ਸੁਣੀ ਜ਼ਿਆ ਰਸੂਲ ਦੀ, ਉਹਦਾ ਤੁਹਾਡੇ ਕੋਲ ਕੁਰਾਨੀ ਮਾਨੀ ਇਹ ਹੀ ਕਿ ਹਾਂ ਉਹ ਆਡੀਓ ਦਰੁਸਤ ਹੈ ਤੇ ਮੁਤਾਲਬਾ ਪਹਿਲੋਂ ਦਾ ਹੀ, ਔਰ ਦੂਸਰਾ ਜ਼ਰਦ ਰੰਗ ਦਾ ਕੋਈ ਫਰਕ ਹੈ ਵੇ? ਇਹ ਤੁਸੀਂ ਸਾਨੂੰ ਦੱਸ ਦਵੋ ਕੁਰਾਨੀ ਮਾਨੀ ਕਿ ਹਾਂ ਜਿਹੜਾ ਮੁਸਲਮ ਵਾਲਾ ਜ਼ਰਦ ਰੰਗ ਹੈ ਔਰ ਜਿਹੜਾ ਮਿਸ਼ਕਾਤ ਸ਼ਰੀਫ ਦੇ ਵਿੱਚ ਜ਼ਰਦ ਰੰਗ ਹੈ ਇਹਦੇ ਵਿੱਚ ਫਰਕ ਹੈ, ਉਹਦਾ ਕੋਈ ਸਾਨੂੰ ਸਬੂਤ ਦੇ ਸਕਦੇ ਹੋ? ਸਬੂਤ ਦੇ ਦਿਓ। ਅਗਰ ਤੁਹਾਡੇ ਕੋਲ ਸਬੂਤ ਨਹੀਂ ਫਿਲਹਾਲ, ਤੁਸੀਂ ਕਹਿ ਦਿਓ ਕਿ ਹਾਂ ਮੈਂ ਤਹਕੀਕ ਕੀਤੀ ਸੀ, ਮੈਨੂੰ ਪਤਾ ਹੈ ਕਿ ਦੋਵੇਂ ਅਲੱਗ-ਅਲੱਗ ਜ਼ਰਦ ਰੰਗ ਨੇ, ਤੇ ਰਿਵਿਊ ਲਵੋ ਤੇ ਭਾਵੇਂ ਨਾ ਲਵੋ, ਛੱਡ ਦੋ। ਦੱਸੋ ਜੀ। डिस्कशन ही नहीं थी, ना कोई इल्मी गुफ्तगू सी, ना असी हदीस से डिस्कस करना थी। ਜਦੋਂ ਤਾਰਿਕ ਸਾਹਿਬ ਇਲਮੀ ਗੁਫ਼ਤਗੂ ਨਹੀਂ ਤੇ ਜ਼ਰਦ ਰੰਗ ਤੇ ਲਵਾ ਚੁੱਕੇ ਹਾਂ यार, मेरी भी सुन ले। ਇਲਮੀ ਇਹ ਤੁਸੀਂ ਗਲਤ ਬਿਆਨੀ ਕਰਦੇ ਪਏ ਹੋ ਨਾ ਕੋਈ ਇਲਮੀ ਗੁਫ਼ਤਗੂ ਸੀ। मेरे को पूछ ਬਈ ਇਲਮੀ ਗੁਫ਼ਤਗੂ ਨਹੀਂ ਸੀ, ਤੁਸੀਂ ਜ਼ਰਦ ਰੰਗ ਕਿਵੇਂ ਕਹਿਤਾ कि वो एक नहीं? एक मिनट तारिक साहब की बात सुन लो पूरी। हाँ जी तारिक साहब फरमाइए, क्या कह रहे हैं? कह रहे हैं कि देखो ਉਹਦੇ ਸਾਹਮਣੇ ਜ਼ਰਦ ਰੰਗ ਦੀਆਂ ਚਾਦਰਾਂ ਦਾ ਕੀ ਮਤਲਬ ਹੈ? ਉਹਦੇ ਦੇ ਵਿੱਚ ਮੇਰਾ ਔਰ ਤੁਹਾਡਾ ਅਕੀਦਾ ਇੱਕ ਹੈ, ਜ਼ਿਆ ਰਸੂਲ ਦਾ ਮੁਖਤਲਿਫ ਹੈ। ਇਸ ਲਈ ਇਹ ਵਾਲੀ ਤਾਂ ਸਾਡੀ ਡਿਸਕਸ਼ਨ ਹੀ ਨਹੀਂ ਸੀ। ਅਕੀਦਾ ਸਹੀ ਹੈ, ਕਿਹੜੀ ਗੱਲ ਸਹੀ ਕਰ ਰਹੇ ਹੈ, ਹਦੀਸ ਕੀ ਕਹਿ ਰਹੀ ਹੈ। ਅਸੀਂ ਸਿਰਫ ਇਹ ਦੇਖਣਾ ਸੀ ਕਿ ਜਿਹੜਾ ਮੁਤਾਲਬਾ ਉਹਨੇ ਕੀਤਾ ਸੀ ਉਹ ਤੁਸੀਂ ਪੂਰਾ ਕੀਤਾ ਜਾਂ ਨਹੀਂ। ਮੁਤਾਲਬਾ ਕੀ ਸੀ? ਜ਼ਰਦ ਰੰਗ ਦਾ ਸੀ, ਸਿਰਫ ਜ਼ਰਦ ਰੰਗ ਮੰਗਿਆ ਸੀ, ਜਦੋਂ ਕਿ ਉਹ ਕਹਿ ਰਿਹਾ ਸੀ ਮੁਸਲਿਮ ਦਾ, ਔਰ ਜਿਹੜਾ ਲਿਬਾਸ ਪਾ ਗਿਆ ਨਾ ਮੁਸਲਿਮ ਦੇ ਵਿੱਚ, ਉਹ ਵਾਲਾ ਤੁਸੀਂ ਦਿਖਾਣਾ ਹੈ ਕਿ ਉਹਦੇ ਮੁਤਲਕ ਮੈਂ ਇਹਦੀ ਹਾਮੀ ਭਰੀ ਹੈ ਕਿਤੇ ਕਿ ਮੈਂ ਤੈਨੂੰ ਇਹ ਵਹਾਵਾਂਗਾ ਪੂਰੀ ਆਡੀਓ। ਮੁਸਲਿਮ ਵਿੱਚ ਕਿਹੜਾ ਰੰਗ ਦੱਸਿਆ ਗਿਆ? ਦੱਸੋ। ਜ਼ਰਦ ਨਹੀਂ ਹੈਗਾ, ਲਾਲ ਹੈਗਾ, ਵਾਈਟ ਹੈ। ਫਿਰ ਉਹ ਕਹਿੰਦੇ ਨੇ ਮੈਂ ਡਿਸਕਸ, ਜਦੋਂ ਤੁਸੀਂ ਡਿਸਕਸ਼ਨ ਨਹੀਂ ਕੀਤੀ ਤੇ ਫਿਰ ਤੁਸੀਂ ਇਹ ਕਿਵੇਂ ਫੈਸਲਾ ਕੀਤਾ ਕਿ ਉਹ ਜ਼ਰਦ ਰੰਗ ਨਹੀਂ ਵਹਾਇਆ ਗਿਆ? ਇੱਥੋਂ ਸਾਬਤ ਹੋ ਰਿਹਾ ਸਾਕੀ ਸਾਹਿਬ, ਇੱਥੋਂ ਸੁਣ ਰਹੇ ਹੋ ਨਾ ਗੱਲ ਇਹਨਾਂ ਦੀ, ਇੱਥੋਂ ਸਾਬਤ ਹੋ ਰਿਹਾ ਕਿ ਇਹ ਵਨ ਸਾਈਡਡ ਫੈਸਲਾ ਹੈ। ਸਾਡੀ ਗੱਲ ਸੁਣੇ ਬਗੈਰ ਫੈਸਲਾ ਕੀਤਾ ਗਿਆ। ਆਰਾਮ ਸੇ ਨਹੀਂ ਸਾਕੀ ਭਾਈ ਨੂੰ ਵੀ ਗੱਲ ਸਮਝਾਣੀ ਹੈ। ਥੱਲੇ ਬੈਠੇ ਸੁਣ ਲਓ ਤਾਰਿਕ ਸਾਹਿਬ ਮੈਨੂੰ ਸਾਕੀ ਸਾਹਿਬ ਨਾਲ ਗੱਲ ਕਰਨ ਦਿਓ। ਸਾਕੀ ਸਾਹਿਬ ਨੂੰ ਤੇ ਸਾਕੀ ਸਾਹਿਬ ਵਰਗੇ ਸਾਡੇ ਜਿੰਨੇ ਭਰਾ ਨੇ ਥੱਲੇ ਫੈਸਲਾ ਨਹੀਂ ਹੈ। ਕਾਲੂ ਭਾਈ ਇੱਕ ਮਿੰਟ ਦਿਓ। ਕਾਲੂ ਭਾਈ ਲੰਬੀ ਹੁੰਦੀ ਜਾਏਗੀ, ਫਾਇਦਾ। ਕਾਲੂ ਭਾਈ ਇੱਕ ਮਿੰਟ ਦਿਓ। ਕਾਲੂ ਭਾਈ ਪੁਆਇੰਟ ਆਇਆ, ਮੇਰੀ ਗੱਲ ਸੁਣ ਲਓ। ਸਾਕੀ ਸਾਹਿਬ ਤੇ ਸਾਕੀ ਸਾਹਿਬ ਵਰਗੇ ਥੱਲੇ ਬੈਠੇ ਸਾਡੇ ਭਰਾ ਜਿੰਨੇ ਵੀ ਨੇ, ਇਹ ਉਹਨਾਂ ਵਾਸਤੇ ਇਹ ਤਾਰਿਕ ਸਾਹਿਬ ਦਾ ਬਿਆਨ ਹੈ ਜਿਹੜਾ ਹੁਣ ਇਹਨਾਂ ਨੇ ਦਿੱਤਾ ਹੈ ਕਿ ਫੈਸਲਾ ਵਨ ਸਾਈਡਡ ਹੋਇਆ। ਜਦੋਂ ਗੱਲ ਸੁਣੀ ਨਹੀਂ ਗਈ, ਸਾਡੀ ਗੱਲ ਬਿਆਨ ਹੀ ਨਹੀਂ ਹੋਈ ਤੇ ਫੈਸਲਾ ਵਨ ਸਾਈਡਡ ਹੋਇਆ। ਸਾਡੀ ਬਿਹਾਫ ਤੇ ਤਾਰਿਕ ਸਾਹਿਬ ਨੇ ਖੁਦ ਫੈਸਲਾ ਕੀਤਾ। ਇਹ ਤਾਰਿਕ ਸਾਹਿਬ ਨੇ ਖੁਦ ਫੈਸਲਾ ਕੀਤਾ। ਸਾਨੂੰ ਕਹਿ ਰਹੇ ਨੇ ਕਿ ਮੈਂ ਫੈਸਲਾ ਕਰ ਦਿੱਤਾ, ਉਹਨਾਂ ਦੀ ਗੱਲ ਸੁਣ ਕੇ ਤੁਸੀਂ ਕਬੂਲ ਕਰ ਲਓ। ਠੀਕ ਹੈ, ਇਹ ਗੱਲ ਹੁਣ ਇਹ ਹੋ ਰਹੀ ਹੈ, ਕਿਸ ਤਰ੍ਹਾਂ ਕਬੂਲ ਕਰੀਏ? ਸਾਕੀ ਭਾਈ ਹੁਣ ਤੁਸੀਂ ਦੱਸੋ। ਮੈਂ ਤੁਹਾਨੂੰ ਦੱਸਣਾ, ਮੈਂ ਫੈਸਲਾ ਕਰ ਦਿੱਤਾ। ਇੱਕ ਮਿੰਟ ਦੱਸਦਾ, ਮੈਂ ਤੁਹਾਨੂੰ ਜੱਜ ਬਣਾਇਆ ਸੀ, ਫੈਸਲਾ ਕਰ ਦਿੱਤਾ ਉਹਨੇ ਤੇ ਫੈਸਲਾ ਕਰ ਛੜਿਆ। ਤਾਰਿਕ ਸਾਹਿਬ ਉਹ ਜ਼ਰਦ ਰੰਗ ਦਾ ਜਿਹੜਾ ਤੁਸੀਂ ਫੈਸਲਾ ਕੀਤਾ ਉਹਦਾ ਕੋਈ ਦੱਸੋ ਸਾਨੂੰ ਕਿ ਕਿਵੇਂ ਤੁਹਾਨੂੰ ਪਤਾ ਲੱਗਾ ਕਿ ਉਹ ਮੁਸਲਮ ਵਾਲਾ ਨਹੀਂ ਹੈ? ਨਹੀਂ ਹੈ, ਸਾਡੀ ਡਿਸਕਸ਼ਨ ਹੀ ਨਹੀਂ ਹੈ। ਨਹੀਂ, ਇਹੋ ਹੀ ਤਾਂ ਡਿਸਕਸ਼ਨ ਹੈ। ਤੁਸੀਂ ਕਹਿੰਦੇ ਹੋ ਉਹਦਾ ਮੁਤਾਲਬਾ ਪੂਰਾ, ਆਪ ਹੀ ਕਹਿੰਦੇ ਹੋ कि मुतालबा पूरा नहीं होया मुस्लिम वाले जर्द रंग दा। ठहरो एक मिनट, ये जो शर्त लगी थी ये मेरे सामने लगी थी। जो ज़िया रसूल था ना, उसने कहा जी जरगून रंग है और जरगून जो है वो येलो कलर नहीं होता। ठीक है, वो मेरे सामने फिसला। ये जब मुकाबला शुरू हुआ है या शर्त लगी है, मैं इसका आई विटनेस हूँ, मेरे सामने हुआ हर चीज। तो ठीक है, आपकी तो गवाही वहां पे नहीं ना पड़ी हुई। नहीं पड़े, मैं वैसे ही आपको बता रहा हूँ खुदा खौफी के बेस पे मैं आपको बता रहा हूँ। आपकी मर्जी है, जो मर्जी। अब क्या फायदा भी, अब तो फैसला हो चुका है। नहीं, आपको अगर जज बनाया गया तो खुदा ने, देखे बात सुने मेरे भाई, आपको जज बनाया गया दोनों तरफ से, और आपने कसम खा के कुरान की अगर आयत पढ़ के ये फैसला किया साफ दिल से कि आप इंसाफ के साथ तकवा के बेस के ऊपर फैसला करेंगे तो आपकी गर्दन पकड़ी जाएगी। आपको भी पता है कि येलो कलर एक ही, अभी आप उसके कहें कि ये मुख्तलिफ शेड हैं, तो शेड तो मॉडर्न एरा में रोज ही नए से नया बनता है। येलो इज येलो, डज नॉट मैटर। खुदा के नबी ने भी येलो कहा है और हजरत ईसा ने भी 2 चादरें पीली ही पहन के नीचे उतरना है। अब अभी उसमें से बाल की खाल निकालना कि नहीं जरगून है, जाफरानी है, फलाना पीला है, वो गलत है। ये तकवा के बेस के ऊपर नहीं है, ये बेईमानियां है, ये झूठ है, दजल है। उसके बेस पे कोई विन करना चाहता है तो विन कर ले, खुदा को फिर जवाब दे।
चलो ठीक है, आप समझते हैं कि नहीं, हम नहीं ना आप हक पर हैं, तो कोई बात नहीं, आप इस फैसले को तस्लीम कर लें तो आपको फायदा होगा। आप भी हमारे फैसले को आपकी वजह थोड़ा सा कबूल करें। जब आपने तकवे की बुनियाद तस्लीम कर लेंगे तो आपको सवाब होगा इसका। हाँ, तो आपको भी सवाब मिलेगा ना। में जाने से क्या नहीं, मैंने तो देखे ना, मैंने अपना जवाब देना है, आपने अपना जवाब देना है। अगर मैं खुदा के नजदीक मैंने कोई डंडी मारी है और मैं खाम और भाई हम नहीं कह रहे आपने डंडी मारी, हम ये कह रहे हैं कि आप रिव्यू कर लें उस पर एक दफा, इसमें क्या मसला है? मेरे पास रिव्यू करने में क्या हर्ज है, ये बताएं आप। रिव्यू नहीं है मेरे पास। किसने आपको अख्तियार, आपसे किसने छीना है अख्तियार? देखिए आप जिया रसूल से आपने दोनों बात सुने ना, जिया रसूल और कालो ने मिलकर मुझे इख्तियार दिया था, दोनों मिलकर मुझे इख्तियार दे दे, मैं रिव्यू कर लेता हूँ। हाँ, पहली बात ये है कि आप कहें कि हाँ मैं रिव्यू करने के लिए तैयार हूँ, फिर उनसे हम बात करते हैं। मैं तो कह रहा हूँ मैं रिव्यू कर लूंगा अगर वो भी मान जाए तो ना। आप ये कहें कि मैं रिव्यू करने के लिए तैयार हूं, फैसला जो हो गया ना उसके मुतालिक आपको रकम अदा करनी चाहिए, वो भी हम करते हैं। पहले कमिटमेंट है आपने की हुई। ठीक है, आप जो फैसला होगा वो हम मानेंगे। एक मिनट इकबाल भाई या शर्म आनी चाहिए कि जज भी रकम लेना जानते ने की गल्ला करन दे ਤੁਸੀਂ इकबाल भाई शर्म आनी चाहिए। ओ इकबाल भाई लड़ना थोड़ी तो यार, इसको नीचे उतार दो, जो ज्यादा जज्बाती है बंदा। हाँ तारक भाई गल ले जज्बाती ना इधर रहे। ओ तारक भाई गल सुनो, तारक भाई गल ले कि तुसी वेखो इंसाफ दा फैसला करना है, तुसी फैसला नहीं करना ना। ਤੁਹਾਨੂੰ ਅਸਾਂ ਇੱਕ ਘੰਟੇ ਵਾਸਤੇ ਚੁਣਿਆ ਹੈ ਕਿ ਘੰਟੇ ਦੇ ਅੰਦਰ ਅੰਦਰ ਫੈਸਲਾ ਕਰ ਦਿਓ, ਜੋ ਵੀ ਫੈਸਲਾ ਹੋਏਗਾ ਠੀਕ ਹੈ। ਅਸਾਂ ਤੁਹਾਨੂੰ ਚੁਣਿਆ ਸੀ ਜੱਜ ਇਸ ਮਾਮਲੇ ਦੇ ਵਿੱਚ ਇਨਸਾਫ ਦਾ ਫੈਸਲਾ ਕਰਨ ਵਾਸਤੇ, ਔਰ ਸਾਨੂੰ ਉਮੀਦ ਹੈ ਕਿ ਤੁਸੀਂ ਠੀਕ ਹੈ ਨਾ। मैंने इंसाफ से किया है फैसला। ये भाई मेरी गाल ते सुनो, मेरी गाल सुनो तारे आ गया ना, शुभ आ गया तो कोई बात नहीं, सानू ਤੁਹਾਡੀ गाल की शुभ आया, फिर भी आपको फैसला मानना चाहिए इस वजह से कि फैसला हो गया। नहीं, अगर रिव्यू के बाद कंक्लूजन ऐसा ही हुआ जैसा आपने पहला फैसला दिया है तो ठीक है, बात खत्म हो गई। बात खत्म, रिव्यू तो कर लेना, रिव्यू कर लें। रिव्यू के बाद अगर जब पेमेंट आप कर देंगे फिर रिव्यू नहीं, वो गलत है। पेमेंट अगर आप पेमेंट नहीं करेंगे इसका मतलब आप पेमेंट ना करने की वजह से ये सारी बातें कर नहीं, फाइनल डिसीजन नहीं है कि ਅਸੀਂ पेमेंट नहीं अदा करांगे अगर रिव्यू च जाएगा तो। हाँ तो फिर ठीक है, पेमेंट कर देंगे तो फिर मैं कर लेंगे। तारक भाई अगर वो ये गलत है, रिव्यू कर दे पे या वो ਤੁਸੀਂ ਕਹਿੰਦੇ ਹੋ कि हम रिव्यू कर लो, पेमेंट बाद रिव्यू करेंगे। मसला पेमेंट का ही है ना। ये दुनिया में कहीं भी मेरी बात सुनो, ऐसा नहीं होता कि डिसीजन फाइनल ना हुआ और पेमेंट कर दें आप, ये कभी भी नहीं होता। फैसला तो हो गया ना, फैसला तो हो गया है। नहीं, फैसला नहीं ना हुआ, आप रिव्यू करवाना चाहते हैं मुझसे तो दोनों पार्टियां मुझसे माने, मैं रिव्यू करने के लिए तैयार हूँ। सुने तारक ठीक है, पेमेंट की बात फिर बाद में होगी ना। कमिटमेंट के मुताबिक आपने पैसे देने हैं। सुने नहीं, कमिटमेंट ये था कि फैसला अगर जो होगा दोनों पार्टियों को एक्सेप्टेबल रिव्यू होगा। का तो कोई हमने फैसला ही नहीं था किया, हमने यही कहा था जज जो फैसला करेगा वो मानेंगे दोनों पार्टियां। तो मुस्लिम की बात भी नहीं ना हुई, कानून ने कभी भी नहीं कहा कि मैंने मुस्लिम वाली वही लफ्ज दिखाना, वो तो बाद में ऐड किया गया। फिर मेरी शर्त तो है नहीं सी कि मैं मुस्लिम दा लफ्ज वहावांगा जेड़े मेरे अल्फाज ने, ये देखे ना जज साहब आप, मेरे जेड़े अल्फाज ने कि मैं अगर ए ना बखा सकिया तो फिर मैं लाख रुपया दूंगा। अल्फाज सुनो, मैं क्या नहीं कि आर्गुमेंट के बेस पे हुआ है, जज को पूरी स्टोरी का नहीं सारी बातें सुनी थी, नहीं सुनी। मेरा क्या मुतालबा था कि मैंने आपको क्या दिखाना है? मैंने सब कुछ सुना था, नहीं सुने सारी बातें। चलो एक बार बयान कर दो, मैं उन्होंने की क्या सी, आपकी बातें भी सुनी, सारी बातें सुनी है मैंने। मेरी बात सुनी है ना तुसा, तो तुसी सिर्फ इना दस दो तारक भाई कि मैं की किया सी कि मैं की ना बहा सकिया तो मैं ਤੁਹਾਨੂੰ ਲੱਖ ਰੁਪਏ ਮੈਨੂੰ ਇਸ ਵੇਲੇ ਤੁਹਾਨੂੰ ਮੈਂ ਦੁਹਰਾਵਾਂ ਉਸ ਚੀਜ਼ ਨੂੰ, ਸਾਰਾ ਕੁਝ ਰਿਕਾਰਡ ਦੁਹਰਾ ਦੋ ਨਾ, ਕੀ ਹੋ ਚੱਲਾ। नहीं मैंने नहीं पता, मैंने याद नहीं रहता, बुढ़ा बंदा है मैं। रिकॉर्डिंग सुन ले, तारिक साहब को चांस दे के रिकॉर्डिंग सुन ले, रिकॉर्डिंग सुनो ते फिर उसके बाद डिस्कशन करें। ऑडियो ये भी बात नहीं है, जो मैंने बातें की बात नहीं है, आपने की हुई है। हाँ वो ही सुना, उन्हीं पे मैंने फैसला किया था। हाँ उन्हीं पर फैसला मैं कहता हूँ मैंने अल्लाह ताला को हाजिर नाज़िर जान के किया था, और उसके लिए मैं खुदा ताला की अल्लाह को हाजिर नाज़िर जान कर अब थोड़ा सा रिव्यू कर लें। मैं रिव्यू करूंगा जब दूसरी बहुत शुक्रिया। दूसरी पार्टी के आप बंद नहीं है ना,
नहीं, मैं अकेला रिव्यू कर ही नहीं सकती क्योंकि मेरा अख्तियार नहीं। हाँ, आपने उनको कहना है कि मैंने रिव्यू करना, मुझसे गलती हुई है। मैंने क्यों कहना है? मुझे कोई शौक नहीं रिव्यू करने। हाँ, आपसे गलती हुई है, बात है, ये बात कर रहे हैं, ये तो बात है, ये बिल्कुल बात है, आपसे गलती नहीं हुई, मुझसे नहीं हुई। आप जज आपसे गलती नहीं हुई, ये आप बात नहीं इस तरह कर सकते। आपको चाहिए कि कहना कि इंसाफ का तकाजा है कि दोनों पार्टियां फोरम पे आए और दोबारा रिव्यू सही हो। फैसला किया है। चलो ये ऑडियो सुनो तारिक भाई, ऑडियो सुनो, आपके हक में किया। चले आप ऑडियो सुने ये वाली और मुझे बताएं। ये बात आप कह रहे हैं क्योंकि आपके हक में फैसला नहीं किया तो आप कहने गलती हो गई। चले हम आप ये बात नहीं है तारिक भाई बात ये है कि आपको पीर इस्कानी साहब ने और राजा जवेद साहब ने फोर्स किया कि आप इनसे पहले। हाँ, तो फिर आप मुझे बेईमान कह रहे हैं ना, मैंने किसी के कहने पे किया फैसला, फिर तो जाहिर है मुझे आप बेईमान कह रहे हैं, तो फिर मैं अल्लाह के हुजूर जवाब दूं बेईमानी की है मैंने तो। उधर उधर के जवाब बड़े देंगे, इधर उधर की गल्लां सुननगे। एक मिनट, ते जेड़ी मेन गल है नहीं सुननगे। फुरकान फोर्स के कमरे में अभी ये बात चल रही थी, दरमियान में कोई मेरे ख्याल वक्फा हुआ था, मुझे नहीं पता कि कितना वक्फा हुआ था कोई वक्फा किसी वजह से। जी जी, राजा जवेद साहब भजते भजते फुरकान के फोर्स के कमरे में आए, कहते हैं लो जी तुम्हारे खिलाफ फैसला हो लिया, आ जाओ उस कमरे च। उसे लाम हुआ था, उसने आगे ये बात क्यों की? उसके रूम में फुरकान साहब आप कहते हैं कि हमें लाख रुपया देना बनता है, लेकिन आप ये सबूत पेश कर रहे हैं कि मैं बेईमान था। ਅਸੀਂ ਨਹੀਂ ਬੇਈਮਾਨ, ਅਸੀਂ ਉਹਨਾਂ ਦੀ ਗੱਲ ਕੀਤੀ, ਤੁਹਾਨੂੰ ਕਿਹਾ ਕੁਛ? फिर मैं कहता हूँ ये अगर आप ਤੁਸੀਂ ਇਨਸਾਫ ਦਾ फैसला करना ही या सिर्फ फैसला करना? मैंने बदनीयती से फैसला किया, मैंने आपके खिलाफ फैसला करना चाहा जानबूझकर, तो ये मैंने बहुत बड़ा अजाब अपने लिए लिया है, तो मैं बच नहीं सकता फिर इससे। अल्लाह आपको बचाए। बात लेकिन मैं जानता हूँ मैं आपसे नहीं डरता, मैं अल्लाह के अजाब से डरता हूँ। अगर आप अल्लाह से डरते हैं ना, फैसला किया, देखें आप अल्लाह से डरते हैं तो फिर अल्लाह के जो कुरान है, जो रसूल हैं, उनका यही कहना है कि इंसाफ के साथ फैसला होना चाहिए। और इंसाफ का ये तकाजा है कि अगर हमसे कोई मिसिंग हुई है, हम आपको कह रहे हैं कि तारिक भाई ये एक मिसिंग है भाई, मिसिंग तो हमने ही बताना है ना तारिक भाई, फरिश्ते ने तो नहीं आकर बताना, हमारी मामला तो हमने बताना। जिसके खिलाफ फैसला आया उसी ने कहना ना साढ़े खिलाफ। एक और सोल्यूशन है, एक और सोल्यूशन है तारिक साहब से, अगर आपको मंजूर हो कालू साहब, मैं बात कर देता हूँ तारिक साहब की खिदमत में। तारिक साहब ऐसी बात है कि आप ना हमारे साथ या कानू साहब के साथ ना सिर्फ ज़िया रसूल साहब को छोड़ दे, दो पार्टी, इस एक पार्टी के साथ ना ये अपना डिसीजन रिव्यू कर ले कि आपने जो फैसला किया है, सुने ना, कि फैसला किया है वो वाकई ठीक हुआ है, इसकी सारी बात सुन ले, रिव्यू कर ले, रिकॉर्डिंग कर ले। उसके बाद अगर आपको महसूस हो कि आपने गलती की है फैसले में, तो फिर आप रिक्वेस्ट करें दूसरी पार्टी के साथ, अदरवाइज आप कह दीजिए कि मेरा फैसला बिल्कुल ठीक था, ये आपके साथ मुकम्मल बातचीत करने के बाद मेरा ये फैसला है, मैंने चेंज नहीं करना। हाँ, चले ऐसे कर दें, चले मतलब हमारी बात सुन ले। इख्तियार नहीं है, मैं अपने नहीं तारिक भाई आपको इख्तियार नहीं दे रहे, बात सुने, बात सुने। जबकि दूसरी पार्टी जो है नहीं वो बात तो सुने ना, एक बंदे बम्बास्टर भाई ने जो बात की है वो सुने। बम्बास्टर भाई ये कह रहे हैं कि हमारी बात सुन ले एक दफा, उनकी बात रिपीट करने की जरूरत नहीं है। नहीं ना सुनी, ओहो आपको भी पता है कि सुकम है, आपने कहा जी कि जो मैंने कर दिया। अभी आप दोनों पार्टी के साथ रिव्यू नहीं करना चाहते। मैंने तो नहीं कहा, वो आप कह रहे हैं। नहीं तारिक भाई बात सुने। ओह माय गॉड, आज आप हमारी बात सुन ले। मैं तो कह रहा हूँ मैंने सुन तो ले ना, सुन ले एक दफा, उसके बाद आप बोलते रहे। सुन लिया की सुने आज क्या कहा मैंने, वही बात बार बार कर रहे हैं आप। कौन सी? अच्छा आप कानून के साथ रिव्यू नहीं करना चाहते, अकेले के साथ? मेरे नाल तुसी मेरा इंसाफ दा फैसला कीता ना, मेरे खिलाफ ही कीता तुसा, इंसाफ दा फैसला कीता जे ना, ते मेरा हक बनदा ना ਤੁਹਾਨੂੰ ਇੱਕ ਵਾਰੀ ਮੈਂ ਆਪਣੀ ਗੱਲ ਦੁਬਾਰਾ ਸੁਣਾ ਲਾਂ। ਅਗਰ ਤੁਸੀਂ ਸਮਝਦੇ ਹੋ ਕਿ ਨਹੀਂ ਇਹ ਗੱਲ ਤੇ ਉਹ ਹੋਈ ਹੈ ਜਿਹੜੀ ਤੂੰ ਪਹਿਲਾਂ ਸੁਣਾਈ ਸੀ, ਇਹਦਾ ਤੇ ਕੋਈ ਰਿਵਿਊ ਨਹੀਂ ਬਣਦਾ ਤੇ ਠੀਕ ਹੈ। ਸੁਣਨੀ ਨਹੀਂ ਜਬ ਤੱਕ ਦੂਸਰਾ ਫਰੀਕ ਨਾ ਹੋ। ਨਹੀਂ ਮੇਰੀ ਗੱਲ ਸੁਣਨੀ ਅਸੀਂ ਉਹ कानू छोड़ दे यार, तारक साहब जो है ना,
वो बायस हैं मेरी गल सुनने का भी इख्तियार नहीं है तेरे को। नहीं मेरे पास मैं जज नहीं बनाया तेन, मैं जज के तौर पे मैंने सुनना है ना, तो मैं जज नहीं जज के तौर पे सुनो। अगर ਤੁਹਾਨੂੰ लगदा कि ਇਹਦਾ रिव्यू होना चाहिए रिव्यू कर लो, अगर नहीं लगदा तो कहो नहीं होना ਇਹਦਾ रिव्यू। मैं कह रहा हूं इसका नहीं होना चाहिए रिव्यू। सुन लिया मेरी गल सुन ली मेरी, तो तुसा गल सुनी है मेरी? मैं सुन तो रहा हूं इतनी देर से। कौन सी बात सुनी है आपने जो मैं इस वक्त सारी आप बातें यही कर रहे हैं ना। मैं कह रहा हूँ रिव्यू नहीं होना चाहिए, फैसला हो गया। बात आप सुन लें उसके बाद कहें रिव्यू नहीं होना चाहिए, ठीक है? अगर आपको लगे कि मेरी बात सुनने के बावजूद आपको लगता है कि रिव्यू नहीं होना चाहिए, मैं यही कह रहा हूँ ना, मैं रिव्यू नहीं करूंगा जब तक दूसरी पार्टी शामिल ना हो। ओए उनके साथ ना करें रिव्यू। अगर आप, मैं कह रहा हूँ मेरा केस सुन लें, मेरा केस सुन लें, वो सुन सकते हैं या नहीं? केस सुन सकते हैं या नहीं? नहीं मैं नहीं सुनूंगा केस, मैं उसको पैसे आप ही देंगे इंशाल्लाह। यार छोड़ दो कालू साहब, छोड़ तारिक साहब को। फिर पैसे भी तुसा देने ने, साडा भी लाख देना जे, तो उन्हां दा भी लाख देना जो। छोड़ दो, दफा करो यार इस बात को। जज इस बायस, दफा करो दफा मैं इंज करांगा तारिक चौहान साहब, ओ साडे भी पैसे देने जे ते उन्हां दे भी देने जे। पैसे किदन देने जे ए दसो। छोड़ो जी, छड़ो करो यार, मत मांगो उससे पैसे यार, छोड़ दो कालू। देने देने ना बंबास्टर भाई, उससे पैसे ना मांगो, मंगतो आपने पैसे दो। तू हट भैन दा रिश्ता दिता जेड़ा तू मांगदा फिरना। मंगतो छोड़ दे। आपने हमें छोटी बेटी का रिश्ता दिया जो आप यहाँ पर आके मांग रहे हैं। ओए दफा करना कर बात, छोड़ दे। नहीं छोड़ दे, बात सुने। बात ये जज को तो आप लोगों ने उतार दिया, चला गया जज, भाग गया। ये जो जज बन के बैठा हुआ था भाग गया है। बात दरअसल इतनी है कि जब पहले दिन ये बात हुई थी तो उसके बीच में जर्द रंग की बात थी, सिर्फ एक जुमला था जर्द रंग का, ना पहले और ना बाद की बात थी। तो ये कैसा ये जज बना हुआ है जो खुद को जज कह रहा है, ये कैसा इंसान है कि जिसने सुना और फिर उसके बाद 10 मिनट का टाइम मांगा कि मैं इसके ऊपर गौर फिक्र कर लूँ? तो क्या इसका अलग दिमाग घर में पड़ा हुआ था जिसके ऊपर गौर फिक्र करनी थी? ये 74 की असम्बली समझते हैं हर जगह पे, ये उसी किस्म के। इसीलिए इसमें साफ जाहिर है इसने वो किरदार अदा नहीं किया जो एक तीसरे बंदे का होता है। तो इसके लिए इसके अंदर सदाकत नहीं है, ना ही इसके अंदर कोई इंसानियत पाई जाती है। ये जुल्फकार अली भुट्टो है, इसका भी मुकद्दर फांसी है तारिक चौहान का। डोंट वरी। जुल्फकार अली भुट्टो का भी वही हाल हुआ था। हाकिम जरदारी ने कहा था कि मैं तेरी नस्ल खत्म कर दूंगा। हाँ सही कहा था उसने, खत्म कर दी है ना। बंबास्टर भाई देखो, उसने इसकी बंदा जुल्फकार अली भुट्टो से उसकी बेटी छीन ली थी। जेड़ा बंदा जिस वक्त आके बैठे है ओ मरज़इयो ਉਹ ਫਲਾਣੇ ਤੁਹਾਡਾ ਖਲੀਫਾ ये इसकी नाज़र भाई साहब ਮੈਨੂੰ ਇੱਕ ਗੱਲ ਦੱਸੋ, ਤੁਸੀਂ ਨਹੀਂ ਸੋ ਉਸ ਲਈ ਕਿ ਜਿਸ ਲਈ ਇਹਨਾਂ ਨੇ ਇਹਨੂੰ ਜੱਜ ਚੂਜ਼ ਕੀਤਾ, ਤੁਸੀਂ ਨਹੀਂ ਬੋਲੇ? ਸਰ ਮੈਂ ਉਹਨਾਂ ਸਿਆਣਿਆਂ ਨੂੰ ਢੂੰਡਣਾ ਜਿਨ੍ਹਾਂ ਨੇ ਇਹਨੂੰ ਜੱਜ ਚੂਜ਼ ਕੀਤਾ। ਹਾਂ ਮੈਂ ਉਹੀ ਪੁੱਛਿਆ, ਤੁਸੀਂ ਕਿੱਥੇ ਸੋ? ਸਾਰਾ ਮੈਨੂੰ ਪਤਾ ਹੀ ਨਹੀਂ, ਇਹ ਆਪਣੇ ਆਪ ਕਰ ਰਹੇ ਨੇ ਜੱਜ, ਇਹਨਾਂ ਨਹੀਂ ਪਤਾ। ਪਹਿਲੇ ਮੈਨੂੰ ਥੱਲੇ ਲਾ ਦਿੱਤਾ ਗਿਆ, ਹੁਣ ਮੇਰੀ ਗੱਲ ਸੁਣ ਲਿਓ ਪੂਰੀ। ਇਹ ਮੈਂ ਤੁਹਾਨੂੰ ਦੱਸ ਰਿਹਾ ਸਾਂ ਕਿ ਪੀਰ ਸਕਾਨੀ ਨੇ ਔਰ ਰਾਜਾ ਜਵੇਦ ਨੇ ਇਹਨੂੰ ਫੋਰਸ ਕੀਤਾ ਕਿ ਪਹਿਲੇ ਤੂੰ ਇਹਨਾਂ ਕੋਲੋਂ ਪੈਸੇ ਕਢਵਾ, ਪੈਸੇ ਕਢਵਾਉਣ ਤੋਂ ਬਾਅਦ ਸਾਨੂੰ ਸਾਰਾ ਫਿਰ ਇਹਨਾਂ ਨੂੰ ਆਸਰਾ ਦੇ ਕੇ ਰਿਵਿਊ ਕਰਵਾਵਾਂਗਾ। ਸਰ ਮੈਂ ਗੱਲ ਕਰ ਚੁੱਕਿਆ, ਸਕਾਨੀ ਨੇ ਕਿਹਾ ਤੂੰ ਫੈਸਲਾ ਕਰ ਦਿੱਤਾ, ਹੁਣ ਡਟ ਜਾ। ਸਕਾਨੀ ਹੋਏ, ਰਾਜਾ ਜਵੇਦ ਹੋਏ, ਉਹ ਜਿੱਥੋਂ ਦੇ ਪੜ੍ਹੇ ਨੇ ਨਾ, ਅਸੀਂ ਉੱਥੋਂ ਦੇ ਹੈਡ ਮਾਸਟਰ ਹਾਂ। ਤੂੰ ਛੱਡ ਦੇ ਇਹਨਾਂ ਗੱਲਾਂ ਨੂੰ, ਸਾਨੂੰ ਪਤਾ। ਤੂੰ ਨਾ ਵੀ ਸਾਨੂੰ ਦੱਸ, ਉਹ ਗੱਲ ਨਾ ਵੀ ਕਰਨ ਤੇ ਸਾਨੂੰ ਪਤਾ ਕਿ ਤਾਰਿਕ ਚੌਹਾਨ ਕਿਹਦੀ ਗੋਦੀ 'ਚ ਬੈਠਾ ਹੈ। ਅਸੀਂ ਸਾਰਿਆਂ ਨੂੰ ਜਿਹੜੀ ਖੇਡ ਖੇਡਣ ਡਿਆ ਸੀ, ਸਾਰਿਆਂ ਨੂੰ ਪਤਾ ਲੱਗਣ ਡਿਆ ਸੀ। ਭੱਟ ਸਾਹਿਬ ਨੂੰ ਵੀ ਪਤਾ ਲੱਗਦਾ ਸੀ, ਕਾਲੋ ਸਾਹਿਬ ਨੂੰ ਵੀ ਪਤਾ ਲੱਗਦਾ ਸੀ, ਲੇਕਿਨ ਇੰਨਾ ਉਹਨੂੰ ਟਾਈਮ ਦੇਣ ਦਾ ਮਕਸਦ ਨਹੀਂ ਸੀ ਹੈ। ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਉਹ ਖੇਡਣ ਡਿਆ, ਉਹਨੂੰ ਦਫਾ ਮਾਰੋ ਪਰਾਂ। ਬਾਰ ਝਿੜਕਣ ਦਾ ਕੋਈ ਮਕਸਦ ਹੀ ਨਹੀਂ ਹੈ। ਕੀ ਕਰ ਲੇਗਾ ਉਹ? ਕੁਝ ਨਹੀਂ ਪੜ ਸਕਦਾ, ਛੱਡ ਦੇ ਉਹਨੂੰ, ਚੱਲ ਜਾ ਲਗਾ ਜਾ। ਕੱਲ ਹੁਣ ਮੈਂ ਤੁਹਾਨੂੰ ਦੱਸਣਾ ਕੀ ਹੈ, ਤੇਰੇ ਕੋਲ ਰਿਕਾਰਡਿੰਗ ਆਪਣੇ ਮੁਤਾਲਬੇ ਦੀ ਜਿਹੜੀ ਤੇਰੇ ਕੋਲ ਉਹ ਲੱਗਿਆ ਸੀ, ਤੂੰ ਆਖਿਆ ਜੇ ਮੈਂ ਵਿਖਾ ਦਾਂ ਜਿਹੜੀ ਤੂੰ ਹਦੀਸ ਪੇਸ਼ ਕੀਤੀ। ਉਹਨੇ ਕਿਧਰੇ ਮੁਸਲਮ ਦਾ ਤਕਾਜ਼ਾ ਨਹੀਂ ਕੀਤਾ ਕਿ ਮੁਸਲਮ ਦਾ, ਉਹਨੇ ਕਿਹਾ ਤੂੰ ਜ਼ਰਦ ਰੰਗ ਦਾ ਹੋਇਆ, ਤੂੰ ਆਖਿਆ ਵਿਖਾ ਦਾਂ, ਉਹਨੇ ਕਿਹਾ ਮੈਂ 1 ਲੱਖ ਦਾਂਗਾ। ਠੀਕ ਹੈ, ਉਹ ਰਿਕਾਰਡਿੰਗ ਚੜ, ਉਹ ਰਿਕਾਰਡਿੰਗ ਮੈਂ ਅਮਰ ਨਜ਼ੀਰ ਨੂੰ ਭੇਜੀ ਹੈ। ਜੇ ਆਪਣੇ ਪਿਓ ਦੇ ਤੁਖਮ ਵਿੱਚ ਨੇ ਆ ਕੇ ਕਸਮ ਖਾਣ ਕਿ ਨਹੀਂ ਜੀ ਇਹ ਪਹਿਲਾਂ ਸੀ ਜਿਹੜੀ ਉਹਨੇ ਪੇਸ਼ ਕੀਤੀ ਹੈ, ਤੇ ਕੱਲ ਉਹਦੀ ਬਾਅਦ ਵਿੱਚ ਗੱਲ ਸੀ। ਅਮਰ ਨਜ਼ੀਰ ਕਹਿੰਦਾ ਪਿਆ ਕਿ ਜੇ ਕਾਲੂ ਨੂੰ ਹੁਣ ਯਾਦ ਆਇਆ ਤੇ ਉਸ ਵੇਲੇ ਕਰਦਾ ਗੱਲ। ਇਹ ਅਮਰ ਨਜ਼ੀਰ ਗੱਲਾਂ ਕਰਨ ਲੱਗਿਆ, ਉਹਨਾਂ ਨੂੰ ਵੀ ਪਤਾ ਕਿ ਬੇਈਮਾਨੀ ਕਰ ਰਹੇ ਨੇ। ਔਰ ਇਹ ਜੱਜ ਜਿਹੜਾ ਨਾ
ਜਿਹੜਾ ਕਹਿੰਦਾ ਇੱਜ਼ਤ, ਜਿਹੜਾ ਤੂੰ ਅਸਕਾਨੀ ਕੋਲ ਜਾ ਕੇ ਉੱਥੋਂ ਲੈਣ ਲੱਗਿਆ ਮਸ਼ਵਰੇ, ਤੂੰ ਜੱਜ ਹੈ? ਤੂੰ ਆ ਕੇ ਕਹਿ ਅਸਕਾਨੀ ਨੇ ਤੈਨੂੰ ਇਹ ਗੱਲ ਨਹੀਂ ਕਹੀ। ਦੂਸਰਾ ਜਿਹੜਾ ਬੰਦਾ ਐਡਾ ਮੁਤਹੱਸਿਬ ਹੋਵੇ, ਇੱਥੇ ਬੈਠੇ ਸ਼ਰਾਰਤ ਕਰਨ ਵਾਸਤੇ, ਕਦੀ ਮੈਨੂੰ ਛੇੜ ਕਦੀ ਉਹਨੂੰ ਛੇੜ, ਇਹ ਕਾਹਨੂੰ ਗੱਲ ਨਾ ਕਰਦਾ ਹੁੰਦਾ ਤੇ ਇਹ ਜਿਹੜਾ ਨਾ ਇਹ 74 ਸਾਲਾ ਜੇ ਤਬਾਖੜੇ ਕੇ ਮੂੰਹ ਵਾਲਾ ਕੀ ਕਹਿੰਦੇ ਨੇ ਉਹਨੂੰ, ਜਿਹਦੇ ਚ ਗੋਇਆ ਚੁੱਕੀ ਦਾ ਗੁੱਜਰ ਦਾਬੜੇ ਦਾ ਮੂੰਹ ਵਾਲਾ, ਇਹਨੇ ਇੱਥੇ ਖਲੋਣਾ ਵੀ ਨਹੀਂ ਸੀ। ਅਲੀਮ ਸਾਹਿਬ ਕੀ ਲਿਖ ਰਹੇ ਨੇ, ਮੈਨੂੰ ਤੇ ਪੜਨਾ ਨਹੀਂ ਆਉਂਦਾ, ਇਹਨਾਂ ਦੇ ਪੜੋ ਕੀ ਹੁੰਦੇ ਨੇ। ਗੱਲ ਇਹ ਮੈਂ ਇਹਨੂੰ ਪੁੱਛਿਆ ਕਿ ਉਹ ਜਿਹੜਾ ਓਏ 1 ਮਿੰਟ ਚਾਰ ਮੈਂ ਪੁੱਛਿਆ ਕਿ ਜਿਹੜਾ ਤੂੰ ਕਿਹਾ ਕਿ ਮੁਤਾਲਬਾ ਪੂਰਾ ਨਹੀਂ ਹੋਇਆ, ਉਹਨੇ ਮੁਤਾਲਬਾ ਕੀਤਾ ਸੀ ਫਲਾਣੇ ਜ਼ਰਦ ਰੰਗ ਦਾ ਤੇ ਤੂੰ ਫਲਾਣਾ ਜ਼ਰਦ ਰੰਗ ਵਹਾਇਆ, ਤੇ ਇਹ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇਹ ਦੋ ਅਲੱਗ-ਅਲੱਗ ਜ਼ਰਦ ਰੰਗ ਨੇ? ਇਹਦਾ ਦੱਸੋ। ਕੋਈ ਤਹਿਕੀਕ ਨਹੀਂ ਹੈ ਇਹਦੇ ਕੋਲ। ਸਕਾਨੀ ਨੇ ਪਰਚੀ ਘੱਲੀ ਹੈ, ਕੋਈ ਸਕਾਨੀ ਨੇ ਪਰਚੀ ਘੱਲੀ ਹੈ, ਉਸ ਪਰਚੀ ਦੇ ਉੱਤੇ ਫੈਸਲਾ ਦਿੰਦਾ ਫਿਰਦਾ। ਬਈ ਤੇਰੇ ਕੋਲ ਜੋ ਸਬੂਤ ਹੈ, ਤੂੰ ਤਹਿਕੀਕ ਕੀਤੀ ਸੀ ਕਿਉਂਕਿ ਤੈਨੂੰ ਪਹਿਲੂ ਮਾਮਲੇ ਦਾ ਪਤਾ ਸੀ, ਤੇ ਤੈਨੂੰ ਹੁਣ ਦੱਸ ਦਿਆਂ ਇਥੋਂ ਕੀ ਸ਼ਰਮ ਆਉਂਦੀ ਹੈ? ਤੂੰ ਹੁਣ ਸਾਬਤ ਕਰ ਦੇ ਕਿ ਉਹ ਜ਼ਰਦ ਰੰਗ ਜਿਹੜੇ ਨੂੰ ਲਹਿਦਾ ਨੇ ਇਸ ਵਜ੍ਹਾ ਤੂੰ ਉਹਦਾ ਮੁਤਾਲਬਾ ਪੂਰਾ ਨਹੀਂ ਹੋਇਆ। ਦੂਸਰੀ ਗੱਲ, ਅਸੀਂ ਤੈਨੂੰ ਆਡੀਓ ਸੁਣਾਈਏ, ਉਸ ਆਡੀਓ ਦੇ ਵਿੱਚ ਕਿਹੜੀ ਜਗ੍ਹਾ ਤੇ ਉਹਨੇ ਸ਼ਰਤ ਲਾਈ ਸੀ? ਜਦੋਂ ਸ਼ਰਤ ਲਾਣ ਡਿਆ ਸੀ, ਪਹਿਲੂ ਕੀ ਕੀਤਾ, ਬਾਦੋਂ ਕੀ ਹੋਇਆ, 10 ਦਿਨ ਬਾਦੋਂ ਕੀ ਹੋਇਆ, 5 ਦਿਨ ਬਾਦੋਂ ਕੀ ਹੋਇਆ, ਇਹਦੇ ਜ਼ਿੰਮੇਦਾਰ ਇਹਦੇ ਤੇ ਫੈਸਲਾ ਦੇਣਾ ਸੀ, ਜਾਂ ਉਸ ਸਪੈਸੀਫਿਕ ਵਕਤ ਦੇ ਉੱਤੇ ਉਸ ਸ਼ਰਤ ਦੇ ਉੱਤੇ ਫੈਸਲਾ ਦੇਣਾ ਸੀ ਜੋ ਸ਼ਰਤ ਉਸ ਟਾਈਮ ਲੱਗੀ ਏ। ਉਹਨੇ ਮੇਰੇ ਕੋਲੋਂ ਜ਼ਰਦ ਰੰਗ ਦਾ ਮੁਤਾਲਬਾ ਕੀਤਾ, ਮੈਂ ਉਹਨੂੰ ਕੀ ਕਹਿਣ ਡਿਆ ਕਿ ਮੈਂ ਤੈਨੂੰ ਪੈਸੇ ਤਾਂ ਦਾਂਗਾ ਅਗਰ ਮੈਂ ਨਾ ਵਹਾ ਸਕਿਆ। ਮੈਂ ਉਹ ਕੀ ਕਿਹਾ ਸੁਣੋ ਜ਼ਰਾ ਸਾਰੇ, ਜੱਜ ਦੇ ਉਰੇ ਕੰਨ ਬੰਦ ਹਨ ਉੱਤੇ। 10 ਵਾਰ ਆਡੀਓ सुनाई ਉਹਦੇ ਕੰਨ ਫੇਰ ਬੰਦ ਨੇ। हमारा मौजूद इतना खपेंगे आप कोई रिवायत कालो साहब फिर हदीस दिखा के फिर बता देंगे जरद रंग से क्या मुराद है? तो ये तो आपने बताना है ना कि क्या मैंने जरद रंग कफार का रंग पहन कर उतरेंगे? तो भाई मैंने आपको बता दिया कि जरद रंग से मुराद जरद रंग ही है, तो ये तो कफार का रंग है, रसूल अल्लाह कह रहे हैं। अगर ये ना बात हुई तो फिर, अगर ये बात हुई तो फिर लेके आओ शाबाश। क्या लेकर आऊं? अगर ये बात हुई, अगर रसूल अल्लाह सल्लल्लाहु अलैहि वसल्लम ने कहा कि ये कफार का रंग है, 1 लाख रुपया नगद इनाम दूंगा अगर जर्द रंग के बारे में बात की हुई, अगर ना की हुई तो हाँ 1 लाख नगद इनाम अगर जर्द रंग के बारे में बात की हुई। ਇੱਥੇ ਕਿਹੜੀ ਸ਼ਰਤ ਲੱਗਣ ਡਈ ਏ ਜਦੋਂ ਲੱਖ ਰੁਪਏ ਦੀ ਸ਼ਰਤ ਲੱਗਣ ਡਈ ਕਿਸੇ ਹੋਰ ਚੀਜ਼ ਦੀ? हाँ ਮੈਨੂੰ याद है। और उस तो बाद तू लेके आया जर्द रंग ते कहता ही नहीं ये जर्द नहीं है, ये जरगून लिखा हुआ है। ਮੈਨੂੰ ਅਰਬੀ ਵਹਾ, ਮੈਨੂੰ ਇਹ ਵਹਾ, ਮੈਨੂੰ ਜਿੰਨਾ ਦਿੱਤੇ ਫੈਸਲਾ ਕਰਨਾ ਇੱਥੇ ਸ਼ਰਤ ਲੱਗੀ। शर्त दे अल्फाज ने उन्हें क्या जर्द रंग के बारे में अगर बात की हुई तो मैं 1 लाख रुपया नगद इनाम दूंगा। इत्थे केड़े जर्द रंग दी गल ही? और ये झूठे बेईमान है, और वो तारक चौहान भी झूठा बेईमान है। आगे सुनो, आगे नहीं देते जो पट नहीं पट ले चल जा। ਜਿਹੜਾ ਆਉਂਦਾ ਰੇ ਉਹਨੂੰ ਤਾਂ ਚਾੜ ਕੇ ਛਿੱਤਰ ਫੇਰੋ, ਛਿੱਤਰ ਪਰੇਡ ਉਹਦੀ ਕਰੋ ਜਿਹੜਾ ਉਹਦਾ ਇਲਾਜ ਹੈ। ਬੰਬਾਸਟਰ ਭਾਈ ਅੱਗੂ ਸੁਣਿਓ ਮੈਂ ਕੀ ਕਿਹਾ ਕਿ ਮੈਂ ਕਿਸ ਬੁਨਿਆਦ ਤੇ ਲੱਖ रुपया ਦਾਂਗਾ। वो सुनो जर्द रंग के बारे में 1 लाख फिर देख लो। मैंने आपको जर्द रंग का लफ्ज दिखाना है, अगर मैं ना दिखा पाऊं तो मैं 1 लाख रुपया मैं दूंगा। अगर मैं दिखा दूं वो हदीस में रसूल अल्लाह सल्लल्लाहु अलैहि वसल्लम कह रहे हैं कि जर्द रंग जो है कफार का रंग है, ये लिबास कफार का लिबास है, लेके 1 लाख रुपया मिलेगा। हाँ बिल्कुल, अगर ना दिया तो ना साबित हुआ तो मुझे लिख कर दें, जर्द रंग का लिखा मैं दिखाऊंगा। आप यहाँ पे करार करें, अगर ना दिया तो मैं 1 लाख रुपया दूंगा। ठीक हो गया जी, लेके आए जी। बिस्मिल्लाह जी। मैंने क्या कहा है कि अगर मैं साबित ना कर सका कि उस हदीस में रसूल अल्लाह ने जर्द रंग को, हाँ जर्द रंग को कफार का रंग कहा है, मैंने आपको जर्द रंग का लफ्ज दिखाना है, अगर मैं ना दिखा पाया तो फिर मैं 1 लाख रुपया दूंगा। ऐ मेरे अलग शर्त ही, मैं नहीं हदीस वहाई 80 लाख का देना जी। नहीं तो इसने फैसला चौहान ने किस बात पे किया? मैं नहीं था, सारा कुछ सही कीता, लेकिन मुनाफिक ਤੁਹਾਨੂੰ ਚੌਹਾਨ ਟੱਕਰ ਗਿਆ। ਮੁਨਾਫਿਕ ਚੌਹਾਨ ਸੀ, ਉਹਨੇ ਪਹਿਲਾਂ ਦਾ ਪਲਾਨ ਸਾਰਾ ਕੁਝ ਕਰਕੇ ਤੇ ਫੇਰ ਤੁਹਾਡੇ यार बात सुनने में नहीं था। चौहान साहब ने ऐसा ऑडियो ते फैसला नहीं कीता। हां ਉਹਨਾਂ ਇੱਕ ਫੈਸਲਾ ਕੀਤਾ ਇੱਕ 10 ਸੈਕਿੰਡ ਦੀ ਆਡੀਓ ਤੇ ਹੋਰ ਤੇ ਉਹ ਕਿਨੇ ਪਲੇ ਕੀਤੀ ਸੀ? ਉਹ ਜ਼ਿਆ ਰਸੂਲ ਨੇ ਪਲੇ ਕੀਤੀ ਹੈ। ਮੈਂ ਇਹਨੂੰ ਕਿਹਾ ਚਾਂਸ ਨਹੀਂ ਦਿੱਤਾ ਤੁਸੀਂ ਇਹ ਪਲੇ ਕਰੋ। ਇਹ ਮੈਂ 10 ਵਾਰਾਂ ਪਲੇ ਕੀਤੀ ਹੈ।
लेकिन ਉਹਦੇ ਕੰਨ ਹੀ ਨਹੀਂ ਇਸ ਪਾਸੇ ਕਿ ਮੈਂ ਸ਼ਰਤ ਕੀ ਲਾਣ ਡਿਆ ਵਾ ਤੇ ਜ਼ਿਆ ਰਸੂਲ ਕੀ ਸ਼ਰਤ ਲਾਣ ਡਿਆ ਤੇ ਲਾਨਤ ਭੇਜ ਉਹਦੀ ਸ਼ਕਲ ਤੇ ਤੇ ਲਾਨਤ ਭੇਜ ਉਹਦੀ ਸ਼ਕਲ ਤੇ ਕੋਈ ਵੀ ਬੰਦਾ ਜਾ ਲਗਾ ਜਾ ਦੌੜ ਕੋਈ ਵੀ ਬੰਦਾ ਏ ਉਹਨੂੰ ਇਹ ਗੱਲ ਸਾਫ਼ ਨਜ਼ਰ ਆਉਂਦੀ ਹੈ ਕਿ ਮੈਂ ਕਿਸ ਗੱਲ ਤੇ ਸ਼ਰਤ ਲਾਣ ਡਿਆ ਵਾ ਕੰਨਾਂ ਵਾਲੇ ਬੰਦੇ ਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਹਿੰਨੇ ਵਾ ਕਿ ਅਗਰ ਮੈਂ ਜ਼ਰਦ ਰੰਗ ਦਾ ਲਫ਼ਜ਼ ਨਾ ਵਹਾ ਸਕਿਆ ਅਗਰ ਮੈਂ ਨਾ ਵਹਾ ਸਕਿਆ ਕਿ ਰਸੂਲ ਅੱਲਾਹ ਨੇ ਜ਼ਰਦ ਰੰਗ ਨੂੰ ਕਫਾਲ ਦਾ ਰੰਗ ਕਿਹਾ ਤੇ ਮੈਂ ਫੇਰ ਪੈਸੇ ਦਾਂਗਾ ਯਾ ਇਹਦੇ ਖਿਲਾਫ ਨਾ ਹੁਣ ਜਹਾਦ ਜਿਹੜਾ ਨਾ ਉਹ ਫਰਜ਼ ਹੋ ਗਿਆ ਕਿਉਂਕਿ ਇਹ ਇੱਕ ਬਾਇਸ ਜੱਜ ਹੈ उनको के मुस्लिम इस्लाम में अभी जहाद है जी मैं जेड़ा जा कुरान नो मान दे नाल इंसाफ दा फैसला कीता इंसाफ दा फैसला कीता तू ऑडियो भी नहीं सुनी इंसाफ फिर ओदी 10 सेकंड दी ऑडियो वे ओ ऑडियो ऐस ऑडियो दी है ही नहीं मैं 10 बारी कह के बाद दियां गल्लां ने ये केड़ी 10 सेकंड दी ऑडियो सुना रहा तेनू चलो इसके ऊपर डिस्कशन क्लोज कर दो इनमें से कोई करे ना उनको चल लगे हो ये 74 की असेंबली नहीं है चल भाग जा इधर से खत्म नो मोर डिस्कशन ऑडियो है वा कम कल हाँ जी हाँ ਵੀ ਭੇਜ ਦੇ ਹੁਣ ਕਿਸੇ ਬੰਦੇ ਨੂੰ ਤੁਸੀਂ ਇਹ ਨਹੀਂ ਆਖਣਾ ਕੋਈ ਵੀ ਕਿ ਰੀਵਿਊ ਕਰ ਜਾਂ ਇੰਜ ਕਰ ਜਾਂ ਉਹ ਕਰ ਜਿਹੜਾ ਬੰਦਾ ਉਹਨਾਂ ਦਾ ਹੁੰਦਾ ਉਹਨੂੰ ਛਿੱਤਰ ਪਲੇਟ ਕਰੋ ਉਹਦਾ ਇਲਾਜ ਇਹ ਪੈਸੇ ਦੇਗਾ ਤਾਰਕ ਚੌਹਾਨ ਜਿੱਥੇ ਲੱਭਦਾ ਕਿਉਂਕਿ ਫੈਸਲਾ ਇਹਨੇ ਗਲਤ ਦਿੱਤਾ ਇਹਦੇ ਕੰਨ ਅਗਰ ਹਾਜ਼ਰ ਹੋਣ ਇਹ ਕੰਨਾਂ ਨਾਲ ਸੁਣਨ ਡਿਆ ਹੋਏ ਦਿਮਾਗ ਦਾ ਕੰਮ ਕਰਦਾ ਹੋਏ ਤੈਨੂੰ ਇਹ ਪਤਾ ਨਹੀਂ ਲੱਗਣ ਡਿਆ ਕਿ ਇਹ ਗੱਲ ਹੋਣ ਡਈ ਹੈ ਤੇ ਅਗਰ ਇਹਦੇ ਕੰਨਾਂ 'ਚ ਕੋਈ ਚੀਜ਼ ਫਸੀ ਇਹਦਾ ਦਿਮਾਗ ਕੰਮ ਨਹੀਂ ਕਰਦਾ ਪਿਆ ਤੇ ਪੈਸੇ ਇਹ ਦੇਗਾ ਉਹਨਾਂ ਦੇ ਵੀ ਤੇ ਸਾਡੇ ਵੀ ਪੈਸੇ ਦੇ ਪੁਲਿਸ ਮਾਰਨ ਵਾਲੀ ਸ਼ਾਇਦ ਹੈ ਅਸਕਾਨੀ ਦਾ ਤੁਹਾਨੂੰ ਦੱਸਿਆ ਕਿ ਬਹਿ ਕੇ ਲੱਗਿਆ ਸੀ ਇਹਦਾ ਕੰਮ ਕੀ ਅਸਕਾਨੀ ਕੋ ਮਸ਼ਵਰੇ ਲੈਂਦਾ ਅਸਕਾਨੀ ਨੇ ਇਹਨੂੰ ਕਿਹਾ ਨਾਸਰ ਸਾਹਿਬ ਹਕੀਕਤ ਹੈ ਵੇ ਕਿ ਤਾਰਿਕ ਚੌਹਾਨ ਜਿਹੜਾ ਨਾ ਉਹ ਉਸ ਰਸਤੇ ਦੇ ਉੱਤੇ ਵੇ ਕਿ ਇਹਨੇ ਸੂਨ ਖਤਮ ਨਬੂਵਤ ਦਾ ਮੁਜਾਹਿਦ ਬਣ ਜਾਣਾ ਇਹਨੇ ਜੰਬੇ ਨੂੰ ਵੀ ਛੱਡ ਦੇਣਾ ਉਧਰ ਜਾ ਰਿਹਾ ਔਰ ਇਹਨੇ ਉਹਨਾਂ ਕੋਲੋਂ ਨੋਟ ਕਮਾਣੇ ਨੇ ਜਿਸ ਤਰ੍ਹਾਂ ਬਾਕੀ ਨੇ ਕਮਾਏ ਨੇ ਇਨਕਲੂਡਿੰਗ ਰਜ਼ਾਈ ਭਤੀਜਾ ਇਹ ਉਸ ਤਰਫ ਗਰਾਊਂਡ ਬਣਾ ਰਹੇ ਤੁਸੀਂ ਵੈਰੀ ਸੂਨ ਦੇਖੋਗੇ ਕਿ ਉਧਰ ਚਲਾ ਗਿਆ ਬਿਲਕੁਲ ਛੱਡ ਗਿਆ ਸਾਰਾ ਕੁਝ ਪਰ ਉਹ ਫਰਿਸ਼ਤਾ ਮੌਤ ਦਾ ਵੀ ਇੰਤਜ਼ਾਰ ਕਰ ਰਹੇ ਆ ਨਾ ਬੰਬਾਸਟਿਕ ਭਾਈ ਜਿਹੜਾ ਥੋੜਾ ਬਹੁਤ